ਦੇਖੋ ਜੀ, ਸਮਾਂ ਤੇ ਹੁਣ ਜਮਾਂ ਹੀ ਸਿਰ ਤੇ ਆ ਗਿਆ ਤੇ ਸਮਾਂ ਉਹ ਆ ਜਿਸ ਸਮੇਂ ਨੇ ਇਹ ਫੈਸਲਾ ਕਰਨਾ ਵੀ ਅਗਲੇ 5 ਸਾਲ ਆਪਣਾ ਬਣਨਾ ਕੀ ਆ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ, ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਅਸੀਂ ਆਪਣੇ ਵੱਲੋਂ ਜੋ ਲੀਡਰ ਸਾਹਿਬਾਨ ਕਹਿੰਦੇ ਨੇ, ਜਿਵੇਂ ਉਹਨਾਂ ਕਿਹਾ ਹੁੰਦਾ, ਜਿਵੇਂ ਲੋਕਾਂ ਸਮਝਿਆ ਹੁੰਦਾ, ਉਹ ਆਪ ਜੀ ਦੀ ਕਚਹਿਰੀ 'ਚ ਰੱਖ ਦਈਦਾ ਤੇ ਫਿਰ ਥੋੜ੍ਹੇ ਜਿਹੇ ਕੁਝ ਇੱਕ ਸਵਾਲ ਹੁੰਦੇ ਨੇ ਉਹ ਚੇਤੇ ਕਰਾਉਣ ਦੀ ਕੋਸ਼ਿਸ਼ ਕਰੀਦੀ ਆ, ਤਾਂ ਜੋ ਇਹ ਨਾ ਹੋਵੇ ਵੀ ਅਗਲੇ ਬੰਦੇ ਸਿਰਫ ਇੱਕੋ ਗੱਲ ਹੀ ਕਰੀ ਜਾਣ ਤੇ ਜਿਹੜਾ ਪਿਛਲੇ ਸਮੇਂ 'ਚ ਘਟਿਆ ਵਾਪਰਿਆ ਜਾਂ ਗਾਂਹ ਆਉਣ ਦੀ ਆਸ ਹੋਵੇ ਉਹਦੀ ਕੋਈ ਗੱਲ ਕਰੇ ਨਾ। ਅੱਜ ਵੀ ਕਰਾਂਗੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਕਿੱਦਾਂ ਸਿਹਤਾਂ? ਮੇਰੀ ਸਿਹਤ ਠੀਕ ਆ। ਇੱਕ ਦੋ ਇਤਰਾਜ਼ ਨੇ। ਨਹੀਂ ਕਰ ਲਓ, ਅਸੀਂ ਵਿਹਲੇ ਹੀ ਆ, ਸਾਨੂੰ ਕਿਹੜਾ ਕੋਈ ਕੰਮ ਹੈ। ਪਰਿਵਾਰ ਦੇ ਮੈਂਬਰਾਂ ਦੇ ਇਤਰਾਜ਼ ਨੇ। ਅੱਛਾ। ਆਪਾਂ ਕੱਲ ਥੋੜ੍ਹੀ ਜਿਹੀ ਗੱਲ ਕੀਤੀ ਸੀ ਕਿ ਐਤਕੀ ਸਰਕਾਰ ਬੀਬੀਆਂ ਬਣਾਉਣਗੀਆਂ। ਹੋ ਸਕਦਾ ਬੰਦੇ ਬਾਹਰੋਂ ਪੀ ਕੇ ਵੋਟ ਪਾ ਦੇਣ, ਥੋੜ੍ਹੇ ਜਿਹੇ ਹੋ ਸਕਦਾ ਪੈਸੇ ਲੈ ਕੇ ਵੋਟ ਪਾ ਦੇਣ। ਤੁਹਾਨੂੰ ਤਾਂ ਕੋਈ ਇੱਦਾਂ ਨਹੀਂ ਆ ਕੇ ਦੱਸ ਦੇਣਾ ਕਿ ਆ ਤਾਈ ਜੀ ਬੋਤਲ ਲੈ ਲਓ ਤੇ ਵੋਟ ਪਾ ਦਿਓ, ਇੱਦਾਂ ਤਾਂ ਕੋਈ ਕਹਿ ਨਹੀਂ ਸਕਦਾ। ਆ ਚਾਚੀ ਜੀ 2 ਬੋਤਲਾਂ ਫੜ ਲਓ। ਉਹ ਹੁਣ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਤਰੀਕਾ ਦੱਸਤਾ ਹੀ। ਉਹ ਕਹਿੰਦੇ ਇੱਕ ਤਾਂ ਸਾਨੂੰ ਪੁੱਛਣੋਂ ਹਟ ਗਏ, ਦੂਸਰਾ ਜਿਹੜੇ ਪਿੰਡਾਂ ਦੇ ਲਾਕੜੀ ਫਾਕੜੀ ਆ ਜਿਨ੍ਹਾਂ ਨੂੰ ਡਿਊਟੀਆਂ ਮਿਲੀਆਂ ਕਿ ਤੁਸੀਂ ਉੱਦਾਂ ਦੇ 5-7 ਘਰ ਸਾਂਭ ਕੇ ਰੱਖਣੇ ਆ, ਕਹਿੰਦੇ ਉਹਨਾਂ ਨੇ ਵੀ ਆਪਦੀਆਂ ਬੀਬੀਆਂ ਦੀ ਡਿਊਟੀ ਲਾਤੀ ਕਿ ਤੂੰ ਹੌਲੀ ਦੇਣੀ 'ਚ ਆ ਕੇ ਉੱਥੇ ਗੱਲ ਕਰਨੀ ਆ। ਦੇਖੋ ਭੈਣ ਜੀ, ਵੋਟਾਂ ਤਾਂ ਮਸੀਂ ਆਉਂਦੀਆਂ, ਨਿਆਣੇ ਤਾਂ ਤੁਸੀਂ ਵੀ ਦਾਖਲ ਕਰਾਉਣੇ ਆ, ਹੋਰ ਮਹੀਨੇ ਨੂੰ ਫੀਸਾਂ ਆਈਆਂ ਖੜੀਆਂ ਆ, ਮਾੜੇ ਜਿਹਾ ਇੰਨੇ ਕੁ ਫੜਿਓ ਮੂਹਰੇ ਇੱਥੇ ਲਾ ਦਿਓ। ਉਹ ਕਹਿੰਦੇ ਜੇ ਉਹਨਾਂ ਨੇ ਬੀਬੀਆਂ ਕੋ ਜਾਣਾ ਸ਼ੁਰੂ ਕਰਤਾ ਤੇ ਇੱਕ ਦੋ ਬੀਬੀਆਂ ਨੇ ਫਿਰ ਬੇਲਣਾ ਵੀ ਕਹਿੰਦੇ ਚਲਾਇਆ ਉੱਥੇ ਨਾ, ਫਿਰ ਜ਼ੋਰ ਦਿਖਾਏ, ਆਪਣੇ ਕਲਾ ਦੇ ਜ਼ੋਰ ਦਿਖਾਏ ਕਿ ਭਾਈ ਇੱਥੋਂ ਭੱਜੋ, ਨਲਕੇ 'ਚ ਪਾਣੀ ਨਹੀਂ ਆਉਂਦਾ, ਨਿਆਣੇ ਨਿੱਕੇ ਬਿਮਾਰ ਰਹਿੰਦੇ ਆ, ਸਕੂਲੇ ਮਾਸਟਰ ਕੋਈ ਨਹੀਂ, ਤੁਹਾਡਾ 500 ਰੁਪਈਆ ਲੈ ਕੇ ਅਸੀਂ ਵੋਟ ਨਹੀਂ ਪਾਉਣੀ। ਜਾਣੀ ਹਾਲਾਤ ਇੱਥੇ ਤੱਕ ਆ ਗਏ। ਤੇ ਦੂਸਰੀ ਗੱਲ ਨਹੀਂ, ਪਰ ਇਹ ਗੱਲ ਉਹਨਾਂ ਨੇ ਵਧੀਆ ਕੀਤੀ, ਕਿਉਂਕਿ ਸਵਾਲ ਪੁੱਛਣਾ ਚਾਹੀਦਾ ਨਾ। ਜਿਹੜਾ ਬੰਦਾ ਫੀਸ ਦੇਣ ਆਉਂਦਾ ਜੀ, ਉਹਨੂੰ ਜ਼ਰੂਰ ਕਿਹਾ ਜਾਵੇ ਵੀ ਵੀਰ ਤੂੰ ਆ ਗਿਆ। ਭੈਣ ਜੀ ਹੁਣੀ ਦਿੰਦੇ ਨੇ, ਭੈਣ ਜੀ ਹੁਣੀ ਆਪ ਆਉਂਦੇ ਨੇ। ਅੱਛਾ ਚਲੋ ਚੱਲ ਕੇ ਭੈਣ ਜੀ ਤੁਸੀਂ ਆਏ ਹੋ ਪੈਸੇ ਦੇਣ। ਹੁਣ ਸਵਾਲ ਇਹ ਆ ਵੀ ਭੈਣ ਜੀ ਤੁਹਾਨੂੰ ਵੀ ਪਤਾ ਵੀ ਸੁੱਖ ਨਾਲ ਜੇ ਕਾਕੇ ਦੀ ਫੀਸ ਦੇਣੀ ਆ ਤੇ 500 ਤੇ ਹੈ ਨਹੀਂ ਰੁਪਈਆ, ਵੀ ਅਗਲੇ 1200 ਮੰਗਦੇ, ਤੇ ਜੇ ਵੈਨ ਲਵਾਉਣੀ ਹੋਵੇ ਤੇ 250-300 ਦਾ ਵੀ ਹੈਗਾ, 1500 ਨੂੰ ਪਹੁੰਚ ਜਾਂਦਾ। ਉਹਦੇ ਬੂਟ ਵੀ ਤੋੜ ਲੈਂਦਾ, ਫਿਰ ਉਹਨੂੰ ਝੱਗਾ ਚੁੰਨੀ ਵੀ ਕੋਈ ਲੈ ਕੇ ਦੇਣੀ ਪੈਂਦੀ ਹੈ, ਨਾਲ ਬੈਗ ਵੀ, ਫਿਰ ਕਾਪੀਆਂ ਕਿਤਾਬਾਂ ਹੋਰ ਖਰਚੇ ਪਾ ਕੇ 2000 ਨੂੰ ਕਾਕਾ ਇੱਕ ਪੈਂਦਾ, ਸੁੱਖ ਨਾਲ 3 ਆਪਣੇ। ਫਿਰ ਉਹ ਤੋਂ ਬਾਅਦ ਨਹੀਂ ਇਹ ਵੀ ਕਹਿ ਦੇਵੇ ਨਾ, ਨਾਲੇ ਇਹਦੇ ਭਾਪੇ ਨੂੰ ਆਤਾ ਸਾਲ ਦੇ ਇਕੱਠੇ ਜਮ੍ਹਾਂ ਕਰਾਉਂਦਾ। ਆਹੋ, ਇਹ ਗੱਲ ਇਹ ਆ ਵੀ ਇਹ ਤੁਸੀਂ 1 ਮਹੀਨੇ ਦੀ ਗੱਲ ਕਰਦੇ ਹੋ, 12 ਮਹੀਨੇ ਹੁੰਦੇ ਆ, ਕਿਉਂਕਿ ਛੁੱਟੀਆਂ ਦੀ ਫੀਸ ਵੀ ਅਗਲੇ ਲੈਂਦੇ ਪਹਿਲਾਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। 12 ਮਹੀਨੇ ਹੋ ਗਏ ਤੇ ਤੁਸੀਂ ਇਹ ਵਾਲੇ ਜਿਹੜੇ 500 ਹੈ ਇਹ ਜਾ ਕੇ 2027 'ਚ ਦੁਬਾਰਾ ਦੇਣੇ ਆ, ਤੇ 5 ਸਾਲਾਂ ਦੇ ਹਿਸਾਬ ਤੁਸੀਂ 60 ਮਹੀਨਿਆਂ ਦੀ ਫੀਸ ਲਾਓ ਤੇ ਉਸ ਹਿਸਾਬ ਨਾਲ ਗੱਲ ਕਰੋ ਜੇ ਇਦਾਂ ਹੀ ਕਰਨੀ ਆ ਤੇ ਵੋਟਾਂ ਤੁਹਾਡੀਆਂ। ਹਾਂ, ਤੁਸੀਂ ਇੰਨਾ ਕੁ ਖਰਚਾ ਚੱਕੋ, ਵੋਟਾਂ ਤੁਹਾਡੀਆਂ ਇਦਾਂ ਹੀ। ਆਪ ਦੇਖੋ ਨਾ, ਕਾਰਨ ਹੈ ਵੀ ਜੇ ਆਪਾਂ ਮੰਨ ਲਓ ਵੀ 1000 ਰੁਪਈਆ ਵੀ ਲਾ ਲਈਏ ਮਹੀਨੇ ਦਾ, ਤੇ ਬਾਹਰੋਂ 60,000 ਫੀਸ ਬਣਦੀ 5 ਸਾਲਾਂ ਦੀ, ਇੱਕ ਨਿਆਣੇ ਦੀ। ਹਾਂ, ਇੱਕ ਨਿਆਣੇ ਦੀ। ਉਹ ਵੀ ਸਿਰਫ 1000 ਰੁਪਈਏ ਦੇ ਹਿਸਾਬ ਨਾਲ। ਜੇ ਮੰਨ ਲਓ 1500 1200 2000 ਹੋ ਗਈ ਤੇ ਫਿਰ ਤੁਸੀਂ 1,20,000 ਹੋ ਗਈ। ਹੁਣ 1,20,000 ਇੱਕ ਨਿਆਣੇ ਦੀ ਫੀਸ ਹੈ। ਜੇ ਇੱਦਾਂ ਵੋਟਾਂ ਲੈਣੀਆਂ ਤੇ ਉਹ ਤਾਂ ਦੇਣੀ ਪੈ ਰਹੀ ਹੈ ਕਿਉਂਕਿ ਸਰਕਾਰੀ ਸਕੂਲ ਜਾਂ ਜਿਹੜੇ ਆਮ ਸਸਤੀ ਪੜ੍ਹਾਈ ਵਾਲਾ ਕੰਮ ਪਿਛਲੇ ਸਮੇਂ ਸਰਕਾਰਾਂ ਨੇ ਨਹੀਂ ਕੀਤਾ। ਇੱਕ ਹੋਰ ਵੀ ਇੱਥੇ ਗੱਲ ਹੈ, ਉਹਨਾਂ ਨੂੰ ਬਿਲਕੁਲ ਜਾਣੀ ਡਿਸਕਾਊਂਟ ਪੈਕੇਜ ਦੇ ਰਹੇ ਆ ਜਿਹੜੇ ਵੋਟਾਂ ਖਰੀਦਣ ਆਉਂਦੇ ਆ। ਨਾ ਨਿਆਣੇ ਦੀ ਬਿਮਾਰੀ ਠਮਾਰੀ ਦਾ ਕੋਈ ਰੁਪਈਆ ਲਾਇਆ, ਨਾ ਜੀ ਨਾ ਕੋਈ ਖਿਡੌਣੇ ਦਾ ਰੁਪਈਆ ਲਾਇਆ, ਨਾ ਮੇਲੇ ਜਾ ਕੇ ਜਿਹੜੀਆਂ ਉਹਨੇ ਜਲੇਬੀਆਂ ਖਾਣੀਆਂ ਜਾਂ ਲਲਮਲੀ ਖਾਣੀਆਂ, ਨਾ ਉਹਦਾ ਕੋਈ ਰੁਪਈਆ ਲਾਇਆ। ਵਾਂਡੇ ਵਾਲੇ ਸੂਟ ਨਹੀਂ ਲਾਏ, ਬਿਲਕੁਲ ਹੀ ਨਹੀਂ ਲਾਏ। ਅਜੇ ਤਾਂ ਪਤੰਗ ਦੇ, ਡੋਰ ਦੇ ਕੋਈ ਰੁਪਈਆ ਨਹੀਂ ਲਾਇਆ। ਜਾਣੀ ਕਿ ਖਰੀਦ ਕੀਮਤ ਜਿਹੜੀ ਸੀ ਨਾ, ਜਦੋਂ ਸੂਟ ਵਾਲੇ ਕਹਿੰਦੇ ਹੁੰਦੇ ਆ ਇੰਨੇ ਦਾ ਤਾਂ ਭੈਣ ਜੀ ਆਇਆ ਹੀ, ਲੱਗੇ ਭਾਅ ਹੀ ਦੇਣਾ। ਇੱਕ ਗੱਲ ਹੋਰ ਸੰਧਾਲੀਆ ਸਾਹਿਬ, ਕਈ ਪਿੰਡਾਂ ਦੇ ਵਿੱਚੋਂ ਸੁਨੇਹੇ ਆਏ ਰਾਤੀ ਵੀ, ਅੱਧੀ ਰਾਤ ਨੂੰ ਘੰਟੀ ਖੜਕੀ, ਮੈਂ ਕਿਹਾ ਵੀ ਪਤਾ ਨਹੀਂ ਸੁੱਖ ਹੋਵੇ, ਮਹਾਰਾਜ ਸੁੱਖ ਰੱਖੇ, ਇੱਦਾਂ ਹੀ ਹੁੰਦਾ ਨਾ। ਉਹ ਕਹਿੰਦੇ ਜੀ ਸਾਡੇ ਪਿੰਡ ਤਾਂ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਵੋਟਾਂ ਇੱਦਾਂ ਨਾ ਪਾਇਓ, ਕੰਮ ਦੂਜਾ ਹੋ ਗਿਆ। ਉਹ ਕਹਿੰਦੇ ਜੀ ਸਾਨੂੰ ਇਹ ਵੀ ਕਹੀ ਜਾਂਦੇ ਆ ਕਿ ਭਾਈ ਤੁਹਾਡਾ ਹਿਸਾਬ ਕਿਤਾਬ ਰੱਖਾਂਗੇ, ਨਾਲੇ ਵੀ ਕਹਿੰਦੇ ਸਾਨੂੰ ਪਤਾ ਲੱਗ ਜਾਣਾ ਵੋਟ ਕਿਹਨੂੰ ਪਾਈ ਆ, ਅਸੀਂ ਕਢਾ ਲੈਣਾ ਹੀ। ਅਸੀਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵੋਟ ਜਦੋਂ ਨੀਲੇ ਪਰਦੇ ਦੇ ਅੰਦਰ, ਜਾਂ ਅੱਜ ਕੱਲ੍ਹ ਉਹ ਡੱਬਾ ਜਿਹਾ ਸਿਲਵਰ ਕਲਰ ਦਾ ਹੁੰਦਾ ਜਿਹੜਾ ਪਲਾਸਟਿਕ ਚਾਹੀਦਾ, ਉਹਦੇ ਅੰਦਰ ਜਾ ਕੇ ਤੁਸੀਂ ਜਦੋਂ EVM ਮਸ਼ੀਨ ਦਾ ਬਟਨ ਦੱਬ ਦਿੰਦੇ ਹੋ ਨਾ, ਉਹ ਤੋਂ ਬਾਅਦ ਕਿਸੇ ਦੇ ਮਾਈ ਦੇ ਲਾਲ ਦੇ ਵਿੱਚ ਹਿੰਮਤ ਨਹੀਂ, ਜ਼ਰੂਰਤ ਨਹੀਂ ਕਿ ਤੁਹਾਡੀ ਵੋਟ ਦਾ ਪਤਾ ਲੱਗ ਜਾਵੇ ਕਿ ਤੁਸੀਂ ਕਿਹਨੂੰ ਵੋਟ ਪਾਈ ਹੈ। ਉਹ ਲਿਫਾਫੇ ਛੱਡੀ ਜਾਣ ਵੱਖਰੀ ਗੱਲ ਹੈ, ਤੇ ਇਹ ਗੱਲ ਮੈਂ ਨਹੀਂ ਕਹਿੰਦਾ। ਆ ਜਿੱਦਾਂ ਹੀ ਆਪਣਾ ਪ੍ਰੋਗਰਾਮ ਮੁੱਕਣਾ, ਜਿਹੜੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ, ਜਿਹੜੇ ਇਸ ਵੇਲੇ ਮੁੱਖ ਮੰਤਰੀ ਤੋਂ ਵੀ ਵੱਧ ਤਾਕਤ ਰੱਖਦੇ ਆ, ਜਿਨ੍ਹਾਂ ਨੇ ਸਾਰੇ ਪ੍ਰਬੰਧ ਕੀਤੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ। ਇਸ ਪ੍ਰੋਗਰਾਮ ਤੋਂ ਤੁਰੰਤ ਬਾਅਦ YouTube ਦੇ ਉੱਤੇ ਉਹ ਪ੍ਰੋਗਰਾਮ ਵੀ ਆ ਜਾਣਾ, ਗਰੰਟੀ ਉਹ ਦਿੰਦੇ ਆ। ਨਹੀਂ ਬਿਲਕੁਲ ਵੇਖ ਲਿਓ, ਨਾਲ VVPAT ਮਸ਼ੀਨਾਂ ਵੀ ਲੱਗਣੀਆਂ ਨੇ,
ਤੇ ਇਹ ਵੀ ਜ਼ਰੂਰ ਜੇ ਤੁਹਾਡੇ ਸਾਰਿਆਂ ਤੇ ਨਹੀਂ ਲੱਗੀਆਂ ਹੋਣੀਆਂ ਪਰ ਜਿਹੜੇ ਵੀ ਬੂਥ ਤੇ ਹੋਵੇ ਜੀ ਤੁਸੀਂ ਉਹ ਜ਼ਰੂਰ ਦੇਖਿਓ ਵੀ ਜਦੋਂ ਤੁਸੀਂ ਬਟਨ ਦੱਬਿਆ ਤੇ ਜਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਈ ਉਹ ਪਰਚੀ ਜਿਹੜੀ ਸ਼ੋ ਹੋਈ ਉਸੇ ਦੀ ਹੋਈ ਜੀ। ਜੇ ਨਹੀਂ ਹੋਈ ਤੇ ਰੌਲਾ ਉਦੋਂ ਵੀ ਪਾ ਸਕਦੇ ਤੁਸੀਂ। ਇੱਕ ਹੋਰ ਚੀਜ਼ ਵੀ ਹੈ, ਅੱਜ ਅਸੀਂ ਇੱਧਰਲੇ ਪਾਸੇ ਨੂੰ ਤਾਂ ਲੈ ਤੁਰੇ ਆ ਕਿਉਂਕਿ ਲੋਕ ਸੌਖੇ ਵੀ ਕਰਨੇ ਆ ਨਾ। ਸੌਖੇ ਇਦਾਂ ਕਰਨੇ ਆ, ਕਈ ਕਹਿੰਦੇ ਹੁੰਦੇ ਆ ਜੀ ਫੋਟੋ ਖਿੱਚ ਕੇ ਲਿਆਓ, ਫੋਟੋ ਤੁਸੀਂ ਕਿਹਨੂੰ ਦੱਬੀ ਐਂ ਕਰਕੇ। ਉਹਨਾਂ ਨੂੰ ਦੱਸ ਦਿਓ ਕਿ 2019 ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਇੱਕ ਦੋ ਬੰਦਿਆਂ ਨੇ ਇਦਾਂ ਕੀਤਾ ਸੀ ਕਿ ਉੱਥੋਂ ਅੰਦਰੋਂ ਫੋਟੋ ਖਿੱਚ ਕੇ ਲੈ ਆਓ ਤਾਂ ਜੋ ਉਹਨਾਂ ਨੂੰ ਗਰੰਟੀ ਹੋ ਜਵੇ ਕਿ ਵੋਟ ਤਾਂ ਉਹਨਾਂ ਨੂੰ ਪਾਈ ਹੈ। ਉਹਨਾਂ ਦੇ ਉੱਤੇ ਪਰਚੇ ਹੋਏ ਸੀ, ਪਰਚੇ। ਤੇ ਇਹ ਵੀ ਮੈਂ ਨਹੀਂ ਕਹਿੰਦਾ, ਇਹ ਵੀ ਮੁੱਖ ਚੋਣ ਅਧਿਕਾਰੀ ਕਹਿੰਦੇ ਆ ਕਿ ਮੈਂ ਉਦੋਂ ਵੀ ਮੁੱਖ ਚੋਣ ਅਧਿਕਾਰੀ ਸੀ ਤੇ ਪਰਚੇ ਮੈਂ ਆਪ ਕਰਾਏ ਆ, ਇਸ ਕਰਕੇ ਬਿਲਕੁਲ ਗੈਰ ਕਾਨੂੰਨੀ ਹੈ। ਜੇ ਕੋਈ ਕਹਿੰਦਾ ਤੁਹਾਨੂੰ ਉਹਦੇ ਦੱਸ ਦਿਓ ਨਹੀਂ ਜੀ ਪਰਚੇ ਹੋਏ ਆ, ਨਹੀਂ ਤਾਂ ਅਗਲੀ ਜਿਹੜੀ ਆਪਾਂ ਇੰਟਰਵਿਊ ਚਲਾਉਣੀ ਆ ਉਹ ਸਾਂਭ ਕੇ ਰੱਖ ਲਿਓ, ਅਗਲੇ ਨੂੰ ਸੁਣਾ ਦਿਓ ਬਸ। ਸੋ ਇਹ ਬੜਾ ਜ਼ਰੂਰੀ ਹੈ। ਮਤਲਬ ਕਹਿਣ ਤੇ ਇਹ ਇੱਕ ਨਾ ਫਿਰ ਦੱਸ ਦਈਏ ਵੀ ਤੁਸੀਂ ਬਟਨ ਦੱਬਣ ਦੀ ਜਦੋਂ ਗੱਲ ਕਰਨੀ ਅੰਦਰ ਜਾ ਕੇ, ਉਹ ਕਿਸੇ ਨੂੰ ਨਹੀਂ ਪਤਾ, ਉਹ ਤੁਹਾਡਾ ਗੁਪਤ ਅਧਿਕਾਰ ਹੈ ਜੀ। ਜੇ ਕੋ ਆਖੇ ਫੋਟੋ ਖਿੱਚ ਕੇ ਲਿਆਉਣੀ ਹੈ ਤੇ ਉਹ ਤੁਸੀਂ ਖਿੱਚ ਨਹੀਂ ਸਕਦੇ ਕਿਉਂਕਿ ਕਾਨੂੰਨੀ ਤੌਰ ਤੇ ਅਪਰਾਧ ਹੈ ਨਾ। ਬਿਲਕੁਲ। ਤੇ ਕੋਈ ਬੰਦਾ ਤੁਹਾਨੂੰ ਪੈਸੇ ਨਹੀਂ ਦੇ ਸਕਦਾ, ਕਿਸੇ ਦੀ ਹਿੰਮਤ ਨਹੀਂ। ਹਾਂ, ਕਈ ਵਾਰੀ ਤੁਸੀਂ ਕਰਜ਼ਾ ਚੱਕਿਆ ਹੁੰਦਾ, ਕਈ ਵਾਰੀ ਕੋਈ ਹੋਰ ਗੱਲ ਹੁੰਦੀ ਹੈ, ਕਈ ਵਾਰੀ ਅਗਲਾ ਧਮਕੀਆਂ ਦਿੰਦਾ ਹੁੰਦਾ ਕਿ ਤੁਹਾਨੂੰ ਆਸ ਚੀਜ਼ 'ਚ ਫਸਾ ਦਿਆਂਗੇ, ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਬਿਲਕੁਲ ਕਿਸੇ ਨੂੰ ਮਨਾ ਕਰਨ ਦੀ ਲੋੜ ਨਹੀਂ। ਹਾਂ, ਉਦੋਂ ਉਹਨਾਂ ਦੀ ਸੁਣਨੀ ਆ, ਪਰ ਜਦੋਂ ਜਾ ਕੇ ਅੰਦਰ ਵੋਟ ਪਾਉਣੀ ਹੈ ਉਦੋਂ ਆਪਣੇ ਦਿਮਾਗ ਦੀ, ਬੁੱਧੀ ਤੇ ਵਿਵੇਕ ਦੀ ਸੁਣਨੀ, ਬਸ ਇੰਨਾ ਕੁ ਮਸਲਾ। ਦੇਖੋ 5 ਸਾਲ ਨੇ ਤੇ 1 ਸਕਿੰਟ ਹਿੱਸੇ ਆਉਂਦਾ 1 ਸਾਲ ਦੇ ਜੀ। ਸਿਰਫ 5 ਸਕਿੰਟ ਧਿਆਨ ਧਰਨਾ ਆਪਣਾ, ਆਪਣੇ ਨਿਆਣਿਆਂ ਦਾ, ਉਹਨਾਂ ਦੇ ਭਵਿੱਖ ਦਾ, ਤੇ ਫਿਰ ਇਹ ਸੋਚਣਾ ਵੀ ਜੋ ਮੈਂ ਫੈਸਲਾ ਕਰਨ ਲੱਗਾ ਜਾਂ ਕਰਨ ਲੱਗੀ ਹਾਂ, ਕਿਉਂਕਿ ਤੁਸੀਂ ਆਪੇ ਕਿਹਾ ਵੀ ਹੁਣ ਭੈਣ ਜੀ ਹੁਣਾਂ ਨੇ ਸਰਕਾਰ ਬਣਾਉਣੀ, ਉਦੋਂ ਜ਼ਰੂਰ ਸੋਚਿਓ ਵੀ ਅੱਜ ਦੇ 500 ਨਾਲ ਜਾਂ 200 ਨਾਲ ਜਾਂ 250 ਨਾਲ ਜਾਂ ਅੱਧੀ ਪੌਣੀ ਦੇ ਨਾਲ 5 ਸਾਲ ਲੰਘ ਜਾਣਗੇ, 2027 ਬੜੀ ਦੂਰ ਹੈ। ਤੇ ਜਾਂ ਜੇ ਮੈਂ ਬਟਨਾਂ 'ਚ ਸਹੀ ਦੱਬਤਾ ਤੇ ਫਿਰ ਸ਼ਾਇਦ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਸਾਰੀਆਂ ਧਿਰਾਂ ਕਹੀ ਜਾਂਦੀਆਂ 1000 ਰੁਪਈਆ ਦੇਾਂਗੇ, 2000 ਰੁਪਈਆ ਦੇਾਂਗੇ, 2100 ਦੇਾਂਗੇ। ਬਿਲਕੁਲ ਪੰਜਾਬ ਦੇ ਮਸਲਿਆਂ ਤੇ ਧਿਆਨ ਦਿਓ, ਕਿਉਂਕਿ 2000 ਜਾਂ 1000 ਰੁਪਈਏ ਦਾ ਜੇ ਸੂਟ ਆ ਵੀ ਜਾਵੇ, ਸੰਧਾਲੀਆ ਸਾਹਿਬ ਤੁਹਾਨੂੰ ਵੱਧ ਪਤਾ ਹੀ, ਨਾਲ ਬਾਕੀ ਚੀਜ਼ਾਂ ਜਿਹੜੀਆਂ ਮੈਚਿੰਗ ਪਾਉਣੀਆਂ ਹੁੰਦੀਆਂ ਉਹ ਤੁਹਾਨੂੰ ਆਉਂਦੀਆਂ। ਦੱਸੋ ਆਉਂਦੀਆਂ ਕਿ ਨਹੀਂ ਆਉਂਦੀਆਂ? ਮੇਰਾ ਤਜਰਬਾ ਨਹੀਂ ਹੈਗਾ। ਨਹੀਂ, ਤੁਹਾਡਾ ਹੀ ਤਜਰਬਾ ਸਾਰਾ, ਹੋਰ ਮੈਨੂੰ ਕਿੱਥੋਂ ਪਤਾ ਲੱਗਦਾ? ਤੁਸੀਂ ਕਰਦੇ ਰਹਿੰਦੇ ਗੱਲਾਂ ਮੇਰੇ ਨਾਲ ਇਦਾਂ ਦੀਆਂ। ਆਪੇ ਹੀ ਬੰਦਾ ਫੜਿਆ ਜਾਂਦਾ, ਚਲੋ ਹੁਣ ਮੇਰਾ ਨਾਂ ਲੈ ਕੇ ਚਲੋ ਕਰ ਲਓ। ਅੱਛਾ, ਪਰ ਇੱਕ ਗੱਲ ਹੈ ਵਾਟ ਸਾਹਿਬ, ਇਹ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਵੀ ਜਿਹੜਾ 1100 2000 ਜੋ ਵੀ ਕਿਹਾ ਗਿਆ, ਕਿਸੇ ਨੇ ਮੈਨੀਫੈਸਟੋ ਜਾਰੀ ਕੀਤਾ, ਕਿਸੇ ਨੇ ਜੇ ਨਹੀਂ ਕੀਤਾ, ਇੱਕ ਅੱਧੇ ਦਿਨ ਤੱਕ ਜੇ ਕੋਈ ਜਾਂਦਾ ਆ ਕੇ ਵੀ ਚੱਲ ਫਾਰਮੈਲਿਟੀ ਕਰ ਦਿੰਦੇ ਤੇ ਕਰ ਵੀ ਦੇਣ ਭਾਵੇਂ, ਉਹਦੇ 'ਚ ਯਾਦ ਜ਼ਰੂਰ ਰੱਖਣ ਵੀ ਆ ਪਿਛਲੇ ਲੰਘੇ 5 ਸਾਲ 2017 'ਚ ਹਰੇਕ ਪਿੰਡ 'ਚ ਮੇਰੇ ਖਿਆਲ ਨਾਲ ਉਹ ਗਰੀਬ ਧੀਆਂ ਦੇ ਵਿਆਹ ਤੇ ਹੋਏ ਹੋਣੇ ਆ, ਜਿਨ੍ਹਾਂ ਦਾ ਹੱਕ ਬਣਦਾ ਸੀ, ਉਹ 51000 ਸ਼ਗਨ ਵਾਲਾ ਕਿੰਨਿਆਂ ਕੁ ਨੂੰ ਮਿਲੇ ਨੇ ਤੁਸੀਂ ਪੁੱਛ ਲਿਓ। ਜਾਂ ਫਿਰ ਬਜ਼ੁਰਗ ਤੇ ਹਰੇਕ ਘਰੇ ਹੋਣਾ ਹੀ ਆ, ਉਹਦੀ ਉਹ ਪੈਨਸ਼ਨ ਵਾਲੀ ਕਾਪੀ ਹੋ ਸਕਦਾ ਤੁਸੀਂ ਗਵਾ ਹੀ ਲਈ ਹੋਵੇ, ਕਿਉਂਕਿ ਜਦੋਂ ਵਰਤੀ ਨਹੀਂ ਕਿਤੇ, ਉਹਦੇ 'ਚ ਕਿੰਨੀਆਂ ਕੁ ਐਂਟਰੀਆਂ ਹੋਈਆਂ। ਜਾਂ ਜਿਹੜਾ ਕੋਈ ਜਵਾਕ ਇੱਧਰ ਉੱਧਰ ਕਿਤੇ ਬੇਰੁਜ਼ਗਾਰ ਵਿਚਾਰਾ ਤੁਰਿਆ ਫਿਰਦਾ, ਉਹਨੂੰ ਪੁੱਛ ਲਓ ਵੀ ਲਿਆ ਵੀ ਤੇਰੇ ਬੇਰੁਜ਼ਗਾਰੀ ਭੱਤੇ ਦੇ ਕਿੰਨੇ ਇਕੱਠੇ ਹੋਏ ਆ। ਜੇ ਉਹ ਪਿਛਲੇ 5 ਸਾਲਾਂ 'ਚ ਮਿਲੇ ਆ ਤੇ ਗਾਂ ਆਪਾਂ ਆਸ ਰੱਖ ਲੈਣੇ ਵੀ ਇਹ ਵੀ ਮਿਲਣਗੇ। ਨਹੀਂ, ਸੰਧਾਲੀਆ ਸਾਹਿਬ ਐਤਕੀ ਲੋਕ ਬਹੁਤ ਸਿਆਣੇ ਨੇ। ਪੰਜਾਬ ਦਾ ਇੱਕ ਸੁਲੱਖਣਾ ਪਿੰਡ ਹੈ, ਜ਼ਿਲ੍ਹਾ ਫਰੀਦਕੋਟ ਹੈ, ਪਿੰਡ ਦਾ ਨਾਂ ਹੈ ਦੀਪ ਸਿੰਘ ਵਾਲਾ। ਇਹ ਪਿੰਡ ਜਿਹੜਾ ਵੱਡਾ ਬਹੁਤ ਹੈ, ਜ਼ਿਲ੍ਹੇ ਦਾ ਤੀਸਰਾ ਵੱਡਾ ਪਿੰਡ ਹੈ। ਉਹ ਪਿੰਡ ਦੇ ਵਿੱਚ ਲੋਕ ਬੜੇ ਸਤਿਕਾਰ ਦੇ ਨਾਲ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ, ਪਰ ਕਹਿੰਦੇ ਉਹਨਾਂ ਨੇ ਕੋਈ ਉਮੀਦਵਾਰ ਐਤਕੀ ਸੁੱਕਾ ਨਹੀਂ ਜਾਣ ਦਿੱਤਾ। ਜਿਹੜਾ ਆਉਂਦਾ ਉਹਦੇ ਹਿਸਾਬ ਦੇ ਪ੍ਰਸ਼ਨ ਪੱਤਰ ਤਿਆਰ ਕੀਤੇ ਆ, ਉਹਨੂੰ ਸੱਦਦੇ ਆ, ਪਾਣੀ ਪਿਆਉਂਦੇ ਆ, ਫਿਰ ਚਾਹ ਧਰ ਦਿੰਦੇ ਆ, ਬਿਸਕੁਟ ਦੀ ਪਲੇਟ ਮੂਹਰੇ ਰੱਖ ਦਿੰਦੇ ਆ। ਅਗਲੇ ਨੂੰ ਆਸ ਹੋ ਜਾਂਦੀ ਹੈ ਕਿ ਚੁੱਲ੍ਹੇ 'ਚ ਧੂੰਆਂ ਨਿਕਲਦਾ ਹੀ, ਬਿਸਕੁਟ ਮੂਹਰੇ ਆ ਗਏ ਆ, ਕੱਪਾਂ ਦੇ ਵਿੱਚ ਪਾਣੀ ਫੇਰ ਕੇ ਰਸੋਈ ਨੂੰ ਬੀਬੀਆਂ ਲੈ ਗਈਆਂ, ਕਹਿੰਦੇ ਚਾਹ ਬਣਦੀ ਆ, ਮਾੜੇ ਆ 5-7 ਸਵਾਲਾਂ ਦੇ ਜਵਾਬ ਦਿਓ। ਤੁਸੀਂ ਦੇਖ ਲਓ ਕਿ ਜੇ ਪੰਜਾਬ ਦਾ ਇੱਕ ਐਸਾ ਪਿੰਡ ਹੈ ਜਿੱਥੇ ਸਾਰੇ ਉਮੀਦਵਾਰਾਂ ਨੂੰ ਸੱਭਿਅਕ ਢੰਗ ਦੀ, ਸੱਭਿਅਕ ਭਾਸ਼ਾ ਦੇ ਵਿੱਚ ਸਵਾਲ ਪੁੱਛੇ ਗਏ ਆ। ਇਹ 2027 ਦੀਆਂ ਚੋਣਾਂ ਤੱਕ ਸਾਰੇ ਹੀ ਪੰਜਾਬ 'ਚ ਹੋਣਾ। ਐਤਕੀ ਦੀਆਂ ਚੋਣਾਂ ਨੇ ਜਿਹੜਾ ਨੀਂਹ ਪੱਥਰ ਰੱਖਿਆ ਨਾ, ਅਗਲੀ ਵਾਰੀ ਇਮਾਰਤ ਦੇਖਿਓ ਕਿੰਨੀ ਸੋਹਣੀ ਉਸਰਨੀ ਹੈ। ਹਾਂਜੀ, ਹੋ ਜੇ ਤੇ ਚੰਗੀ ਗੱਲ ਹੈ। ਬਾਕੀ ਐਤਕੀ ਦੇ ਵਾਕਈ ਹਰ ਥਾਂ ਤੋਂ ਆਵਾਜ਼ ਪਤਾ ਕੀ ਆਉਂਦੀ ਹੈ, ਉਹ ਕਹਿੰਦੇ ਯਾਰ ਝੰਡਾ ਲਾਇਆ, ਕਹਿੰਦੇ ਝੰਡਾ ਹੀ ਲਾਇਆ। ਨਹੀਂ ਤੁਸੀਂ ਤੇ ਕਹਿੰਦੇ ਆਪਾਂ ਫਲਾਣੇ ਦੇ ਨਾਲ, ਉਹ ਕੋਈ ਨਹੀਂ ਦੱਸਾਂਗੇ। ਚਲੋ ਝੰਡਾ ਤੇ ਉਹਨਾਂ ਦਾ ਲਾਇਆ, ਤੇ ਉੱਦਾਂ ਫਿਰ ਹੈ ਨਾ ਗੱਲ, ਕਾਲੀ ਕਾਦੀ ਆ 20 ਆਈ ਖੜੀ ਆ। ਜਿਹੜਾ ਇਸ ਵਕਤ ਕੰਮ ਹੈ ਨਾ, ਉਹਦਾ ਕਰਕੇ ਇਸ ਵਕਤ ਲੀਡਰ ਸਾਹਿਬਾਨਾਂ ਦਾ ਬੜਾ ਮੰਦਾ ਲੱਗਾ ਪਿਆ। ਉਹ ਕਹਿੰਦੇ ਪਹਿਲਾਂ ਤਾਂ ਪਤਾ ਲੱਗ ਜਾਂਦਾ ਵੀ ਲੈ ਵੀ ਜੇ ਝੰਡੀ ਲਾਈ ਤੇ ਆਪਣਾ ਹੀ ਬੰਦਾ, ਜਾਂ ਜੇ ਅਗਲਾ ਮੂੰਹੋਂ ਕਹਿੰਦਾ ਵੀ ਕੋਈ ਨਹੀਂ ਖੜੇ ਆ ਕਿ ਸ਼ਾਇਦ ਖਲੋਤਾ ਰਵੇ। ਐਤਕੀ ਨਾ ਅਗਲਾ ਝੰਡੀ ਲਾ ਕੇ, ਨਾ ਮੂੰਹੋਂ ਬੋਲ ਕੇ, ਗਰੰਟੀ ਤਾਂ ਵੀ ਨਹੀਂ ਦਿੰਦਾ। ਉਹ ਕਹਿੰਦਾ ਭਾਈ ਸਾਹਿਬ ਜਿੱਦਾਂ ਤੁਹਾਡੇ ਵਾਅਦਿਆਂ ਦੀ ਗਰੰਟੀ ਕੋਈ ਨਹੀਂ, ਇੱਦਾਂ ਮੇਰੇ ਬੋਲਾਂ ਦੀ ਵੀ ਕੋਈ ਗਰੰਟੀ ਨਹੀਂ ਵੀ 20 ਨੂੰ ਅੰਦਰ ਜਾ ਕੇ ਪੜਦੇ ਤੇ ਮੈਂ ਕਿਹਦੀ ਟੀਂ ਕਰਾਉਣੀ ਆ। ਨਹੀਂ, ਬੜਾ ਅਜੀਬ ਕੰਮ ਜਿਹਾ ਹੋਇਆ ਪਿਆ। ਸੰਧਾਲੀਆ ਸਾਹਿਬ, ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ,
ਇਸ ਕਰਕੇ ਬਹੁਤ ਜ਼ਿਆਦਾ ਰੌਚਕ ਜਿਹਾ ਮੁਕਾਬਲਾ ਹੋ ਜਾਂਦਾ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਉੱਥੇ ਖੜੇ ਆ। ਉਹ ਕਦੇ ਕਿਸੇ ਤੇ ਵੱਡਾ ਦੋਸ਼ ਨਹੀਂ ਲਾਉਂਦੇ, ਕਦੇ ਤੱਤਾ ਹੋ ਕੇ ਨਹੀਂ ਬੋਲਦੇ, ਜਿੱਥੇ ਜਾਂਦੇ ਇੱਕ ਦਾ ਸ਼ੇਰ ਜ਼ਰੂਰ ਪੜ੍ਹਦੇ ਆ। ਉਹਨਾਂ ਦੀ ਭਾਸ਼ਾ ਆਪਣੇ ਆਪ ਦੇ ਵਿੱਚ ਕਮਾਲ ਹੈ। ਉਹ ਇੱਕ ਐਸਾ ਵਿਧਾਨ ਸਭਾ ਹਲਕਾ ਜਿੱਥੇ ਮੁਲਾਜ਼ਮਾਂ ਦਾ ਇੱਕ ਵਰਗ ਜਿਹੜਾ ਉਹ ਆਪ ਦਾ ਟੈਂਪੂ ਉੱਥੇ ਭਜਾਈ ਫਿਰਦਾ ਹੀ, ਤੇ ਉਹ ਕਹੀ ਜਾਂਦੇ ਜਿਹਨੂੰ ਮਰਜ਼ੀ ਪਾ ਦਿਓ, ਫਲਾਨਿਆਂ ਨੂੰ ਨਾ ਪਾਇਓ। ਉਹੀ ਇੱਕ ਐਸਾ ਹਲਕਾ ਜਿੱਥੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਸਾਹਿਬ, ਉਹਨਾਂ ਨੇ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਹਾਜ਼ਰੀ ਕਹਿੰਦਾ, ਬਾਦਲ ਸਾਹਿਬ ਤੁਸੀਂ ਦੱਸ ਕੇ ਜਾਓ, ਆ ਮੈਨੂੰ ਮੇਰੇ ਹੀ ਬੰਦੇ ਕਹੀ ਜਾਂਦੇ ਆ ਕੌਣ ਕਿਹਦੇ ਨਾਲ ਰਲਿਆ। ਜਾਣੀ ਕਮਾਲ ਹੋ ਗਈ ਸੀ। ਉਸੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਗਰੂਪ ਸਿੰਘ ਗਿੱਲ। ਉਹ ਪਹਿਲਾਂ ਭਾਵੇਂ ਕਿਸੇ ਹੋਰ ਸਿਆਸੀ ਪਾਰਟੀ 'ਚ ਹੁੰਦੇ ਸੀ, ਇੱਕਦਮ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ, ਵੱਡੇ ਵੱਡੇ ਲੀਡਰਾਂ ਦੇ ਹੱਕ 'ਚ ਪ੍ਰਚਾਰ ਕਰਨ ਗਏ। ਪਤਾ ਲੱਗਾ ਕਿ ਜਗਰੂਪ ਗਿੱਲ ਹੋਰੀ ਬਾਕੀ ਸਾਰਿਆਂ ਨੂੰ ਤਰੇੜੀਆਂ ਲਈ ਫਿਰਦੇ ਆ। ਹਾਂਜੀ, ਇਹ ਤਾਂ ਹੁਣ ਟਾਈਮ ਦੱਸੂਗਾ। ਹੁਣ ਪਤਾ ਕੋਈ ਨਹੀਂ ਨਾ ਵੀ ਉਹ ਜਿਹੜਾ ਟੈਂਪੂ ਮਗਰ ਫਿਰਦਾ ਉਹਦਾ ਫਰਕ ਹੈ ਜਾਂ ਫਿਰ ਕਹਿੰਦੇ ਗੁਆਂਢ 'ਚ ਹਲਕਾ ਵੀ ਹੈਗਾ, ਹਾਂ ਉਧਰੋਂ ਵੀ ਆਂਦੇ ਕੋਈ ਮਤਲਬ ਕੋਈ। ਆਹੋ ਚਲੋ ਸਾਨੂੰ ਕੀ ਲੋੜ ਪਈ ਲੋੜ ਹੀ ਕੀ ਆ ਕਿ ਕਾਹਨੂੰ ਕਹਿਣਾ। ਕਈ ਵਾਰੀ ਵੱਟ ਟੁੱਟ ਜਾਂਦੀ ਹੁੰਦੀ ਆ, ਪਾਣੀ ਹੋਰ ਹੀ ਕਣਕ 'ਚ ਭਰ ਜਾਂਦਾ ਹੁੰਦਾ। ਉਹ ਕਹਿੰਦਾ ਵੀ ਮੈਂ ਵੀ ਉਹ ਰਾਤ ਦੀ ਮੋਟਰ ਚੱਲਦੀ ਹੈ, ਕਹਿੰਦਾ ਭਰੀ ਹੋਣੀ ਆ, ਤੇ ਜਦੋਂ ਜਾ ਕੇ ਵੇਖਣਾ ਤੇ ਉਹ ਮਤਲਬ ਪੈਲੀ ਜੀ ਤੇ ਮਾੜਾ ਜਿਹਾ ਕਿਤੇ ਅੱਧਾ ਕੁ ਕਿਆਰਾ ਗਿੱਲਾ ਹੋਇਆ ਹੁੰਦਾ, ਬਾਕੀ ਪਾਣੀ ਕਿਤੇ ਰਾਹ 'ਚ ਹੀ ਟੁੱਟਾ ਹੁੰਦਾ। ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਨੂੰ ਨਾਲ ਦੀ ਨਾਲ ਹੀ ਨਾ ਬਿਕਰਮ ਸਿੰਘ ਮਜੀਠੀਆ ਸਾਹਿਬ ਚੇਤੇ ਆ ਗਏ, ਕਿਉਂਕਿ ਮਜੀਠੀਆ ਸਾਹਿਬ ਨੇ ਕਈ ਵਾਰੀ ਹੁੰਦਾ ਕਿ ਤੁਸੀਂ ਦੋ ਜਣੇ ਗੱਲ ਕਰਦੇ ਹੋ, ਮੈਨੂੰ ਤੀਜੇ ਬੰਦੇ ਨੂੰ ਉਹੀ ਹਾਸਾ ਆ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਸਾਰੇ ਹੀ ਰੌਲਾ ਪਾਉਂਦੇ ਸੀ ਜੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ, ਉੱਥੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਸਿੱਧਾ ਮੁਕਾਬਲਾ ਐ ਹੋ ਜਾਣਾ। ਉਦੋਂ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸੀ ਨਾ ਸਾਡੀ ਡਾਕਟਰ ਜੀਵਨਜੋਤ ਕੌਰ ਦਾ ਕੰਮ ਉੱਥੇ ਵਧੀਆ, ਲੋਕ ਪਸੰਦ ਕਰਦੇ ਆ, ਉਹ ਬੀਬੀ ਜੀ ਆਪਣਾ ਮਨਸੂਬਾ ਦੱਸਦੇ ਆ, ਮਨਸੂਬਾ ਕਿ ਭਾਈ ਮੈਂ ਹਲਕੇ ਦਾ ਵਿਕਾਸ ਕਿੱਦਾਂ ਕਰਨਾ। ਉਹ ਇਹਨਾਂ ਨੂੰ ਰੌਲਾ ਨਹੀਂ ਪਾਉਂਦੇ। ਅੱਗੇ ਤਾਂ ਉਹ ਕਹਿੰਦੇ ਸੀ, ਹੁਣ ਕਹਿੰਦੇ ਮਜੀਠੀਆ ਸਾਹਿਬ ਨੇ ਕਹਿਤਾ। ਕੀ ਕਹਿਤਾ ਦੱਸਣਾ ਤੁਸਾਂ ਜੀ? ਨਹੀਂ ਉਹ ਤਾਂ ਕਲੀਅਰ ਹੀ ਕੰਮ, ਕਿਉਂਕਿ ਕਾਰਨ ਇਹ ਆ ਵੀ ਉਹ ਪਹਿਲਾਂ ਕਹਿੰਦੇ ਸੀ ਵੀ ਦੇਖਿਓ ਆਪਾਂ ਕੀ ਕਰਦੇ ਹਾਂ। ਪਹਿਲਾਂ ਨੂੰ ਇਹ ਸੀ ਵੀ ਲੜਾਈ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਦੇ ਵਿਚਾਲੇ, ਪਰ ਹੁਣ ਮਜੀਠੀਆ ਸਾਹਿਬ ਕਹਿੰਦੇ ਵੀ ਦੇਖੋ ਮੈਨੂੰ ਤੇ ਇਹ ਗੱਲ ਕਲੀਅਰ ਹੋ ਗਈ ਹੈ ਵੀ ਸਿੱਧੂ ਸਾਹਿਬ ਇੰਨਾ ਚਿਰ ਤੁਸੀਂ ਇੱਥੋਂ ਜਿਤਾਏ ਪਰ ਤੁਹਾਡੇ ਕੰਮ ਨਹੀਂ ਆਏ। ਇਹ ਮਜੀਠੀਆ ਸਾਹਿਬ ਦਾ ਕਹਿਣਾ ਜੀ। ਹੁਣ ਕਹਿੰਦੇ ਵੀ ਸ਼ਾਇਦ ਤੀਜੇ ਇੱਕ ਨੰਬਰ ਤੇ ਉਹਨਾਂ ਦੀ ਗੱਲ ਆਉਂਦੀ ਆ ਵੀ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਰੱਖਦੇ ਨੇ, ਡਾਕਟਰ ਜੀਵਨਜੋਤ ਕੌਰ ਹੋਰਾਂ ਨੂੰ ਮੁਕਾਬਲੇ 'ਚ ਰੱਖਦੇ ਆ, ਤੇ ਸਿੱਧੂ ਸਾਹਿਬ ਕਹਿੰਦੇ ਹੁਣ ਆਹੋ ਹੁਣ ਪਤਾ ਇਹ ਮਜੀਠੀਆ ਸਾਹਿਬ ਦਾ ਦਾਵਾ, ਆਪਾਂ ਲੋਕਾਂ ਦੀ ਗੱਲ ਨਹੀਂ ਕਰਦੇ। ਹੁਣ ਮਜੀਠੀਆ ਸਾਹਿਬ ਦਾ ਦਾਵਾ ਬਿਲਕੁਲ ਠੀਕ ਹੈ, ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਜੇ ਨਵਜੋਤ ਸਿੰਘ ਸਿੱਧੂ ਹੈਗੇ ਹੀ ਤੀਸਰੇ ਨੰਬਰ ਤੇ ਆ, ਤਾਂ ਬਿਕਰਮ ਸਿੰਘ ਮਜੀਠੀਆ ਸਾਹਿਬ ਜਿੱਥੇ ਜਾ ਕੇ ਭਾਸ਼ਣ ਦਿੰਦੇ ਉੱਥੇ ਡਾਕਟਰ ਜੀਵਨਜੋਤ ਕੌਰ ਦਾ ਤਾਂ ਨਾਂ ਹੀ ਨਹੀਂ ਲੈਂਦੇ। ਉੱਥੇ ਨਾ ਬਿਕਰਮ ਸਿੰਘ ਮਜੀਠੀਆ ਹੋਰੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਹੀ ਲੈਂਦੇ ਆ ਕਿ ਭਾਈ ਇਹ ਬੰਦੇ ਤੋਂ ਬਚ ਕੇ, ਇਹ ਬੰਦੇ ਨੇ ਕੱਖ ਨਹੀਂ ਕੀਤਾ, ਇਹ ਬੰਦੇ ਨੇ ਹਰ ਜਾਣਾ, ਇਹ ਬੰਦਾ ਜ਼ਰੂਰ ਹਰਾਉਣਾ। ਸੰਧਾਲੀਆ ਸਾਹਿਬ ਵੈਸੇ ਇੱਕ ਗੱਲ ਤਾਂ ਹੈਗੀ ਆ, ਜੇ ਆਪਾਂ ਸਾਰੀਆਂ ਚੀਜ਼ਾਂ ਤਾਕੀਆਂ ਬੰਦ ਕਰਕੇ ਇੱਕ ਕਈ ਵਾਰੀ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਝੀਤ ਹੁੰਦੀ ਨਾ, ਉਹਦੇ ਵਿੱਚ ਦੀ ਰੌਸ਼ਨੀ ਆਉਂਦੀ ਹੁੰਦੀ, ਧੁੱਪ, ਤੇ ਧੁੱਪ ਜਿੱਥੇ ਪੈਂਦੀ ਬਾਅਦ ਦੀ ਗੱਲ ਹੈ, ਪਰ ਉਹ ਜਿਹੜਾ ਧੁੱਪ ਦਾ ਇੱਕੋ ਕਿਰਨਾਂ ਜੀਆਂ ਹੁੰਦੀਆਂ ਉਹਦੇ ਵਿੱਚ ਤੁਹਾਨੂੰ ਧੂੜ ਦੇ ਕਾਣ ਉੱਡਦੇ ਨਜ਼ਰ ਆਉਂਦੇ ਹੁੰਦੇ ਆ। ਮੈਂ ਸੋਚ ਰਿਹਾ ਸੀ ਕਿ ਹਾਲਾਤ ਕਿੱਧਰ ਨੂੰ ਜਾਂਦੇ ਆ। ਆਪਾਂ ਕਦੇ ਡਾਕਟਰ ਜੀਵਨਜੋਤ ਕੌਰ ਨੂੰ ਮਿਲੇ ਨਹੀਂ, ਉਹਨਾਂ ਨਾਲ ਕਦੇ ਗੱਲ ਨਹੀਂ ਹੋਈ, ਪਹਿਲੀ ਵਾਰ ਉਹਨਾਂ ਦਾ ਨਾਂ ਵੱਧ ਚੜ੍ਹ ਕੇ ਇਸ ਇਲੈਕਸ਼ਨ ਦੇ ਵਿੱਚ ਸੁਣਿਆ। ਪਰ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਉਹ ਇਸ ਕਰਕੇ ਇੱਥੋਂ ਚੋਣ ਲੜ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਹੈ। ਨਹੀਂ ਤਾਂ ਅੰਮ੍ਰਿਤਸਰ ਪੂਰਬੀ ਹਲਕਾ ਪਹਿਲਾਂ ਵੀ ਇੱਥੇ ਹੁੰਦਾ ਸੀ, ਕੋਈ ਹੇਜ ਹੂਜ ਵਾਲੀ ਗੱਲ ਨਹੀਂ। ਪਰ ਉਹ ਜੇ ਆਪਣਾ ਮਜੀਠਾ ਹਲਕਾ ਛੱਡ ਕੇ ਆਇਆ ਤੇ ਉੱਥੇ ਆਪਣੀ ਪਤਨੀ ਨੂੰ ਟਿਕਟ ਦਿੱਤੀ ਆ ਪਾਰਟੀ ਨੇ, ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਆ। ਸ਼ਾਇਦ ਅਕਾਲੀ ਦਲ ਦਾ ਹੋਰ ਵਰਕਰ ਕੋਈ ਸਿਰਕੱਢ ਨਹੀਂ ਹੋਣਾ। ਇੱਦਾਂ ਹੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵੀ ਪਹਿਲਾਂ ਡਾਕਟਰ ਨਵਜੋਤ ਕੌਰ ਸਿੱਧੂ ਚੋਣ ਲੜਦੇ ਹੁੰਦੇ ਸੀ। ਉਹਨਾਂ ਨੇ ਵੀ ਦੇਖਿਆ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਰੀ ਚਾਹੁੰਦੇ ਆ ਕਿ ਮੈਂ ਸਟੇਟ ਦੀ ਪੋਲਿਟਿਕਸ ਦੇ ਵਿੱਚ ਐਂਟਰ ਹੋਵਾਂ। ਉਹਨਾਂ ਨੇ ਸੀਟ ਇੱਦਾਂ ਛੱਡ ਦਿੱਤੀ ਤਾਂ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇ ਦਿੱਤੀ। ਜਾਣੀ ਕਿ ਟੱਬਰਾਂ ਦੇ ਵਿੱਚ ਹੀ ਰਹੀ ਜਾਂਦਾ ਸਾਰੇ ਪਾਸੇ, ਜਿੱਥੇ ਮਰਜ਼ੀ ਦੇਖੀਏ। ਹੋ ਸਕਦਾ ਜੇ ਕਿ ਲੋਕ ਇਧਰਲੇ ਪਾਸੇ ਨੂੰ ਤੁਰ ਪਏ ਤਾਂ ਡਾਕਟਰ ਜੀਵਨਜੋਤ ਕੌਰ ਵਧੀਆ ਵੋਟਾਂ ਲੈ ਜਾਣ, ਗੱਲ ਦੂਸਰੇ ਪਾਸੇ ਨੂੰ ਤੁਰ ਪਏ। ਨਹੀਂ, ਇਹਦਾ ਦਾਵਾ ਵੈਸੇ ਮਨੀਸ਼ ਸਿਸੋਦੀਆ ਸਾਹਿਬ ਦਿੱਲੀ ਵਾਲੇ ਡਿਪਟੀ ਸੀਐਮ ਨੇ, ਹਾਂਜੀ, ਉਹਨਾਂ ਨੇ ਆਣ ਕੇ ਦਾਵਾ ਕੀਤਾ। ਉਹ ਕਹਿੰਦੇ ਦੇਖੋ ਮੈਨੂੰ ਇਹ ਗੱਲ ਕਲੀਅਰ ਲੱਗਦੀ ਹੈ ਵੀ ਆ ਅੰਮ੍ਰਿਤਸਰ ਪੂਰਬੀ ਵਾਲਿਆਂ ਨੇ ਤੇ ਮਨ ਬਣਾ ਲਿਆ ਵੀ ਡਾਕਟਰ ਜੀਵਨਜੋਤ ਕੌਰ ਹੋਰਾਂ ਨੂੰ ਜਿਤਾਉਣਾ। ਕਿਉਂਕਿ ਦੇਖੋ ਨਾ, ਹੁਣ ਤੱਕ ਆਪਾਂ ਗੱਲ ਕਰਦੇ ਸੀ ਮੈਨੀਫੈਸਟੋ ਦੀ, ਵੀ ਮੈਨੀਫੈਸਟੋ ਪੰਜਾਬ ਦਾ, ਉਹਨਾਂ ਹਲਕੇ ਦਾ ਮੈਨੀਫੈਸਟੋ ਜਾਰੀ ਕੀਤਾ ਡਾਕਟਰ ਜੀਵਨਜੋਤ ਕੌਰ ਹੋਰਾਂ ਨੇ ਵੀ ਆਹ ਸਾਡਾ ਹਲਕਾ, ਇਹਦੇ 'ਚ ਆਹ ਮੰਗਾਂ ਨੇ ਤੇ ਆਹ ਸਾਡਾ ਪਲਾਨ ਆ। ਇੱਕ ਕਹਿੰਦੇ ਵੀ ਐਮਿਨੇਸ਼ਨ ਜਿਹੜਾ ਡੰਪ ਜਿਹਾ ਉਹ ਆਪਾਂ ਇੱਥੋਂ ਹਟਾਉਣਾ। ਫਿਰ ਤਾਰਾਂ ਦੀ ਗੱਲ ਕਰਦੇ ਵੀ ਹਾਈ ਵੋਲਟੇਜ ਨੇ ਜੀ, ਉਹ ਬੜੀ ਦੇਰ ਦੀਆਂ ਕਿਸੇ ਨੇ ਚੁੱਕੀਆਂ ਹੀ ਨਹੀਂ, ਉਹ ਆਪਾਂ ਚੁਕਾ ਦੇਣੀਆਂ। ਫਿਰ ਉਹ ਗੱਲ ਕਰਦੇ ਵੀ ਸਬਜ਼ੀ ਮੰਡੀ, ਉਹ ਕਹਿੰਦੇ ਵੀ ਮੈਂ ਉੱਥੇ ਗਈ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਲੋਕ ਤੇ ਭਾਲਦੇ ਆ ਵੀ ਜੇ ਕੋਈ ਬੰਦਾ ਢਿੱਲਾ ਮੱਠਾ ਹੋਵੇ ਵੀ, ਕਿਉਂਕਿ ਆਪ ਵੀ ਡਾਕਟਰ ਨੇ,
ਤੇ ਕਿਸੇ ਵੇਲੇ ਬੰਦਾ ਸੋਚਦਾ ਵੀ ਫਰੂਟ ਖਾਓ, ਸਬਜ਼ੀ ਖਾਓ, ਥੋੜਾ ਹੈਲਦੀ ਖਾਓ। ਉਹ ਕਹਿੰਦੇ ਵੀ ਮੈਂ ਸੋਚਿਆ ਵੀ ਇੱਥੋਂ ਜਿਹੜੀ ਸਬਜ਼ੀ ਤੇ ਫਰੂਟ ਜਾਂਦਾ ਹੋਊਗਾ ਗਾਂ ਮਤਲਬ ਕੀ ਬਣਦਾ ਹੋਊਗਾ। ਤੇ ਵੱਡੀ ਗੱਲ ਇਹ ਵੀ ਜਿਹੜੇ ਬੰਦੇ ਵਿਚਾਰੇ ਸਾਰਾ ਦਿਨ ਇੱਥੇ ਰਹਿ ਕੇ ਵੇਚਦੇ, ਉਹਨਾਂ ਦੀ ਸਿਹਤ ਦਾ ਕੀ ਹਾਲ ਹੋਊਗਾ। ਸੰਧਾਲੀਆ ਸਾਹਿਬ ਤੁਸੀਂ ਕਿਹਾ ਸੀ ਚੁਕਾ ਦੇਣਾ, ਕੀ ਚੁਕਾ ਦੇਣਾ? ਡੰਪ ਅਸਲੇ ਵਾਲਾ। ਹਾਂ, ਇੱਥੇ ਆਓ। ਆਮ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਲੋਕਾਂ ਦੀ ਸਮੱਸਿਆ ਬੀਬੀ ਜੀ ਨੇ ਐਡਰੈਸ ਕੀਤੀ। ਨਹੀਂ ਤਾਂ ਆਮ ਤੌਰ ਤੇ ਹੁੰਦਾ ਅੱਛਾ ਉਹ ਬੰਦਾ ਨਾਲ ਨਹੀਂ ਤੁਰਦਾ, ਚੁਕਾ ਦਿੰਨੇ ਆ ਉਹਨੂੰ। ਵੈਸੇ ਹੀ ਗੱਲਾਂ ਵੀ ਚੱਲਦੇ। ਮੈਨੂੰ ਲੱਗਾ ਕਿਤੇ ਬੀਬੀ ਜੀ ਨੇ ਉਹ ਤਾਂ ਨਹੀਂ ਕਹਿਤਾ, ਨਹੀਂ ਕਿਹਾ, ਬਹੁਤ ਵਧੀਆ। ਸੰਧਾਲੀਆ ਸਾਹਿਬ ਨਾਲ ਉਹ ਪੁੱਛਿਆ ਉਹਨੂੰ, ਉਹ ਕਹਿੰਦੇ ਵੀ ਅਸਲੇ ਵਾਲਾ ਡੰਪ ਕਿਹੜਾ, ਵੀ ਤੁਸੀਂ ਮਤਲਬ ਇੱਕ ਐਮਐਲਏ ਆ, ਤੁਸੀਂ ਥੋੜਾ ਚੁਕਾ ਸਕਦੇ। ਉਹ ਕਹਿੰਦੇ ਗੱਲ ਆ ਵੀ ਲੋਕਾਂ ਦੀ ਸਮੱਸਿਆ ਨੁਮਾਇੰਦਾ ਬਣ ਕੇ ਉਹਨਾਂ ਦੀ ਗੱਲ ਤਾਂ ਚੱਕਾਂਗੇ। ਆ ਵੀ ਕੋਈ ਗੱਲ ਹੀ ਨਹੀਂ ਕਰਦਾ। ਕੋਈ ਉੱਥੇ ਜਾ ਕੇ ਪੁੱਛਾਂਗੇ ਵੀ ਹਾਂ ਭਾਈ ਮੁਸ਼ਕਿਲ ਕੀ ਆ, ਵੀ ਚਲੋ ਇੱਥੇ ਨਹੀਂ ਕਿਤੇ ਉੱਥੇ ਬਣਾ ਲਓ, ਕੀ ਫਰਕ ਪੈਂਦਾ। ਲੋਕ ਸੇਫ ਹੋਣ। ਹਾਂ, ਲੋਕ ਸੇਫ ਹੋਣ, ਕਿਉਂਕਿ ਉਹਦੇ ਨਾਲ ਕਾਰਨ ਆ ਵੀ ਇਹ ਵੈਸੇ ਪ੍ਰਾਪਰਟੀ ਦੇ ਪੁਆਇੰਟ ਆਫ ਵਿਊ ਤੋਂ ਬੜੀ ਪ੍ਰੋਬਲਮ ਆਉਂਦੀ ਨਾ ਵੀ ਕਿਹਾ ਉਹ ਨਾ ਉੱਥੇ ਤੇ ਗੁਰੂ ਉਹ ਫਲਾਨੀ ਚੀਜ਼ ਨਹੀਂ, ਉੱਥੇ ਨਹੀਂ ਜਾਣਾ। ਜਾਂ ਜੇ ਅਗਲਾ ਕਿ ਉੱਥੇ ਤੇ ਤਾਰਾਂ ਲੰਘਦੀਆਂ, ਇਹ ਇਹੋ ਚੀਜ਼ ਹੁੰਦੀ ਆ। ਹੋਰ ਉੱਥੇ ਬੰਦੇ ਨੇ ਕੀ ਹੁੰਦਾ ਵੀ ਜੇ ਅਗਲੇ ਨੂੰ ਲੱਗਦਾ ਵੀ ਯਾਰ ਇਹਨਾਂ ਚੀਜ਼ਾਂ ਦਾ ਕਰਕੇ ਸਾਡੇ ਹਲਕੇ 'ਚ ਵਿਕਾਸ ਨਹੀਂ ਹੋ ਰਿਹਾ, ਤੇ ਆਪਾਂ ਇਹਨਾਂ ਦਾ ਹੱਲ ਕਰ ਲੈਂਦੇ। ਨਹੀਂ, ਇੱਦਾਂ ਹੀ ਆ ਸੰਧਾਲੀਆ ਸਾਹਿਬ। ਇੱਕ ਮੈਨੂੰ ਹੋਰ ਵੀ ਇਹ ਲੱਗਦੀ ਸੀ ਕਿ ਅੱਜ ਕੱਲ੍ਹ ਬਿਕਰਮ ਸਿੰਘ ਮਜੀਠੀਆ ਸਾਹਿਬ ਨਾ ਵਿੱਚ ਵਿਚਾਲੇ ਅੰਮ੍ਰਿਤਸਰ ਪੂਰਬੀ ਤੋਂ ਆਪਣੇ ਮਜੀਠਾ ਹਲਕੇ 'ਚ ਵੀ ਜਾਂਦੇ ਆ। ਉੱਥੇ ਬੀਬੀ ਗਨੀਬ ਕੌਰ ਮਜੀਠੀਆ ਹੋਰਾਂ ਲਈ ਵੀ ਪ੍ਰਚਾਰ ਕਰਦੇ ਆ। ਇਸੇ ਤਰੀਕੇ ਸਿੱਧੂ ਸਾਹਿਬ, ਉਹਨਾਂ ਦੇ ਘਰੋਂ ਉਹਨਾਂ ਦੀ ਧੀ, ਉਹ ਵੀ ਸਾਰੇ ਪ੍ਰਚਾਰ ਕਰਦੇ। ਮੈਂ ਸੋਚ ਰਿਹਾ ਸੀ ਸਿੱਧੂ ਸਾਹਿਬ ਹੋਰਾਂ ਕੋ ਵੀ ਹਲਕਾ ਪੁਰਾਣਾ, ਇਹ ਮਜੀਠੀਆ ਸਾਹਿਬ ਕੋਈ ਵਾਹਵਾ ਪੁਰਾਣਾ ਉਹ ਹਲਕਾ। ਜੇ ਦੋਨੇ ਹੀ ਧਿਰਾਂ ਇਹ ਦਾਅਵਾ ਕਰਦੀਆਂ ਕਿ ਅਸੀਂ ਲਗਾਤਾਰ ਵਿਚਰਦੇ ਰਹਿੰਦੇ ਆ, ਫਿਰ ਇੰਨੀ ਜਾਣ ਦੀ ਲੋੜ ਤਾਂ ਨਹੀਂ ਵੈਸੇ ਚਾਹੀਦੀ। ਫਿਰ ਤਾਂ ਲੋਕਾਂ ਨੂੰ ਪਤਾ ਹੀ ਹੋਣਾ ਨਾ ਵੀ ਕੰਮ ਕੀਤੇ ਆ। ਵੈਸੇ ਗੱਲ ਹੀ ਆ। ਨਹੀਂ, ਉਹੀ ਤੇ ਚੱਕਰ ਆ। ਹੁਣ ਪਤਾ ਨਹੀਂ ਮਗਰਲੇ ਦਿਨਾਂ 'ਚ ਆ ਕੇ ਸਿੱਧੂ ਸਾਹਿਬ ਦੀ ਉਹ ਵੀਡੀਓ ਹਰ ਥਾਂ ਤੋਂ ਵਾਇਰਲ ਹੋ ਜਾਂਦੀ ਹੈ। ਉਹ ਕਹਿੰਦੇ ਵੀ ਹਾਂ ਸੰਪਰਕ ਤੇ ਨਹੀਂ ਹੋ ਸਕਿਆ ਬਹੁਤਾ, ਕਿਉਂਕਿ ਹਨੇਰੇ ਸਵੇਰੇ ਕਿਸੇ ਵੇਲੇ ਲੋੜ ਹੁੰਦੀ ਆ ਵੀ ਨਹੀਂ ਗੱਲ ਬਣੀ। ਪਰ ਚਿੰਤਾ ਨਹੀਂ ਕਰਨੀ, ਇੱਕ ਨੰਬਰ ਵੱਖਰਾ ਹੀ ਲੈ ਕੇ ਦੇ ਦੇਣਾ ਤੁਹਾਨੂੰ। ਤੁਸੀਂ ਉਸ ਨੰਬਰ ਤੇ ਫੋਨ ਕਰਨਾ, ਭਾਵੇਂ ਰਾਤ ਨੂੰ 12 ਵਜੇ ਸੱਦ ਲਿਓ, ਸਿੱਧੂ ਆ ਜਾਣ। ਨਹੀਂ ਠੀਕ ਹੈ, ਹੋ ਸਕਦਾ ਬੰਦੇ ਰਿਅਲਾਈਜ਼ ਕਰਦੇ ਆ, ਵਧੀਆ। ਮਤਲਬ ਉਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਹੋਊਗਾ ਵੀ ਯਾਰ ਦੇਖੋ ਕਾਰਨ ਆ, ਕਿਉਂਕਿ ਜਦੋਂ ਬੰਦਾ ਪਹਿਲਾਂ ਪੋਲੀਟਿਕਸ ਦੇ ਵਿੱਚ ਹੁੰਦਾ ਉਦੋਂ ਪਾਰਟੀ ਦੇਖਣੀ ਹੁੰਦੀ ਹੈ। ਪਰ ਹੁਣ ਜਦੋਂ ਦੇਖਿਆ ਵੀ ਪਾਰਟੀ ਵਾਲੇ ਨਹੀਂ ਮੈਨੂੰ ਦੇਖ ਰਹੇ, ਤੇ ਫਿਰ ਬੰਦੇ ਨੂੰ ਆਪਣਾ ਉਹਦੇ ਵੇਖਣਾ ਹਲਕਾ ਦੇਖੀਏ। ਆਹੋ, ਸਿੱਧੂ ਸਾਹਿਬ ਜੇ ਮਾਝੇ ਦੇ ਵਿੱਚ ਹੈਗਾ ਹੀ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਆਏ, ਇਕੱਠ ਵੱਡਾ, ਉੱਥੇ ਬਾਕੀ ਵੱਡੇ ਵੱਡੇ ਲੀਡਰ ਵੀ ਨਾਲ ਸੀ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਤਾਂ ਉੱਥੇ ਇਹ ਕਹਿਤਾ ਕਿ ਭਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਨੀ ਫੋਟੋ ਸਟੇਟ ਹੀ ਨੇ, ਫੋਟੋ ਕਾਪੀ ਨੇ, ਤੁਸੀਂ ਕੋਈ ਇਹਦੇ ਵਿੱਚ ਬਿਹਾਰੀ ਦਾ, ਸਿਹਾਰੀ ਦਾ, ਔਂਕੜ ਦਾ, ਦਲੈਂਕੜ ਦਾ, ਲਾਮ ਦਾ, ਦੁਲਾਮ ਦਾ, ਬਿੰਦੀ ਦਾ, ਟਿੱਪੀ ਦਾ, ਕੰਨੇ ਦਾ ਕੋਈ ਫਰਕ ਨਹੀਂ ਹੈ, ਸਾਰਾ ਕੁਝ ਇਨ ਬਿਨ ਹੀ ਹੈ। ਪਰ ਜਿਹੜੀ ਇੱਕ ਗੱਲ ਉਹਨਾਂ ਨੇ ਕਹਿਤੀ, ਤੁਸੀਂ ਦੇਖੋ ਕਿ ਕਿੱਡਾ ਵੱਡਾ ਮਸਲਾ ਹੈ ਲੋਕ ਭਾਵਨਾਵਾਂ ਦਾ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ, ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜੱਫੀ ਜਿਹੜੀ ਸੀ ਉਹਨੂੰ ਕਿੰਨਾ ਜ਼ਿਆਦਾ ਤਾਂ ਚੱਕਿਆ ਗਿਆ। ਉਹ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਭਾਈ, ਬਾਬੇ ਨਾਨਕ ਦਾ ਦਰ ਖੁੱਲ੍ਹਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਹੋਰੀ ਉਹ ਐਤਕੀ ਬਹੁਤਾ ਜ਼ਿਕਰ ਨਹੀਂ ਕਰਦੇ ਕਿ ਦਰ ਖੁੱਲ੍ਹ ਗਿਆ। ਪਰ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦੇ ਵਿੱਚ ਮੁੱਖ ਬਿੰਦੂ ਇਹ ਰਿਹਾ, ਉਹ ਕਹਿੰਦੇ ਕਾਂਗਰਸ, ਉਹ ਇਹਨਾਂ ਨੇ ਕੱਖ ਨਹੀਂ ਜੇ ਕਰਨਾ। 1947 ਦੇ ਵਿੱਚ ਦੇਸ਼ ਦੀ ਜਦੋਂ ਵੰਡ ਹੋਈ ਆ, ਕਹਿੰਦੇ ਕਾਂਗਰਸ ਹੀ ਅੱਗੇ ਸੀ। ਇਹਨਾਂ ਤੋਂ 6 ਕਿਲੋਮੀਟਰ ਦਾ ਰਸਤਾ ਨਾ ਲਿਆ ਗਿਆ, 6 ਕਿਲੋਮੀਟਰ ਏਰੀਆ ਭਾਰਤ ਦੇ ਵਿੱਚ ਲਿਆਉਂਦੇ। ਅੱਜ ਕਰਤਾਰਪੁਰ ਸਾਹਿਬ ਬਾਬੇ ਨਾਨਕ ਦਾ ਦਰ ਆਪਣੇ ਕੋਲੇ ਹੁੰਦਾ, ਸਾਰੇ ਜਣੇ ਜਾਂਦੇ, ਜਾ ਕੇ ਉੱਥੇ ਸਿੱਧਾ ਮੱਥਾ ਟੇਕਦੇ। ਫਿਰ ਕਹਿੰਦੇ ਲੜਾਈ ਲੱਗੀ ਪਾਕਿਸਤਾਨ ਨਾਲ, ਲਾਹੌਰ ਤੱਕ ਕਬਜ਼ਾ ਕਰਨ ਦੀ ਸਮਰੱਥਾ ਸੀ। ਆ 6 ਕਿਲੋਮੀਟਰ ਦਾ ਖੇਤਰ ਭਾਰਤ ਦੇ ਵਿੱਚ ਮਿਲਾ ਨਹੀਂ ਸਕੇ ਕਿ ਕਰਤਾਰਪੁਰ ਸਾਹਿਬ ਆਪਣੇ ਦੇਸ਼ ਦੇ ਵਿੱਚ ਆ ਜਾਂਦਾ, ਕਿਉਂਕਿ ਕਾਂਗਰਸ ਸੀ। ਫਿਰ ਕਹਿੰਦੇ ਬੰਗਲਾਦੇਸ਼ ਵਾਲੀ ਲੜਾਈ ਲੱਗੀ, 90,000 ਫੌਜੀ ਪਾਕਿਸਤਾਨ ਦਾ ਫੜ ਲਿਆ। ਜੇ ਚਾਹੁੰਦੇ ਤਾਂ 6 ਕਿਲੋਮੀਟਰ ਦਾ ਖੇਤਰ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਕਹਿ ਕੇ ਕਿ ਫੌਜੀ ਤੁਹਾਡੇ ਫੇਰ ਛੱਡਣੇ ਆ ਖੇਤਰ ਸਾਨੂੰ ਦਿਓ, ਕਹਿੰਦੇ ਆਰਾਮ ਨਾਲ ਆ ਸਕਦਾ ਸੀ। ਪਰ ਇਹ ਕਾਂਗਰਸ ਹੈ, ਉਹਨਾਂ ਦੇ ਮਨ ਦੇ ਵਿੱਚ ਹੀ ਨਹੀਂ ਹੈ। ਸਾਡੀ ਸਰਕਾਰ ਬਣੀ, ਆ ਦੇਖੋ ਕੂਟਨੀਤਿਕ ਤੌਰ ਦੇ ਉੱਤੇ ਸਾਰਾ ਕੁਝ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਲੋਕ ਜਾਂਦੇ ਆ, ਸ਼ਰਧਾਲੂ ਜਾਂਦੇ ਆ, ਮੱਥਾ ਟੇਕ ਕੇ ਵਾਪਸ ਆਉਂਦੇ ਆ। ਇਸ ਕਰਕੇ ਦਸਤਾਰ ਦੀ ਸ਼ਾਨ ਭਾਜਪਾ ਕੋ। ਨਹੀਂ, ਉਹ ਤਾਂ ਗੱਲ ਹੈਗੀ ਹੈ। ਇੱਕ ਚੀਜ਼ ਹੋਰ ਵੀ ਹੈ ਨਾ, ਜਿਹੜੀ ਮੌਕੇ ਵਾਲੀ ਗੱਲ ਚਲਾਈ ਸੀ ਜੀ, ਉਹ ਚਲਾਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇੱਕ ਮੌਕਾ ਦਿਓ। ਅਜੇ ਵੀ ਉਹ ਕਹਿੰਦੇ ਵੀ ਇੱਕ ਮੌਕਾ ਸਾਨੂੰ ਦੇ ਦਿਓ, ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਦੇਖਿਓ। ਹੁਣ ਮੌਕੇ ਵਾਲੀ ਗੱਲ ਹੀ ਮੋਦੀ ਸਾਹਿਬ ਕਰਨ ਲੱਗ ਪਏ। ਉਹ ਕਹਿੰਦੇ 5 ਸਾਲ ਕੇ ਲਈ ਮੌਕਾ ਦੇ ਦਿਓ। ਕਾਰਨ ਆ ਕਹਿੰਦੇ ਵੀ ਤੁਸੀਂ ਇਹ ਤਾਂ ਦੇਖ ਹੀ ਲਿਆ ਨਾ ਹੁਣ ਕਲੀਅਰ ਕੱਟ ਵੀ ਜਿੱਥੇ ਜਿਹੜੀ ਸਟੇਟ 'ਚ ਅਸੀਂ ਜਾਂਦੇ ਉਹਦਾ ਵਿਕਾਸ ਹੋ ਜਾਂਦਾ ਜੀ। ਕਿਸੇ ਸਟੇਟ 'ਚ ਤੁਸੀਂ ਚਲੇ ਜਾਓ, ਕਹਿੰਦੇ ਵੀ ਇੱਕ ਵਾਰ ਅਸੀਂ ਜਾਂਦੇ ਹਾਂ, ਉਦੋਂ ਬਾਅਦ ਆਪਣੇ ਆਪ ਹੀ ਉੱਥੇ ਇਨਫਰਾਸਟਰਕਚਰ ਦੀ ਗੱਲ ਕਰ ਲਈਏ, ਆਪਾਂ ਡਿਵੈਲਪਮੈਂਟ ਦੀ ਗੱਲ ਕਰ ਲਈਏ, ਸਕੀਮਾਂ ਦੀ ਗੱਲ ਕਰ ਲਈਏ, ਉਹ ਸਾਰਾ ਕੁਝ ਬਣਨ ਲੱਗ ਪੈਂਦਾ। ਕਿਉਂਕਿ ਸਾਡਾ ਕਹਿੰਦੇ ਵਿਜ਼ਨ ਆ, ਉਸ ਵਿਜ਼ਨ ਨੂੰ ਲੈ ਕੇ ਅਸੀਂ ਚੱਲੇ ਹਾਂ। ਇਹ ਜਿਹੜਾ ਪੰਜਾਬ ਹੈ ਪਛੜ ਗਿਆ, ਕਿਉਂਕਿ ਮਤਲਬ ਇੱਕ ਤਾਂ ਉਹ ਕੋਨੇ 'ਤੇ ਰਹਿ ਗਿਆ ਮੁਲਕ ਦੇ। ਦੂਸਰੀ ਗੱਲ ਇਹ ਹੋ ਗਈ ਵੀ ਮਤਲਬ ਜਿਹੜੀਆਂ ਵੀ ਸਰਕਾਰਾਂ ਸੀ ਉਹ ਖਾਸ ਕਰਕੇ ਕਾਂਗਰਸ ਵਾਲੇ ਪਾਸੇ ਆ ਗਏ।
ਵਿੱਚ ਵਿਚਾਲੇ ਹੌਲੀ ਹੌਲੀ ਉਹ ਭਾਈਵਾਲਾਂ ਦੀ ਗੱਲ ਵੀ ਕਰ ਦਿੰਦੇ ਆ ਵੀ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਵੀ ਇੱਕ ਵਾਰ ਤੁਸੀਂ ਸਾਨੂੰ ਮੌਕਾ ਦੇ ਦਿਓ। ਇਹ ਗੱਲ ਪੱਕੀ ਆ ਵੀ ਉਸ ਤੋਂ ਬਾਅਦ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ, ਕਿਉਂਕਿ ਉਹ ਕਹਿੰਦੇ ਉਦਾਹਰਨ ਇਹ ਵੀ ਦੇਖ ਲਓ ਵੀ ਦੇਸ਼ 'ਚ ਜਿੱਥੇ ਬੀਜੇਪੀ ਇੱਕ ਵਾਰ ਵੜ ਜਾਂਦੀ ਆ ਫਿਰ ਨਿਕਲਦੀ ਨਹੀਂ। ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਮੈਨੂੰ ਲੱਗਦਾ ਵੀ ਇਹ ਜਿਹੜੀ ਬੀਜੇਪੀ ਵੜ ਜਾਂਦੀ ਆ ਤੇ ਫਿਰ ਬੀਜੇਪੀ ਉੱਥੋਂ ਨਿਕਲਦੀ ਨਹੀਂ, ਇਹ ਲੋਕਾਂ ਲਈ ਘੱਟ ਤੇ ਵਿਰੋਧੀਆਂ ਲਈ ਵਾਲਾ ਕਹਿ ਲੱਗਦਾ ਵੀ ਤੁਸੀਂ ਹੁਣ ਦੇ ਲਓ ਹਿਸਾਬ ਕਿਤਾਬ ਕੀ ਲਾਉਣਾ। ਹਾਂ ਵੀ ਬਣਦਾ ਕੀ ਨਹੀਂ, ਪ੍ਰਧਾਨ ਮੰਤਰੀ ਸਾਹਿਬ ਨੇ ਨਾ ਜਿਸ ਤਰੀਕੇ ਦੇ ਨਾਲ ਮੌਕਾ ਮੰਗਿਆ, ਕਿਉਂਕਿ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਨੇ ਨਹੀਂ, ਅਮਿਤ ਸ਼ਾਹ, ਨਿਤਿਨ ਗਡਕਰੀ ਸਾਹਿਬ, ਬੀਬੀ ਸਮ੍ਰਿਤੀ ਇਰਾਨੀ, ਉਹ ਸਾਰੇ ਹੀ ਜਣੇ ਆਏ। ਉਹਨਾਂ ਸਾਰਿਆਂ ਨੇ ਕਿਹਾ ਕਿ ਇੱਕ ਵਾਰੀ ਮੌਕਾ ਦਿਓ। ਕਈ ਬੰਦੇ ਸੋਚਣ ਲੱਗ ਪੈਂਦੇ ਆ ਜੀ ਮੌਕਾ ਤੁਸੀਂ ਪਹਿਲਾਂ ਇੰਨੀ ਵਾਰੀ ਅਕਾਲੀ ਦਲ ਨਾਲ ਸਰਕਾਰ 'ਚ ਰਹੇ, ਉਹ ਕਹਿੰਦੇ ਠੀਕ ਹੈ ਭਾਈ, ਸਾਡੀ ਹਾਲਤ ਤਾਂ ਉਹੀ ਸੀ ਨਾ ਕਿ ਬੰਦੇ ਨੂੰ ਤਾਂ ਇਹ ਲੱਗਦਾ ਕਿ ਕਾਰ 'ਚ ਸੀਗੇ ਤੁਸੀਂ, ਪਰ ਉਹ ਕਹਿੰਦੇ ਸਟੀਅਰਿੰਗ ਨਹੀਂ ਨਾ ਸਾਡੇ ਕੋਲ, ਅਸੀਂ ਤਾਂ ਪਿਛਲੀ ਸੀਟ ਤੇ ਬੈਠ ਕੇ ਇਦਾਂ ਮੂਹਰਲੀ ਸੀਟ ਦਾ ਜਿਹੜਾ ਜਿੱਥੇ ਢੋ ਜਿਹਾ ਹੁੰਦਾ ਉਹੋ ਹੀ ਫੜ ਕੇ ਬੈਠੇ, ਇਹਨੂੰ ਮੋੜਦੇ ਅਗਲੇ ਮੋੜਦੇ ਆ ਕਿ ਨਹੀਂ ਮੋੜਦੇ, ਉਹਨਾਂ ਦੀ ਮਰਜ਼ੀ ਸੀ। ਚਲੋ ਮੌਕਾ ਮੰਗ ਰਿਹਾ, ਕਸਰ ਕੋਈ ਨਹੀਂ ਛੱਡੀ। ਪਰ ਸੰਧਾਲੀਆ ਸਾਹਿਬ ਫਿਰ ਮੇਰੇ ਮਨ 'ਚ ਇੱਕ ਸਵਾਲ ਆ ਗਿਆ, ਪਠਾਨਕੋਟ ਬੜਾ ਵਧੀਆ ਇਲਾਕਾ, ਉੱਥੋਂ ਅੱਗੇ ਇੱਕ ਪਾਸੇ ਨੂੰ ਚਲੇ ਜਾਓ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ, ਇੱਕ ਪਾਸੇ ਨੂੰ ਚਲੇ ਜਾਓ ਜੰਮੂ ਕਸ਼ਮੀਰ ਸ਼ੁਰੂ ਹੋ ਜਾਂਦਾ, ਪਾਕਿਸਤਾਨ ਵੀ ਬਹੁਤਾ ਦੂਰ ਨਹੀਂ ਹੈ। ਉਹ ਪਠਾਨਕੋਟ ਦਾ ਇਲਾਕਾ ਗੁਰਦਾਸਪੁਰ ਲੋਕ ਸਭਾ ਦੇ ਅਧੀਨ ਆਉਂਦਾ ਹੈ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਨੀ ਦਿਓਲ ਸਾਹਿਬ ਨੇ, ਤੇ ਸਨੀ ਦਿਓਲ ਸਾਹਿਬ ਦਾ 2.5 ਕਿਲੋ ਦਾ ਹੱਥ ਹੈ ਤੇ ਐਸਾ ਹੱਥ ਹੈ ਜਿਹੜਾ ਨਲਕਾ ਪੱਟ ਦਿੰਦਾ। ਪਰ ਇਹਦੀ ਕੀ ਪਤਾ ਨਹੀਂ ਕੀ ਗੱਲ ਹੈ, ਵੋਟਾਂ ਵਾਲਾ ਛੱਪੜ ਪੱਟਣ ਆਏ ਨਹੀਂ। ਆਹੋ ਇਹ ਨਹੀਂ ਗੱਲ, ਮਤਲਬ ਇਹ ਤਾਂ ਹੁਣ ਗੁਰਦਾਸਪੁਰ ਵਾਲੇ ਮੇਰੇ ਖਿਆਲ ਸੋਚਣ ਵੀ ਭਾਈ ਸਾਹਿਬ ਐਮਪੀ ਤਾਂ ਅਸੀਂ ਬਣਾ ਲਏ ਸੀ, ਉਦੋਂ ਬਾਅਦ ਮੁੜ ਕੇ ਲੱਭੇ ਹੀ ਨਹੀਂ। ਕਾਰਨ ਕੀ ਬਣਿਆ? ਕਾਰਨ ਕੀ ਬਣਿਆ ਹੈ ਨਾ, ਦੇਖੋ ਕਾਰਨ ਇਹ ਆ ਵੀ 2024 ਦੂਰ ਨਹੀਂ, 22 ਲੰਘਦੀ ਔਖੀ ਸੌਖੀ ਲੰਘਾ ਲੈਣ, ਬੀਜੇਪੀ ਦੀ ਆ ਜੇ ਸਰਕਾਰ, ਕਿਸੇ ਹੋਰ ਦੀ ਆ ਜਾਵੇ, ਇਹ ਤੇ ਟਾਈਮ ਜਾਣਾ ਲੰਘ। ਉਦੋਂ ਬਾਅਦ ਸਾਲ ਹੀ ਆ 22 ਤੋਂ ਬਾਅਦ 23 ਦੇ ਵਿੱਚ ਤੇ ਰੌਲਾ ਪੈਣ ਲੱਗ ਪੈਣਾ, ਹਾਂਜੀ ਆ ਗਈ ਚੋਣ ਬਸ ਜੀ, ਹੁਣ ਤਾਂ ਦੇਖੋ 24 ਚੜ੍ਹਦਾ ਹੀ ਬੱਲੇ ਬੱਲੇ ਹੋ ਜਾਣੀ। ਉਦੋਂ ਇਹ ਨਾ ਹੋਵੇ ਵੀ ਦੁਬਾਰਾ ਫਿਰ ਉੱਥੇ ਨਹੀਂ, ਕੋਈ ਗੱਲ ਨਹੀਂ। ਦੇਖੋ ਜੇ ਸਾਲ ਮੁੱਕ ਚੱਲੇ ਆ, ਕਲਾਕਾਰ ਤਾਂ ਨਹੀਂ ਮੁੱਕ ਚੱਲੇ ਜਾਣੀ ਵੈਸੇ ਗੱਲ, ਜਦੋਂ ਬੀਬੀ ਸੁਖਵੰਤ ਕੌਰ ਭਿੰਡਰ ਨਹੀਂ ਸੀ ਹਰਦੇ ਹੁੰਦੇ, ਵਿਨੋਦ ਖੰਨਾ ਸਾਹਿਬ ਨੂੰ ਲਿਆਂਦਾ, ਫਿਰ ਵਿਨੋਦ ਖੰਨਾ ਸਾਹਿਬ ਚਲੋ ਦੁਨੀਆ ਤੋਂ ਚਲੇ ਗਏ, ਫਿਰ ਸਨੀ ਦਿਓਲ ਸਾਹਿਬ ਨੂੰ ਲਿਆਂਦਾ, ਬੜੇ ਬੰਦੇ ਨੇ ਹੋਰ ਜਿਹੜੇ ਲੋਕਾਂ ਨੂੰ ਪਰਦੇ ਤੇ ਚੰਗੇ ਲੱਗਦੇ ਆ, ਪ੍ਰੈਕਟੀਕਲੀ ਚੰਗੇ ਲੱਗਣ ਨਾ ਲੱਗਣ, ਇੱਕ ਦੋ ਇਲੈਕਸ਼ਨਾਂ ਜਿਤਾਈ ਜਾਣਗੇ। ਆਹੋ ਇਹ ਤਾਂ ਗੱਲ ਹੈਗੀ। ਐਤਕੀ ਸੁਖਨਾ ਵਾਹਵਾ ਕਲਾਕਾਰ ਭਾਈਚਾਰਾ ਉਹਨਾਂ ਨੇ ਭਰਤੀ ਵੀ ਕੀਤਾ, ਉਦੋਂ ਦਾ ਕੋਈ ਹੋਰ ਵੀ ਲਿਆਉਣਗੇ ਜੀ। ਉਹ ਚਲੋ ਵਧੀਆ ਗੱਲ ਹੈ ਇਹ। ਹੁਣ ਜੇ ਤੇ ਕਲਾਕਾਰਾਂ ਨੇ ਜਾਂ ਇਸ ਹਿਸਾਬ ਨਾਲ ਹੀ ਕੰਮ ਚੱਲਣਾ ਤੇ ਫਿਰ ਉਹ ਦੇਖ ਲੈਣ, ਤੇ ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ ਆਪਾਂ ਦਿਲ ਜਿੱਤਣੇ ਆ, ਫਿਰ ਥੋੜਾ ਜਿਹਾ ਐਂਗਲ ਹੋਰ ਜੀ ਬਦਲਣਾ ਪਊਗਾ, ਹੈ ਨਾ। ਚਲੋ ਆਪਾਂ ਇਹਦੇ ਨਾਲ ਕੈਪਟਨ ਸਾਹਿਬ ਦੀ ਗੱਲ ਕਰ ਲਈ, ਆਜੋ ਭਾਈਵਾਲ ਨੇ ਉਹਨਾਂ ਦੀ। ਉਹ ਫਿਰ ਇੱਕ ਸਟੇਟਮੈਂਟ ਉਹਨਾਂ ਨੇ ਦਿੱਤੀ ਬੜੇ ਵੱਡੇ ਚੈਨਲ ਦੇ ਉੱਪਰ, ਕਿਉਂਕਿ ਇਸ ਵਕਤ ਗੱਲ ਘੁਮਾਉਂਦੀ ਉਹ ਰੇਤੇ ਵਾਲੀ ਟਰਾਲੀ ਤੋਂ ਅੱਗੇ ਪਿੱਛੇ ਨਹੀਂ ਜਾ ਰਹੀ। ਆਪਾਂ ਰੋਜ਼ ਕਰਦੇ ਹਾਂ ਵੀ ਯਾਰ ਜਦੋਂ ਗਲੀ 'ਚੋਂ ਲੰਘੀ ਤਾਂ ਰੇਤੇ ਵਾਲੀ ਟਰਾਲੀ ਉੱਥੇ ਖਲੋਤੀ ਹੁੰਦੀ। ਉਹਨਾਂ ਵੀ ਪੁੱਛ ਲਓ, ਕਹਿੰਦੇ ਮਹਾਰਾਜ ਰੇਤੇ ਵਾਲਾ ਚੱਕਰ ਹੈ ਕੀ? ਕਿਉਂਕਿ ਤੁਸੀਂ ਤਾਂ ਖੁਦ ਕਿਹਾ ਸੀ ਵੀ ਮੈਂ 40 ਦੇ ਕਰੀਬ ਜਿਹੜੇ ਬੀਜੇਪੀ ਉਦੋਂ ਤਾਂ ਕਾਂਗਰਸ ਪਾਰਟੀ, ਯਾਰ ਮਾਫੀ ਚਾਹਾਂਗੇ ਮੈਂ ਹੋਣ ਵਾਲੀ, ਦਿੱਤੀ ਮਾਫੀ, ਧੰਨਵਾਦ। ਹਾਂ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਵੀ ਰੇਤੇ 'ਚ ਇਨਵੋਲਵ ਨਹੀਂ, ਉਹ ਕਹਿੰਦੇ ਯਾਰ ਮੈਂ ਕੈਪਟਨ ਸਾਹਿਬ ਵੀ ਖਿੱਚ ਜਾਂਦੇ ਨਾ ਵੀ ਇੱਕੋ ਗੱਲ ਤੁਸੀਂ ਵਾਰ-ਵਾਰ ਪੁੱਛਿਆ ਕਿ ਯਾਰ ਕਿੰਨੀ ਵਾਰਾਂ ਤੁਸੀਂ ਮੈਨੂੰ ਪੁੱਛਣਾ ਮੀਡੀਆ ਵਾਲੇ ਨੇ। ਮੈਂ ਤੁਹਾਨੂੰ ਦੱਸ ਚੁੱਕਾ ਵੀ ਮੈਂ ਗਿਆ ਸੀ ਸੋਨੀਆ ਗਾਂਧੀ ਜੀ ਦੇ ਕੋਲ, ਉਹਨਾਂ ਮੈਨੂੰ ਪੁੱਛਿਆ ਵੀ ਕੈਪਟਨ ਸਾਹਿਬ ਤੁਹਾਡੇ ਤੇ ਉੱਥੇ ਰੇਤੇ ਦੀ ਪ੍ਰੋਬਲਮ ਆ, ਉਹ ਤੁਸੀਂ ਕੋਈ ਕਾਰਵਾਈ ਕਰਦੇ ਕਿਉਂ ਨਹੀਂ, ਉਹ ਕੀ ਮੁਸ਼ਕਿਲ ਕੀ ਉਹਦੇ ਵਿੱਚ? ਉਹ ਕਹਿੰਦੇ ਜੀ ਮੁਸ਼ਕਿਲ ਇਹ ਆ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਤੁਹਾਡੇ ਲੀਡਰ ਇਹ ਕੰਮ ਕਰਦੇ, ਤੇ ਬਹੁਤੀ ਗੱਲ ਤਾਂ ਮੈਂ ਸਾਰੇ ਫੜ ਕੇ ਅੰਦਰ ਦੇ ਦੇਣਾ, ਕਾਂਗਰਸ ਪਾਰਟੀ ਮੁੱਕ ਜਾਣੀ ਕਰਦੇ ਆ ਮੈਂ। ਉਹ ਫਿਰ ਐਂਕਰ ਸਾਹਿਬ ਪੁੱਛਦੇ ਵੀ ਅੱਗੋਂ ਫਿਰ ਉਹਨਾਂ ਨੇ ਕੀ ਕਿਹਾ? ਕੁਛ ਨਹੀਂ ਕਿਹਾ ਨਾ, ਉਹ ਫਿਰ ਚੁੱਪ ਹੀ ਕਰ ਗਏ। ਮੈਂ ਕਿੰਨੀ ਵਾਰ ਤੁਹਾਨੂੰ ਕਹਿ ਚੁੱਕਾ ਵੀ ਉਹ ਫਿਰ ਚੁੱਪ ਕਰ ਗਏ, ਤੇ ਮੈਂ ਵੀ ਚੁੱਪ ਕਰ ਗਿਆ। ਆਹ ਵਧੀਆ ਸੀ, ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਇਹ ਇੱਕੋ ਗੱਲ ਨੂੰ ਦੱਸ ਕੇ ਵੀ ਕੈਪਟਨ ਸਾਹਿਬ ਮਤਲਬ ਹੁਣ ਥੱਕ ਗਿਆ। ਪਰ ਗੱਲ ਇਹ ਆ ਵੀ ਏਡੀ ਵੱਡੀ ਪਾਵਰ ਹੋਣ ਦੇ ਬਾਵਜੂਦ ਉਦੋਂ ਉਹ ਕਹਿੰਦੇ ਵੀ ਮੈਂ ਕਾਂਗਰਸ ਪਾਰਟੀ ਜਿਹੜੀ ਸੀਗੀ ਉਹ ਕਿਤੇ ਖਤਮ ਕਰ ਦਿੰਦਾ, ਦੱਸੋ ਉਦੋਂ ਆਹ ਕੰਮ ਕਰਕੇ। ਨਹੀਂ ਤਾਂ ਹੁਣ ਕਰ ਦਿਓ, ਤੇ ਹੁਣ ਉਹ ਕਹਿੰਦੇ ਮੈਂ ਖਤਮ ਹੀ ਕਰ ਦੇਣੀ। ਮੈਂ ਮਤਲਬ ਇਹ 2-3 ਮਹੀਨਿਆਂ 'ਚ ਜਿਹੜੀ ਪਾਰਟੀ ਬਚਾਉਂਦੇ ਉਦੋਂ ਪੰਜਾਬ ਨਹੀਂ ਬਚਾਇਆ, ਤੇ ਹੁਣ ਉਹ ਆਂਦੇ ਵੀ ਮੈਂ ਹੁਣ ਪੰਜਾਬ ਬਚਾਉਣ ਦੇ ਲਈ ਪਾਰਟੀ ਨਹੀਂ ਬਚਣ ਦੇਣੀ। ਬੰਦੇ ਦੋਵਾਂ 'ਚੋਂ ਕਿਹੜੀ ਗੱਲ ਤੇ ਯਕੀਨ ਕਰਨ? ਸੰਧਾਲੀਆ ਸਾਹਿਬ ਉਦੋਂ ਜੇ ਕੈਪਟਨ ਸਾਹਿਬ ਦੀ ਮੰਨੀਏ ਤਾਂ ਲੀਡਰ ਮਿੱਟੀ ਵੱਟਦੇ ਸੀ, ਤਾਂ ਜੇ ਉਦੋਂ ਬੀਬੀ ਸੋਨੀਆ ਗਾਂਧੀ ਨੂੰ ਦੱਸਣ ਦੀ ਜਗ੍ਹਾ ਦੇ ਉੱਤੇ ਕਾਨੂੰਨ ਦਾ ਕੰਮ ਲੈ ਲੈਂਦੇ ਕੈਪਟਨ ਸਾਹਿਬ, ਤਾਂ ਪੰਜਾਬ ਦੀ ਮਿੱਟੀ ਨਾ ਪੱਟ ਹੁੰਦੀ, ਜਿਹੜੀ ਕਿ ਹੁਣ ਲਗਾਤਾਰ ਪੱਟ ਹੋ ਰਹੀ। ਕਿਵੇਂ ਪੱਟ ਹੋ ਰਹੀ ਤੁਸੀਂ ਦੇਖੋ ਸੰਧਾਲੀਆ ਸਾਹਿਬ, ਇੱਕ ਆਜ਼ਾਦ ਉਮੀਦਵਾਰ ਵੀ ਜੇ ਕੋ ਖੜਾ ਹੈ ਜਿਹਨੂੰ ਸ਼ਾਇਦ 2000 ਵੋਟਾਂ ਵੀ ਨਹੀਂ ਪੈਣੀਆਂ, ਉਹ ਵੀ ਕਹਿੰਦਾ ਜੀ ਪੰਜਾਬ ਦੀ ਰੇਤ ਖਾ ਗਏ। ਤੇ ਸਭ ਤੋਂ ਤਾਕਤਵਰ ਬੰਦਾ ਕੌਣ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹ ਵੀ ਪਠਾਨਕੋਟ ਆ ਕੇ ਕਹਿੰਦੇ ਆ ਮਾਈਨਿੰਗ ਮਾਫੀਆ, ਰੇਤਾ ਹੀ ਪੱਟੀ ਜਾਂਦੇ ਆ, ਖਨਨ ਮਾਫੀਆ, ਉਹਨਾਂ ਨੇ ਇਦਾਂ ਕਿਹਾ ਖੜਕਾ ਕੇ। ਹੁਣ ਜੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਹੇਠਲੇ ਪੱਧਰ ਦੇ ਪ੍ਰਚਾਰਕ ਤੱਕ ਸਾਰੇ ਹੀ ਰੇਤ ਦੀ ਗੱਲ ਕਰਦੇ ਕਿ 2 ਨੰਬਰ 'ਚ ਮਾਈਨਿੰਗ ਹੋਈ,
ਇਹ ਗੱਲਾਂ ਬੰਦ ਹੋ ਸਕਦੀਆਂ ਸੀ ਜੇ ਕੈਪਟਨ ਅਮਰਿੰਦਰ ਸਿੰਘ ਉਦੋਂ ਪਾਰਟੀ ਦੇ ਜਾਂਬਾਜ਼ ਸਿਪਾਹੀ ਬਣ ਕੇ ਰਹਿਣ ਦੀ ਜਗ੍ਹਾ ਦੇ ਉੱਤੇ ਦੇਸ਼ ਦੇ ਸੂਬੇ ਦੇ ਕਾਨੂੰਨ ਦੇ ਸਿਪਾਹੀ ਬਣ ਜਾਂਦੇ, ਸੰਵਿਧਾਨ ਦੇ ਸਿਪਾਹੀ ਬਣ ਜਾਂਦੇ। ਅੱਜ ਜਦੋਂ ਕੈਪਟਨ ਸਾਹਿਬ ਬੋਲਦੇ ਆ, ਨੈਸ਼ਨਲਿਜ਼ਮ ਦੀ ਗੱਲ ਕਰਦੇ ਆ, ਰਾਸ਼ਟਰਵਾਦ ਦੀ ਗੱਲ ਕਰਦੇ ਆ, ਦੇਸ਼ ਦੀ ਗੱਲ ਕਰਦੇ ਆ, ਸਿਕਿਉਰਿਟੀ ਦੀ ਗੱਲ ਕਰਦੇ ਆ। ਮੈਨੂੰ ਯਾਦ ਹੈ ਕਿ ਉਹਨਾਂ ਦੀ ਸਰਕਾਰ ਦੇ ਵੇਲੇ ਕਈ ਵਾਰੀ ਖਬਰਾਂ ਆਈਆਂ ਸੀ ਕਿ ਬਾਰਡਰ ਦੇ ਬਿਲਕੁਲ ਨੇੜੇ ਵੀ ਨਜਾਇਜ਼ ਮਾਈਨਿੰਗ ਹੁੰਦੀ ਸੀ ਤੇ ਉਦੋਂ ਕਈ ਵਾਰੀ ਮੀਡੀਆ ਦੇ ਵਿੱਚ ਲਿਖਿਆ ਜਾਂਦਾ ਸੀ ਕਿ ਜਿਸ ਤਰੀਕੇ ਦੇ ਨਾਲ ਬਾਰਡਰ ਦੇ ਨੇੜੇ, ਪਾਕਿਸਤਾਨ ਵਾਲੇ ਬਾਰਡਰ ਦੇ ਨੇੜੇ ਵੱਡੇ ਵੱਡੇ ਖੱਡੇ ਮਾਰੀ ਜਾਂਦੇ ਆ, ਇਹ ਵੀ ਦੇਸ਼ ਲਈ ਖਤਰੇ ਦੇ ਵਿੱਚ ਹਿੱਸੇ ਹੈ ਕਿ ਉਹ ਨੁਕਸਾਨ ਹੋ ਜੂ। ਤੇ ਉਦੋਂ ਰਾਸ਼ਟਰਵਾਦ ਕਿੱਥੇ ਸੀ, ਉਦੋਂ ਨੈਸ਼ਨਲਿਜ਼ਮ ਕਿੱਥੇ ਸੀ? ਉਦੋਂ ਦੇਸ਼ ਦੇ ਸਿਪਾਹੀ ਬਣਦੇ ਤਾਂ ਚੰਗਾ, ਕਿਉਂਕਿ ਸੁੱਖ ਨਾਲ ਫੌਜ 'ਚ ਰਹਿ ਕੇ ਆਏ ਆ ਤੇ ਉਹਨਾਂ ਤੋਂ ਆਪਾਂ ਉਮੀਦ ਕਰਦੇ ਕਿ ਭਾਈ ਤੁਸੀਂ ਚੰਗੇ ਤਰੀਕੇ ਗੱਲ ਕਰੋ। ਤੇ ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਹੋਰ ਕਹਿਣੀ ਹੈ, ਜਿੰਨਾ ਪ੍ਰਚਾਰ ਰੇਤੇ ਦਾ ਹੋ ਗਿਆ, ਨਿਆਣੇ ਔਖੇ ਹੋ ਜਾਣੇ ਪੰਜਾਬ ਦੇ, ਛੋਟੇ ਛੋਟੇ ਨਿਆਣੇ। ਉਹ ਕਿਉਂ? ਭੂਆ ਆਉਂਦੀ ਹੁੰਦੀ ਹੈ, ਮਾਮਾ ਆਉਂਦਾ ਹੁੰਦਾ, ਮਾਸੜ, ਫੁੱਫੜ, ਕੋਈ ਵੀ ਰਿਸ਼ਤੇਦਾਰ, ਉਹਨਾਂ ਨੇ ਲਿਫਾਫੇ ਫੜੇ ਹੁੰਦੇ ਆ, ਕੇਲੇ, ਸੇਬ, ਚੀਕੂ, ਜਾਣੀ ਇਹ ਚੀਜ਼ਾਂ, ਕਿਉਂਕਿ ਉਹ ਵਧੀਆ ਹੁੰਦੀਆਂ ਨਾ, ਲਗਜ਼ਰੀ ਹੁੰਦੀ ਆ ਥੋੜੀ ਜਿਹੀ ਪਿੰਡਾਂ ਦੇ ਵਿੱਚ। ਤਾਂ ਹੋ ਸਕਦਾ ਕਿ ਉਧਰਲੇ ਪਾਸਿਓਂ ਮਾਮਾ ਤੁਰਿਆ ਹੁੰਦਾ ਹੋਵੇ, ਦੋ ਲਿਫਾਫੇ ਉਹਨੇ ਫੜੇ ਆ, ਥੋੜੇ ਜਿਹਾ ਭਾਰੇ ਲੱਗਦੇ ਆ, ਐਂ ਲੱਗਦਾ ਕਿ ਭਾਈ ਉਹਨਾਂ ਦੀਆਂ ਡੰਡੀਆਂ ਜਿਹੀਆਂ ਟੁੱਟ ਜਾਣੀਆਂ, ਤੇ ਨਿਆਣਾ ਉਸੇ ਵੇਲੇ ਬਾਂਟੇ ਜਿਹਾ ਐਂ ਖੇਡਦਾ ਛੱਡ ਕੇ ਭੱਜੇ, ਮਾਮਾ ਆਇਆ ਹੀ ਓਏ, ਮਾਮਾ ਆਇਆ ਹੀ ਓਏ। ਪਹਿਲਾਂ ਜਾ ਕੇ ਮਾਮੇ ਦੀਆਂ ਲੱਤਾਂ ਨੂੰ ਥੋੜ੍ਹੇ ਪੈਂਦੇ ਹੁੰਦੇ ਆ, ਪਹਿਲਾਂ ਲਿਫਾਫੇ ਨੂੰ ਪੈਂਦੇ ਹੁੰਦੇ ਆ। ਤੇ ਜਦੋਂ ਪੈਣ ਦਾ ਵਿੱਚੋਂ ਰੇਤਾ ਨਿਕਲੇ ਤੇ ਉਹ ਪੁੱਛਣ, ਮਾਮਾ ਰੇਤਾ? ਉਹ ਤਾਂ ਮੈਂ ਕਿਹਾ ਚਲੋ ਠੀਕ ਹੈ ਵੀ ਰੇਤਾ ਥੋੜੇ ਮਹਿੰਗੇ ਭਾਅ ਸੀ, ਕਿਤੇ ਹੌਲੀ ਹੌਲੀ ਦੋ ਲਿਫਾਫੇ ਮੈਂ ਲੈ ਜਾਂਦਾ ਜਾਊਂਗਾ, ਕਿਤੇ ਕੋਠਾ ਜਾਣਾ ਤੁਹਾਡੇ ਕੰਮ ਆ ਜੂ। ਉਹਦੀ ਇਹ ਦਿਨ ਆ ਹੀ ਜਾਣੇ ਜਿਸ ਹਿਸਾਬ ਨਾਲ ਚੱਲਦਾ। ਪਰ ਦੇਖੋ, ਇਹ ਗੱਲ ਤੁਸੀਂ ਜਿਹੜੀ ਅੱਗੇ ਕਰਦੇ ਸੀ ਕੈਪਟਨ ਸਾਹਿਬ ਦੀ ਨੈਸ਼ਨਲਿਜ਼ਮ ਵਾਲੀ, ਹੁਣ ਨੈਸ਼ਨਲਿਜ਼ਮ ਤੇ ਇਹੀ ਹੋਇਆ ਨਾ ਵੀ ਦੇਸ਼ ਦੇ ਉੱਪਰ ਕਿਸੇ ਵੀ ਬੁਰੀ ਅੱਖ ਰੱਖਣ ਵਾਲੇ ਨੂੰ ਆਪਾਂ ਖੰਘਣ ਨਹੀਂ ਦੇਣਾ। ਤੇ ਜੇ ਆਪਾਂ ਰੇਤੇ ਦੀ ਗੱਲ ਕਰੀਏ ਤੇ ਉਹ ਤੇ ਸਭ ਤੋਂ ਵੱਡੀ ਪ੍ਰਾਪਰਟੀ ਹੈ ਨਾ, ਕਿਉਂਕਿ ਉਹ ਕਿਹੜਾ ਕਿ ਫੈਕਟਰੀ 'ਚੋਂ ਬਣਦੀ ਹੈ ਤੇ ਕੁਦਰਤੀ ਸਰੋਤ ਹੀ, ਤੇ ਕੁਦਰਤੀ ਸਰੋਤ ਹੈ ਵੀ ਦੇਸ਼ ਦਾ। ਤੇ ਜਦੋਂ ਉਹਦੇ ਤੇ ਉਹ ਸਾਰੀ ਕਾਰਵਾਈ ਹੁੰਦੀ, ਉਦੋਂ ਵੀ ਕਹਿੰਦੇ ਨਾ ਨਾ ਨਾ, ਤੁਸੀਂ ਸੰਪਤੀ ਨੂੰ ਭਾਈ ਸਾਹਿਬ ਨੁਕਸਾਨ ਪਹੁੰਚਾ ਰਹੇ, ਡੱਕੋ ਟਰਾਲੀ, ਕੱਢੋ ਟਾਇਰਾਂ ਦੀ ਹਵਾ, ਲਾ ਦਿਓ ਠਾਣੇ 'ਚ, ਹੈ ਨਾ। ਉਦੋਂ ਬਾਅਦ ਟਰੈਕਟਰ ਉੱਥੇ ਗਲਦਾ ਰਹਿੰਦਾ। ਹੁਣ ਇਹ ਜਿਹੜਾ ਕੰਮ ਹੈ, ਉਦੋਂ ਸੋਚਿਆ ਜਾਂਦਾ ਵੀ ਯਾਰ ਜ਼ਰੂਰੀ ਥੋੜ੍ਹਾ ਵੀ ਬਾਹਰੋਂ ਕਿਸੇ ਨੇ ਹਮਲਾ ਕਰਨਾ। ਜੇ ਕੋਈ ਦੇਸ਼ ਦੇ ਅੰਦਰ ਰਹਿ ਕੇ ਦੇਸ਼ ਨੂੰ ਇੱਦਾਂ ਦਾ ਨੁਕਸਾਨ ਪਹੁੰਚਾ ਰਿਹਾ, ਤਾਂ ਘੱਟੋ ਘੱਟ ਉੱਤੇ ਵੀ ਕਾਰਵਾਈ ਕਰ ਲਈਏ। ਹੁਣ ਪਤਾ ਨਹੀਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਲ੍ਹ ਨੂੰ ਉਹ ਕਿਵੇਂ ਜਸਟੀਫਾਈ ਕਰਨਗੇ, ਆਪਣੀ ਪਾਰਟੀ ਵੱਲੋਂ ਜਾਂ ਜਿਹੜੀ ਪਾਰਟੀ ਦੇ ਨਾਲ ਲੱਗੇ ਨੇ ਉਹਨਾਂ ਵਾਲੇ ਪਾਸਿਓਂ, ਇਹ ਸਵਾਲ ਆ। ਨਹੀਂ, ਸਵਾਲ ਦੇਖੋ ਗਹਿਰਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਸੰਧਾਲੀਆ ਸਾਹਿਬ, ਇੱਕ ਇੱਥੇ ਆਪਾਂ ਫੇਰ ਚਰਚਾ ਕਰ ਲਈਏ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਗਡਕਰੀ ਸਾਹਿਬ ਤੱਕ, ਗਡਕਰੀ ਸਾਹਿਬ ਤੋਂ ਲੈ ਕੇ ਰਾਜਨਾਥ ਸਿੰਘ ਹੋਰਾਂ ਤੱਕ, ਬੀਬੀ ਸਮ੍ਰਿਤੀ ਇਰਾਨੀ ਤੱਕ, ਕੈਪਟਨ ਸਾਹਿਬ ਤੱਕ, ਸਾਰੇ ਹੀ ਕਹਿੰਦੇ ਆਮ ਆਦਮੀ ਪਾਰਟੀ ਤੋਂ ਬਚ ਜਿਓ, ਇਹ ਰਲ ਕੇ ਚੱਲਦੇ ਆ। ਮੈਂ ਹੁਣ ਸੋਚ ਰਿਹਾ ਸੀ, ਜਦੋਂ ਪ੍ਰਧਾਨ ਮੰਤਰੀ ਸਾਹਿਬ ਤੇ ਬਾਕੀ ਵੱਡੇ ਲੀਡਰ ਕਹਿ ਰਹੇ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਫੋਟੋ ਕਾਪੀਆਂ ਹੀ ਨੇ, ਉਦੋਂ ਮੇਰੇ ਮਨ 'ਚ ਆਇਆ ਕਿ ਇਹ ਅਕਤੂਬਰ 'ਚ ਰਲੀਆਂ ਕਿ ਪਹਿਲਾਂ ਦੀਆਂ ਰਲੀਆਂ, ਕਿਉਂਕਿ ਜੇ ਤਾਂ ਪਹਿਲਾਂ ਦੀਆਂ ਰਲੀਆਂ ਤਾਂ ਉਦੋਂ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ। ਵੈਸੇ ਗੱਲ ਮਨ 'ਚ ਆ ਗਈ ਗੱਲ, ਜੇ ਪਹਿਲਾਂ ਦੇ ਰਲੇ ਤਾਂ ਉਦੋਂ ਰਾਣਾ ਗੁਰਮੀਤ ਸੋਢੀ ਹੋਰੀ ਵੀ ਉੱਧਰਲੇ ਹੋਣੇ। ਕਈ ਬੰਦੇ ਨੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਬਟਾਲੇ ਤੋਂ ਕੈਂਡੀਡੇਟ ਫਤਿਹ ਬਾਜਵਾ ਸਾਹਿਬ, ਉਹ ਵੀ ਉਦੋਂ ਕਾਂਗਰਸ ਦੇ ਵਿੱਚ ਹੀ ਹੁੰਦੇ ਸੀ। ਕਿੰਨੇ ਬੰਦੇ ਨੇ। ਤੇ ਪਠਾਨਕੋਟ ਦੇ ਨੇੜੇ ਹੀ ਸ਼੍ਰੀ ਹਰਗੋਬਿੰਦਪੁਰ ਵੀ ਪੈਂਦਾ, ਉੱਥੋਂ ਦੇ MLA ਸਾਹਿਬ ਲਾਡੀ ਸਾਹਿਬ ਵੀ ਹੁਣ ਭਾਜਪਾ 'ਚ ਹੀ ਨੇ। ਯਾਨੀ ਮੈਨੂੰ ਲੱਗਦਾ ਕਿ ਕਿਸੇ ਤਰੀਕ ਤਰੂਕ ਜ਼ਰੂਰ ਪੁੱਛ ਲੈਣੀ ਚਾਹੀਦੀ ਵੀ ਇਹ ਦੋਨੇ ਹੀ ਧਿਰਾਂ ਕਦੋਂ ਦੀਆਂ ਰਲੀਆਂ ਤੇ ਕਿਵੇਂ ਰਲੀਆਂ। ਫਿਰ ਤਾਂ ਜਿਹੜੇ ਬੰਦੇ ਨਾਲ ਸੀਗੇ, ਕਿਉਂਕਿ ਕੈਪਟਨ ਸਾਹਿਬ ਤੋਂ ਵੱਡਾ ਬੰਦਾ ਤਾਂ ਕੋਈ ਨਹੀਂ ਸੀ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ, ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਨੂੰ ਦੱਸ ਦੇਣਾ ਚਾਹੀਦਾ, ਨਹੀਂ ਜੀ ਬਾਅਦ 'ਚ ਰਲੇ ਹੋਣੇ ਆ, ਅਕਤੂਬਰ ਤੱਕ ਤਾਂ ਨਹੀਂ ਸੀ ਰਲੇ, ਬਾਅਦ 'ਚ ਕਿਤੇ ਇਹਨਾਂ ਦੀ ਗਿੱਟਮਿੱਟ ਹੋ ਗਈ। ਜਦੋਂ ਮੈਂ ਆਇਆ ਉਦੋਂ ਤਾਂ ਬਿਲਕੁਲ ਅਸੀਂ ਆਪ ਹੀ ਸੀਗੇ। ਫਿਰ ਆ ਗਿਆ ਸੁਖਬੀਰ ਸਿੰਘ ਬਾਦਲ ਸਾਹਿਬ, ਉਹਨਾਂ ਨੇ ਵੀ ਕਹਿਤਾ ਕੇਜਰੀਵਾਲ ਪਾਣੀ ਲੁੱਟਣ ਆਇਆ ਜੀ ਪੰਜਾਬ ਦਾ, ਬਚ ਜੋ। ਅਸੀਂ ਕਹਿੰਦੇ ਮੰਡੀਆਂ ਬਣਾਈਆਂ, ਅਸੀਂ ਸੇਵਾ ਕੇਂਦਰ ਖੋਲ੍ਹੇ, ਅਸੀਂ ਬਹੁਤ ਕੁਝ ਖੋਲ੍ਹਿਆ, ਕਾਂਗਰਸ ਪਾਰਟੀ ਨੇ ਬੰਦ ਕਰ ਦਿੱਤਾ, ਡਿਵੈਲਪਮੈਂਟ ਬੰਦ ਹੋ ਗਈ। ਤੇ ਹੁਣ ਇਹ ਰਲ ਮਿਲ ਕੇ ਸਾਡੀ ਸਰਕਾਰ ਬਣ ਰਹੀ, ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਓ, ਆਪ ਤੋਂ ਬਚਿਓ, ਪਾਣੀ ਲੁੱਟ ਲੂ ਕੇਜਰੀਵਾਲ। ਅਰੇ ਇਹ ਜਿਹੜਾ ਲੌਜਿਕ ਦੁਬਾਰਾ ਕੱਢਿਆ ਉਹਨਾਂ ਨੇ, ਮਤਲਬ ਚੰਡੀਗੜ੍ਹ ਵਾਲਾ, ਪਾਣੀ ਵਾਲਾ, ਇਹ ਲੁਟੇਰਿਆਂ ਵਾਲਾ, ਇਹਨਾਂ ਲੁਟੇਰਿਆਂ ਤੋਂ ਬਚ ਜਿਓ, ਇਹ ਮੈਨੂੰ ਸਮਝ ਨਹੀਂ ਆਈ ਗੱਲ ਦੀ। ਵੀ ਉਹ ਤਾਂ ਹੁਣ ਕੇਜਰੀਵਾਲ ਹੋਰੀ ਵੀ ਕਹਿੰਦੇ ਹੋ ਜਾਂਦੇ ਵੀ ਯਾਰ ਮੈਂ ਕਿਸੇ ਦਾ ਪੈਰ ਮਿੱਧਿਆ ਕੀ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਨੂੰ ਤਾਂ ਸਮਝਣਾ ਹੈ ਨਾ ਵੀ ਮਤਲਬ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਬੋਲਦੇ ਤਾਂ ਸਾਡੇ ਤੇ, ਕੈਪਟਨ ਸਾਹਿਬ ਤਾਂ ਸਾਡੇ ਤੇ, ਮੋਦੀ ਸਾਹਿਬ ਤਾਂ ਸਾਡੇ ਤੇ, ਚੰਨੀ ਸਾਹਿਬ ਤਾਂ ਸਾਡੇ ਤੇ, ਵੀ ਉਹ ਅਸੀਂ ਕਿਉਂ ਰੇਤ ਖਾ ਗਏ। ਕਹਿੰਦੇ ਯਾਰ ਅਸੀਂ ਪੰਜਾਬ 'ਚ ਵਿੱਚ ਨਸ਼ਾ ਲੈ ਆਂਦਾ, ਅਸੀਂ ਤਾਂ ਕੀਤਾ ਵੀ ਕੁਛ ਨਹੀਂ, ਅਜੇ ਤਾਂ ਅਸੀਂ ਆਏ ਹਾਂ। ਉਹ ਸਾਡੀ ਕੁਛ ਕਰਤਾਂ ਲੈਣ ਦੇ, ਉਹ ਤੋਂ ਬਾਅਦ ਸਾਡੇ ਤੇ ਦੋਸ਼ ਲਾ ਦਿਓ ਵੀ ਜਿਨ੍ਹਾਂ ਨੇ ਕੀਤਾ ਆਪਸ ਦੇ ਵਿੱਚ ਉਹਦਾ ਕੋਈ ਨਾਂ ਨਹੀਂ ਲੈਂਦਾ ਤੇ ਸਾਡੇ ਦੁਆਲੇ ਹੋ। ਦੇਖੋ ਕਾਰਨ ਹੈ ਵੀ ਕੇਜਰੀਵਾਲ ਸਾਹਿਬ ਕਹਿ ਸਕਦੇ ਆਪਣੇ ਤੌਰ ਤੇ ਜੀ, ਪਰ ਮੁਸ਼ਕਿਲ ਉਹੀ ਹੈ ਨਾ ਵੀ ਜਦੋਂ ਹੁਣ ਅਖਾੜੇ 'ਚ ਆ ਗਏ
ਇੱਕ ਕਬੱਡੀ ਹੁੰਦੀ ਨਾਰਮਲ, ਇੱਕ ਹੁੰਦੀ ਧੌਲਾਂ ਵਾਲੀ ਜੀ। ਹੁਣ ਜੇ ਖਿਡਾਰੀ ਕਬੱਡੀ 'ਚ ਆ ਗਿਆ ਤੇ ਅਗਲਾ ਆਖੇ ਯਾਰ ਬਾਕੀ ਠੀਕ ਨੇ, ਮੇਰੇ ਧੌਲਾਂ ਕਿਉਂ ਮਾਰਿਆ, ਹੁਣ ਤਾਂ ਤੂੰ ਖੇਡਣ ਲੱਗ ਪਿਆ, ਹੁਣ ਤਾਂ ਵੱਜਣੀ ਹੀ। ਹੁਣ ਤਾਂ ਵੱਜ ਹੀ ਸਕਦੀਆਂ ਨਾ, ਜੋ ਤੁਹਾਡਾ ਦਾ ਲੱਗਦਾ ਤੁਸੀਂ ਮਾਰਦੇ ਹੋ। ਕੇਜਰੀਵਾਲ ਸਾਹਿਬ ਨੂੰ ਪੁੱਛਿਆ ਪੱਤਰਕਾਰਾਂ ਨੇ, ਉਹ ਕਹਿੰਦੇ ਪੁੱਛੋ ਪਾਣੀ ਦੇ ਮਸਲੇ ਤੇ ਪੁੱਛੋ, ਅੱਜ ਮੈਂ ਦੱਸਦਾ ਹੀ। ਇੱਕ ਪੱਤਰਕਾਰ ਇਧਰੋਂ ਪੁੱਛ ਲੰਬਾ ਸਵਾਲ, ਇੱਕ ਇਧਰੋਂ ਪੁੱਛੋ। ਉਹ ਕਹਿੰਦੇ ਜੀ ਗੱਲ ਇਹ ਆ, ਤੁਸੀਂ ਪਹਿਲਾਂ ਸਵਾਲ ਪੁੱਛ ਲਓ, ਮੁੜ ਕੇ ਵਿੱਚ ਨਾ ਬੋਲਿਓ, ਫਿਰ ਮੈਨੂੰ ਬੋਲਣ ਦਿਓ। ਉਹ ਫਿਰ ਜਵਾਬ ਦੇਣ ਲੱਗਣ, ਕੋਈ ਨਾ ਕੋਈ ਪੱਤਰਕਾਰ ਵਿੱਚੋਂ ਫਿਰ ਪੁੱਛ ਲਓ। ਕਹਿੰਦੇ ਜੀ ਹੁਣ ਮੈਨੂੰ ਬੋਲ ਲੈਣ ਦਿਓ। ਮੈਨੂੰ ਨਹੀਂ ਪਤਾ ਅਰਵਿੰਦ ਕੇਜਰੀਵਾਲ ਕਿੰਨਾ ਕੁ ਸਹੀ ਦੱਸ ਕੇ ਗਏ, ਕਿੰਨਾ ਕੁ ਨਹੀਂ, ਪਰ ਉਹਨਾਂ ਨੇ 2-3 ਚੀਜ਼ਾਂ ਦੱਸੀਆਂ। ਉਹ ਕਹਿੰਦੇ ਜੀ ਮੈਨੂੰ ਕਹਿੰਦੇ ਆ ਕਿ ਪੰਜਾਬ ਦਾ ਪਾਣੀ ਲੁੱਟਣ ਆਇਆ। ਉਹ ਕਹਿੰਦੇ ਪਹਿਲੀ ਗੱਲ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਉਦੋਂ ਸਿਆਸਤ 'ਚ ਹੀ ਨਹੀਂ ਸੀ ਆਇਆ ਜਦੋਂ ਦੀ SYL ਨਹਿਰ ਬਣੀ ਆ, ਉਹ ਮੇਰੇ ਤੋਂ ਪਹਿਲਾਂ ਦੀ ਬਣੀ ਆ। ਕੇਸ ਚੱਲਦੇ ਆ ਤਾਂ ਮੇਰੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਦੇ ਚੱਲਦੇ ਆ। ਜਿੰਨੀ ਕੁ ਨਹੀਂ ਬਣੀ, ਜਿੱਥੇ ਰੋਕ ਦਿੱਤੀ ਗਈ, ਉਹ ਵੀ ਮੇਰੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਦਾ ਹੋਇਆ ਕੰਮ। ਨਾ ਕਹਿੰਦੇ ਨਹਿਰ ਦਾ ਪ੍ਰੋਜੈਕਟ ਮੇਰੇ ਆਏ ਤੇ ਸ਼ੁਰੂ ਹੋਇਆ, ਨਾ ਮੇਰੇ ਆਏ ਤੇ ਬੰਦ ਹੋਇਆ, ਨਾ ਮੇਰੇ ਆਏ ਤੇ ਕੇਸ ਸ਼ੁਰੂ ਹੋਏ ਆ। ਉਹ ਕਹਿੰਦੇ ਇਹਦਾ ਫੈਸਲਾ ਤਾਂ ਬਹਿ ਕੇ ਹੋਣਾ, ਰਲ ਕੇ ਸੂਬੇ ਬੈਠਣ, ਕੇਂਦਰ ਬੈਠੇ, ਜਾਂ ਅਦਾਲਤ ਦੇ ਵਿੱਚ ਕੇਸ ਆ ਉਹਨਾਂ ਨੇ ਕਰਨਾ। ਨਾ ਮੈਂ ਅਦਾਲਤ ਤੋਂ ਵੱਡਾ, ਨਾ ਮੈਂ ਸਾਰੇ ਸੂਬਿਆਂ ਤੋਂ ਵੱਡਾ। ਇਹ ਤਾਂ ਸਿਰਫ ਸਾਨੂੰ ਬਦਨਾਮ ਕਰਨ ਦੇ ਲਈ ਕਹੀ ਜਾਂਦੇ ਕਿ ਮੈਂ ਧੂ ਕੇ ਲੈ ਜਾਣਾ। ਕਹਿੰਦੇ ਮਾਮਲਾ ਸੁਪਰੀਮ ਕੋਰਟ 'ਚ ਹੋਵੇ ਤਾਂ ਦਿੱਲੀ ਇੱਕ ਸੂਬਾ ਵੀ ਨਹੀਂ ਹੈਗਾ, ਉਪ ਸੂਬਾ, ਤੇ ਇੱਕ ਉਪ ਸੂਬੇ ਦਾ ਮੁੱਖ ਮੰਤਰੀ ਪਾਣੀ ਖਿੱਚ ਕੇ ਕਿੱਦਾਂ ਲੈ ਜੂ, ਵੀ ਇੱਕ ਪੂਰੇ ਸੂਬੇ ਤੋਂ ਐ ਨਾ ਕਰੋ। ਦੇਖੋ ਉਹ ਤੇ ਹੈਗੇ ਨਾ ਜੀ ਅੱਧੇ ਪਚੱਧੇ ਸੂਬੇ ਦੇ ਮੁੱਖ ਮੰਤਰੀ, ਜਿਨ੍ਹਾਂ ਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ, ਉਹਨਾਂ ਨੇ ਬਣਨਾ ਪੂਰੇ ਸੂਬੇ ਦੇ ਮੁੱਖ ਮੰਤਰੀ। ਭਗਵੰਤ ਮਾਨ ਹੋਣੀ, ਉਹਨਾਂ ਨੂੰ ਦੋਵੇਂ ਉਦੋਂ ਇਕੱਠੇ ਬੈਠੇ ਸੀ, ਫੇਰ ਪੁੱਛ ਲਿਆ ਸਵਾਲ ਉਹੀ ਕੋਈ ਨੈਸ਼ਨਲ ਮੀਡੀਆ ਵਾਲਿਆਂ ਨੇ। ਉਹ ਕਹਿੰਦੇ ਵੀ ਪਾਣੀ ਵਾਲਾ ਰੌਲਾ ਸਮਝਾਓ। ਉਹ ਕਹਿੰਦੇ ਇੱਕ ਮਿੰਟ ਕੇਜਰੀਵਾਲ ਜੀ ਮੈਂ ਦੱਸਦਾ। ਉਹ ਕਹਿੰਦੇ ਦੇਖੋ ਬੜੀ ਗੱਲ ਕਲੀਅਰ ਹੈ ਵੀ ਜਦੋਂ ਇਹ ਹਰਿਆਣੇ ਦੇ ਨਾਲ ਗੱਲਬਾਤ ਜੀ ਚੱਲਦੀ ਸੀ ਨੇ ਵੀ ਹਾਂਜੀ ਨਹਿਰ ਨੂਰ ਬਣਾਉਣੀ, ਹੁਣ ਕਾਰਨ ਤੇ ਬੰਦੇ ਪੁਰਾਣੇ, ਅਗਲਾ ਬੰਦਾ ਜਿਹੜਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੈ ਤੇ ਫਿਰ ਗੱਲਾਂ ਦਾ ਪੁਰਾਣੀ ਕੱਢ ਕੇ ਲਿਆਊਗਾ ਹੀ। ਭਗਵੰਤ ਮਾਨ ਸਾਹਿਬ ਕਹਿੰਦੇ ਵੀ ਉਦੋਂ ਨਾ ਬਾਦਲ ਸਾਹਿਬ ਨੇ 2 ਕਰੋੜ ਰੁਪਈਆ ਲਿਆ ਸੀ ਸਰਵੇ ਕਰਾਉਣ ਦਾ, ਉਹ ਪਤਾ ਨਹੀਂ ਪੰਜਾਬ ਦੇ ਖਜ਼ਾਨੇ 'ਚ ਗਿਆ ਕਿੱਧਰ ਗਿਆ। ਫਿਰ ਉਹ ਕਹਿੰਦੇ ਦਿੱਲੀ ਏਅਰਪੋਰਟ ਦੇ ਲਾਗੇ ਇੱਕ ਹੋਟਲ ਹੈ ਬਾਈ ਸਾਹਿਬ, ਉਹ ਥਾਂ ਤੂੰ ਜਾਂ ਵੀ ਉਦੋਂ ਹੀ ਲਿਆ ਸੀ ਕਿਤੇ। ਕੇਜਰੀਵਾਲ ਸਾਹਿਬ ਉੱਥੇ ਤੱਕ ਕਹਿਤਾ। ਆਹੋ ਕੇਜਰੀਵਾਲ ਸਾਹਿਬ ਕਹਿੰਦੇ ਹੈ ਅੱਛਾ ਐਸਾ ਵੀ ਹੁਆ ਥਾ। ਕਹਿੰਦੇ ਕੇਜਰੀਵਾਲ ਸਾਹਿਬ ਮੈਨੂੰ ਬਹੁਤ ਕੁਝ ਪਤਾ ਜੀ। ਉਹ ਹੈਰਾਨ ਬਹੁਤ ਹੁੰਦੇ ਕੇਜਰੀਵਾਲ ਸਾਹਿਬ ਜੀ, ਤਾਂ ਪਹਿਲੇ ਨਹੀਂ ਪਤਾ ਲੱਗਾ ਹੁੰਦਾ। ਅੱਛਾ ਫਿਰ ਕਹਿੰਦੇ ਅੱਛਾ ਇਹ ਤਾਂ ਹੋ ਗਿਆ ਬਾਦਲ ਪਰਿਵਾਰ ਦੀ ਗੱਲਬਾਤ। ਫਿਰ ਕਹਿੰਦੇ ਹੁਣ ਕੈਪਟਨ ਸਾਹਿਬ ਦੀ ਗੱਲ ਕਰ ਲਈ ਵੀ ਜਦੋਂ ਇੰਦਰਾ ਗਾਂਧੀ ਹੁਰੀ ਆਏ, ਉਹ ਕਪੂਰੀ ਪਿੰਡ ਦੀ ਗੱਲ ਕਰਦੇ, ਉਦੋਂ ਕਹਿੰਦੇ ਵੀ ਉੱਥੇ ਚਾਂਦੀ ਦੀ ਕਈ ਲੈ ਕੇ ਕੌਣ ਗਿਆ ਸੀ, ਪੁੱਛੋ ਜਰਾ ਮਾੜਾ ਜਿਹਾ। ਇਦਾਂ ਪੁਰਾਣੀਆਂ ਭਗਵੰਤ ਮਾਨ ਕੋ ਪੁਰਾਣੀਆਂ ਗੱਲਾਂ ਨਾ ਕਰਿਆ ਕਰੇ, ਇਦਾਂ ਫਿਰ ਔਖਾ ਆ ਨਹੀਂ ਹੁਣ ਕਾਰਨ ਹੈ। ਉਹ ਕਹਿੰਦੇ ਵੀ ਇਹ ਜੋ ਕੁਝ ਵੀ ਆਪਸ 'ਚ ਕਰਦੇ ਰਹੇ ਆ, ਉਹਦੇ 'ਚੋਂ ਉਦੋਂ ਨਾ ਮੈਂ ਸੀ ਨਾ ਕੇਜਰੀਵਾਲ ਸੀ, ਸਾਡਾ ਦੋਵਾਂ ਦਾ ਕਸੂਰ ਕਿਉਂ ਤੇ ਸਮਝਾਓ। ਸੰਧਾਲੀਆ ਸਾਹਿਬ ਪਹਿਲੀ ਗੱਲ ਹੈ ਕਿ ਪੰਜਾਬ ਦਾ ਪਾਣੀ ਪੰਜਾਬ ਦਾ, ਪੰਜਾਬ ਕੋ ਅੱਗੇ ਥੋੜਾ ਹੈ। ਇੱਥੇ ਮੁੱਖ ਮੰਤਰੀ ਬਣੇ ਪੰਜਾਬੀ, ਪੰਜਾਬ ਦਾ ਪਾਣੀ ਸਗੋਂ ਨਹਿਰਾਂ ਨਿਕਲਣ, ਸਾਰੇ ਪੰਜਾਬ 'ਚ ਲੱਗੇ, ਸਾਨੂੰ ਮੋਟਰਾਂ ਘੱਟ ਲਾਉਣੀਆਂ ਪੈਣ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਇੱਕ ਗੱਲ ਹੈਗੀ ਆ, ਅਰਵਿੰਦ ਕੇਜਰੀਵਾਲ ਜਦੋਂ ਦਿੱਲੀੋਂ ਆਉਂਦੇ ਆ ਪੰਜਾਬ, ਹੋ ਸਕਦਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉਹ ਉਹਨਾਂ ਦੀ ਮਨਸ਼ਾ ਹੋਵੇ ਵੰਡ ਕੇ ਦਿਓ। ਤੇ ਜਿਹੜੇ ਬੰਦੇ ਦੋਸ਼ ਲਾਉਂਦੇ ਆ, ਜੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਕਿ ਭਾਈ ਆਹ ਦੇਖੋ ਇਹਨਾਂ ਨੇ, ਮੰਨ ਲਓ ਕਾਂਗਰਸ ਵਾਲੇ ਕਹਿੰਦੇ ਕਿ ਇਹਨਾਂ ਨੇ ਪਾਣੀ ਲੈ ਜਾਣਾ, ਇੱਕ ਵਿਅਕਤੀ ਵਿਸ਼ੇਸ਼ ਹੈ ਹਰਿਆਣੇ ਤੋਂ ਆ ਰਿਹਾ ਪ੍ਰਚਾਰ ਕਰਨ, ਕਈ ਵਾਰੀ ਆਏ, ਉਹਨਾਂ ਦਾ ਨਾਮ ਹੈ ਭੁਪਿੰਦਰ ਸਿੰਘ ਹੁੱਡਾ। ਉਹ ਕਾਂਗਰਸ ਪਾਰਟੀ ਵੱਲੋਂ ਹਰਿਆਣੇ ਦੇ ਮੁੱਖ ਮੰਤਰੀ ਰਹੇ ਆ। ਹੁੱਡਾ ਸਾਹਿਬ ਜਦੋਂ ਤੁਹਾਡੇ ਲਈ ਆ ਕੇ ਕਾਂਗਰਸ ਪਾਰਟੀ ਵਾਲਿਆਂ ਨੂੰ ਆਪਾਂ ਕਹਿੰਦੇ ਆ, ਜੇ ਸਾਨੂੰ ਨਹੀਂ ਪਤਾ ਅਸੀਂ ਕਿਹੜਾ ਕੇਰੀਆ ਦੇ ਵਿੱਚ ਵੜ ਕੇ ਦੇਖਿਆ, ਹੋ ਸਕਦਾ ਬੰਦੇ ਦੇ ਮਨ 'ਚ ਹੋਵੇ, ਪਰ ਭੁਪਿੰਦਰ ਸਿੰਘ ਹੁੱਡਾ ਤਾਂ ਕਹਿੰਦੇ ਹੁੰਦੇ ਕਿ ਭਾਈ ਹਰਿਆਣੇ ਦੇ, ਪੰਜਾਬ ਦੇ ਪਾਣੀ ਤੇ ਹਰਿਆਣੇ ਦਾ ਹੱਕ ਹੈ, ਸਾਨੂੰ ਦਿਓ। ਇੱਕ ਬਾਦਲ ਸਾਹਿਬ ਦੇ ਹਲਕੇ ਦੇ ਵਿੱਚ ਇੱਕ ਬਜ਼ੁਰਗ ਲੀਡਰ ਹਰਿਆਣੇ 'ਚੋਂ ਪ੍ਰਚਾਰ ਕਰਨ ਆਉਂਦੇ ਆ, ਅੱਜ ਕੱਲ੍ਹ ਇੰਡੀਅਨ ਨੈਸ਼ਨਲ ਲੋਕ ਦਲ ਦੇ ਕਰਤਾ ਧਰਤਾ, ਤੇ ਨਾਮ ਹੈ ਓਮ ਪ੍ਰਕਾਸ਼ ਚੌਟਾਲਾ ਸਾਹਿਬ। ਉਹ ਚੌਟਾਲਾ ਸਾਹਿਬ ਖੁਦ ਵੀ ਤੇ ਉਹਨਾਂ ਦੇ ਬੇਟੇ ਤਾਂ ਕਹਿੰਦੇ ਚਮਚਿਆਂ ਨਾਲ SYL ਪੱਟ ਕੇ ਪਾਣੀ ਲੈ ਕੇ ਜਾਣਾ, ਉਹ ਵੀ ਛੱਡੇ। ਭਾਰਤੀ ਜਨਤਾ ਪਾਰਟੀ ਵੱਲੋਂ ਮੌਜੂਦਾ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਸਾਹਿਬ ਤੇ ਪ੍ਰਚਾਰ ਕਰਨ, ਉਹ ਵੀ ਠੋਕ ਵਜਾ ਕੇ ਆਉਂਦੇ ਆ, ਭਾਜਪਾ ਦੇ ਉਮੀਦਵਾਰਾਂ ਲਈ ਆਉਂਦੇ ਆ, ਤੇ ਉਹ ਕੀ ਕਹਿੰਦੇ ਹੁੰਦੇ ਆ ਕਿ ਪਾਣੀ ਸਾਡਾ ਕਿ ਨਹੀਂ ਸਾਡਾ। ਇਸ ਕਰਕੇ ਜੇ ਅਰਵਿੰਦ ਕੇਜਰੀਵਾਲ ਦੇ ਵਿੱਚ ਕਾਣ ਹੋਊਗੀ ਤਾਂ ਫਿਰ ਕਣ ਬਾਕੀਆਂ 'ਚ ਵੀ ਥੋੜਾ ਹੀ ਆ। ਵੈਸੇ ਗੱਲ ਹੀ ਕਰਦੇ ਆ। ਨਹੀਂ ਇਹ ਤਾਂ ਹੁਣ ਇਸ ਵਕਤ ਜਿਹੜੀ ਗੇਮ ਚੱਲ ਪਈ ਨਾ, ਉਹ ਤੇ ਆਂਦੇ ਵੀ ਕਿਸੇ ਪਾਸੇ ਯਾਰ ਢਹਿ ਜਵੇ ਬੰਦਾ, ਕੋਈ ਠਿੱਬੀ ਲਾ ਲਈਏ, ਕਿਸੇ ਪਾਸਿਓਂ ਕੋਈ ਨਾ ਕੋਈ ਗੇਮ ਚੱਲ ਪਵੇ। ਹੁਣ ਇਹ ਸਾਰੀ ਗੇਮ ਦੇ ਵਿੱਚ ਜਿਹੜਾ ਬਿਆਨ ਕੱਲ੍ਹ ਦਾ, ਮੇਰੇ ਖਿਆਲ ਨਾਲ ਰਾਤ ਵੀ, ਅੱਜ ਵੀ ਹੋ ਸਕਦਾ ਸਾਰਾ ਦਿਨ ਉਹੀ ਕੰਮ ਚੱਲੇ, ਕੁਮਾਰ ਵਿਸ਼ਵਾਸ ਹੋਰਾਂ ਦਿੱਤਾ। ਦੇਖੋ ਉਹ ਮਤਲਬ ਸਾਰੀਆਂ ਅਖਬਾਰਾਂ ਨੇ, ਸਾਰੇ ਮੀਡੀਆ ਨੇ ਬਸ ਉਹ ਇੱਕ ਲਾਈਨ ਹੀ ਬਣਾਏ ਵੀ ਮੈਨੂੰ ਤਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਜਾਂ ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ, ਜਾਂ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ, ਮਤਲਬ ਜਾਂ ਪੰਜਾਬ ਦਾ CM ਜਾਂ ਖਾਲਿਸਤਾਨ ਦਾ PM। ਇਹ ਕੁਮਾਰ ਵਿਸ਼ਵਾਸ ਸਾਹਿਬ ਵਾਹਵਾ ਦੇਰ ਤੋਂ ਚੁੱਪ ਸੀਗੇ, ਕਵਿਤਾਵਾਂ ਕੁਤੂਆਂ ਪੜ੍ਹਦੇ ਸੀ। ਅਚਾਨਕ ਜਿੱਦਾਂ ਉਹਨਾਂ ਨੇ ਬਿਆਨ ਦਿੱਤਾ ਜਾਂ ਉਹਨਾਂ ਨੂੰ ਕਿਹਾ ਵੀ ਦਿਓ, ਕੁਛ ਵੀ ਹੋਇਆ ਹੋਊਗਾ, ਉਹਦਾ ਵਾਹਵਾ ਖਲਾਰਾ।
ਦੇਖੋ ਸੰਧਾਲੀਆ ਸਾਹਿਬ ਕੁਮਾਰ ਵਿਸ਼ਵਾਸ ਹੋਰੀ ਸਟੇਜੀ ਕਵੀ ਨੇ, ਬਹੁਤ ਸੋਹਣਾ ਲਿਖਦੇ ਆ। ਜਿੰਨਾ ਸੋਹਣਾ ਲਿਖਦੇ ਆ ਉਦੋਂ ਵੱਧ ਸੋਹਣਾ ਉਹਨੂੰ ਸਟੇਜ ਤੋਂ ਪੇਸ਼ ਕਰਦੇ ਆ। ਬੜੇ ਘੱਟ ਬੰਦਿਆਂ ਦੇ ਕੋਲੇ ਇਹ ਕਲਾ ਹੁੰਦੀ ਆ ਕਿ ਉਹ ਲਿਖਣ ਵੀ ਚੰਗਾ ਤੇ ਉਹਨੂੰ ਪੇਸ਼ ਵੀ ਚੰਗੇ ਤਰੀਕੇ ਦੇ ਕਰਨ। ਹਜ਼ਾਰਾਂ ਲੋਕ ਹੁੰਦੇ ਆ ਰੁਪਈਏ ਦੇ ਕੇ ਟਿਕਟਾਂ ਲੈ ਕੇ ਉਹਨਾਂ ਦਾ ਸ਼ੋਅ ਦੇਖਣ ਆਉਂਦੇ ਆ। ਇੱਕ ਕਵੀ ਦੇ ਤੌਰ ਦੇ ਉੱਤੇ ਸਾਨੀ ਕੋਈ ਨਹੀਂ ਕੁਮਾਰ ਵਿਸ਼ਵਾਸ ਦਾ। ਹਾਂ, ਰਾਜ ਸਭਾ ਸੁਣਿਆ ਕਦੀ? ਰਾਜ ਸਭਾ ਉੱਪਰਲਾ ਸਦਨ ਕਹਿੰਦੇ ਆ। ਜਦੋਂ ਭਾਰਤ ਦਾ ਸੰਵਿਧਾਨ ਪੜ੍ਹੀਏ ਜਾਂ ਰਾਜਨੀਤੀ ਸ਼ਾਸਤਰ ਪੜ੍ਹੀਏ ਤਾਂ ਕਹਿੰਦੇ ਜੀ ਭਾਰਤੀ ਸੰਸਦ ਦੇ 2 ਸਦਨ ਹਨ, ਹੇਠਲੇ ਸਦਨ ਨੂੰ ਲੋਕ ਸਭਾ ਕਹਿੰਦੇ ਹਨ, ਉੱਪਰਲੇ ਸਦਨ ਨੂੰ ਰਾਜ ਸਭਾ ਕਿਹਾ ਜਾਂਦਾ ਹੈ। ਹੇਠਲੇ ਸਦਨ ਦੇ ਮੈਂਬਰ ਦੀ ਮਿਆਦ 5 ਸਾਲ ਹੁੰਦੀ ਹੈ, ਉੱਪਰਲੇ ਸਦਨ ਜਾਣੀ ਕਿ ਰਾਜ ਸਭਾ ਦਾ ਮੈਂਬਰ 6 ਸਾਲ ਲਈ ਚੁਣਿਆ ਜਾਂਦਾ ਹੈ। ਉਹਦੇ 1/3 ਮੈਂਬਰ ਹਰ 2 ਸਾਲ ਬਾਅਦ ਸੇਵਾ ਮੁਕਤ ਹੋ ਜਾਂਦੇ ਹਨ। ਉਹ ਰਾਜ ਸਭਾ ਦੀ ਮੈਂਬਰੀ ਬੜੀ ਵੱਡੀ ਚੀਜ਼ ਹੁੰਦੀ ਹੈ ਸੰਧਾਲੀਆ ਸਾਹਿਬ। ਉਦੋਂ ਹੀ ਮੇਰੇ ਮਨ 'ਚ ਆਈ ਗੱਲ ਕਿਤੇ, ਕਿਉਂਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਕੋਲ ਉਦੋਂ ਅਧਿਕਾਰ ਜਿਹਾ ਆਇਆ ਸੀ, ਇੰਨੇ ਕ MLA ਦਿੱਲੀ 'ਚ ਬਣ ਗਿਆ ਸੀ ਕਿ 2-3 ਬੰਦਿਆਂ ਨੂੰ ਰਾਜ ਸਭਾ ਚੁਣ ਸਕਦੇ। ਉਦੋਂ ਬੜਾ ਰਫੜ ਪਿਆ। ਮੈਂ ਕਹਿੰਦਾ ਬਿਲਕੁਲ ਇਸ ਗੱਲ ਦਾ, ਇਸ ਮਾਮਲੇ ਦਾ ਉਸ ਰਾਜ ਸਭਾ ਦੀ ਮੈਂਬਰੀ ਨਾਲ ਕੋਈ ਸੰਬੰਧ ਨਹੀਂ। ਹੁਣ ਅਮੇਠੀ ਤੋਂ ਚੋਣ ਲੜੀ ਸੀ, ਆਪਾਂ ਸਾਰਿਆਂ ਨੂੰ ਪਤਾ ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ। ਇਹਦਾ ਮਤਲਬ ਕਿ ਇੱਕ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਅਰਵਿੰਦ ਕੇਜਰੀਵਾਲ ਦੇ ਉਹ ਬਹੁਤ ਨੇੜੇ ਰਹੇ ਨੇ। ਦੂਸਰੀ ਗੱਲ, ਉਹ ਦੇਸ਼ ਹਿੱਤ ਦੀ ਬਹੁਤ ਗੱਲ ਕਰਦੇ ਹੁੰਦੇ ਤੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਇਹ ਗੱਲ ਵੀ ਬਿਲਕੁਲ ਠੀਕ ਹੈ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਇਲਜ਼ਾਮ ਲਾਤਾ ਕਿ ਭਾਈ ਇਹ ਬੰਦਾ ਕਿਸੇ ਵੀ ਹੀਲੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਮੈਂ ਇਹਨੂੰ ਰੋਕਦਾ ਸੀ ਕਿ ਭਾ ਇਦਾਂ ਨਹੀਂ ਕਰਨੀ ਵੱਡਾ ਭਾ। ਤੇ ਉਹ ਕਹਿੰਦੇ ਸੀ ਲੈ ਕੋਈ ਗੱਲ ਨਹੀਂ, ਮੁੱਖ ਮੰਤਰੀ ਬਣ ਗਿਆ ਠੀਕ ਹੈ, ਜੇ ਵੱਖ ਵੀ ਹੋ ਜਾਊਗਾ ਖਿੱਤਾ ਤਾਂ ਫਿਰ ਪਹਿਲਾ ਪ੍ਰਧਾਨ ਮੰਤਰੀ ਮੈਂ। ਇਹ ਦੋਸ਼ ਲਾਇਆ ਨਾ। ਦੇਖੋ ਇਹ ਤਾਂ ਦੇਸ਼ ਦੇ ਲਈ ਬਹੁਤ ਵੱਡੀ ਗੱਲ ਹੈ। ਇਹ ਗੱਲ ਅੰਦਰ ਰੱਖਣ ਵਾਲੀ ਤਾਂ ਹੈ ਹੀ ਨਹੀਂ। ਇਹ ਕਿਹੜਾ ਕੋਈ ਕਿਸੇ ਦੇ ਕੇਲੇ ਚੱਕ ਕੇ ਖਾ ਗਿਆ ਜਾਂ ਕਿਸੇ ਦੇ ਅਮਰੂਦ ਤੋੜ ਕੇ ਸਿੱਟ ਦਿੱਤੇ ਜਾਂ ਕਿਸੇ ਦੀ ਖੇਤ ਦੀ ਵੱਟ ਤੋੜ ਦਿੱਤੀ ਹੈ। ਕੁਮਾਰ ਵਿਸ਼ਵਾਸ ਹੋਰੀ ਐਸੇ ਬੰਦੇ ਵੀ ਹੈ ਨਹੀਂ ਕਿ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਪਹੁੰਚ ਨਹੀਂ, ਜਾਂ ਜਿਨ੍ਹਾਂ ਨੂੰ FIR ਦਰਜ ਕਰਾਉਣੀ ਨਹੀਂ ਆਉਂਦੀ, ਜਾਂ ਜਿਨ੍ਹਾਂ ਨੂੰ ਸ਼ਿਕਾਇਤ ਕਰਨੀ ਨਹੀਂ ਆਉਂਦੀ, ਜਾਂ ਇਹ ਕਹੋ ਕਿ ਉਹਦੇ ਤੋਂ ਬਾਅਦ ਪੱਤਰਕਾਰੀ ਉਹਨਾਂ ਦੇ ਕੋਲੇ ਪਹਿਲੀ ਵਾਰੀ ਪੁੱਜੇ ਨੇ, ਜਾਂ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਦੇ ਬੋਲੇ ਨਹੀਂ। ਜੇ ਇਹ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਖੀ ਹੈ, ਸਪਸ਼ਟੀਕਰਨ ਦੇਣਾ ਚਾਹੀਦਾ। ਪਰ ਨਹੀਂ ਤਾਂ ਜਿਹੜੀ ਟਾਈਮਿੰਗ ਆ ਨਾ, ਬਹੁਤ ਸਾਰੇ ਲੋਕ ਇਹ ਆਖ ਰਹੇ ਕਿ ਭਾਈ ਕੁਮਾਰ ਵਿਸ਼ਵਾਸ ਜੀ ਜੇ ਇੱਕ ਉਂਗਲੀ ਤੁਸੀਂ ਉਧਰ ਨੂੰ ਕਰ ਰਹੇ ਹੋ ਤਾਂ ਬਾਕੀ 3-4 ਉਂਗਲੀਆਂ ਤੁਹਾਡੇ ਵੱਲੋਂ ਹੋ ਰਹੀਆਂ। ਦੇਖੋ ਮੁਸ਼ਕਲ ਪਤਾ ਕੀ ਹੈ WhatsApp ਵੀ ਉਹ ਐਤਕੀ ਇੱਕ ਚਰਚਾ ਇਹ ਵੀ ਚੱਲ ਪਈ ਨਾ ਵੀ ਪਿਛਲੀਆਂ ਇਲੈਕਸ਼ਨਾਂ ਵੇਲੇ ਤੇ ਜਦੋਂ ਪੰਜਾਬ ਆਏ ਸੀ ਕੇਜਰੀਵਾਲ ਸਾਹਿਬ ਤੇ ਰਾਤ ਕਿਤੇ ਰਹਿ ਲਿਆ ਤੇ ਉਦੋਂ ਬਾਅਦ ਅਗਲੇ ਦਿਨ ਕਈ ਕੁਝ ਬਦਲ ਗਿਆ। ਹੋ ਸਕਦਾ ਵੀ ਐਤਕੀ ਜਦੋਂ ਇੱਧਰੋਂ ਨੱਕਾ ਮੋੜਦੇ ਆ ਉੱਧਰੋਂ ਨੱਕਾ ਮੋੜਦੇ ਕਈ ਕਿਆਰੇ ਪਾਣੀ ਬੰਦਾ ਮੋੜਦਾ, ਇੱਧਰ ਨਹੀਂ ਗੱਲ ਬਣਦੀ ਉੱਧਰ ਨਹੀਂ ਗੱਲ ਬਣਦੀ, ਉਹ ਕਹਿੰਦੇ ਨਾ ਉਹ ਪੁਰਾਣੀ ਕਹੀ ਲਿਆਓ ਯਾਰ, ਉਹਦੇ ਨਾਲ ਵਧੀਆ ਮੂੰਹਾਂ ਵੱਜਦਾ ਹੀ ਨੱਕਾ ਮੋੜਨਾ ਤੇ ਉਹਦੇ ਨਾਲ ਮੋੜਨਾ ਪੈਣਾ। ਮੋੜੇ ਕਿਹੜਾ ਹੁਣ ਇੱਧਰੋਂ ਤੇ ਬੰਦੇ ਸਾਰੇ ਅੱਗੇ ਖੇਡ ਹਟੇ, ਉਹ ਕਹਿੰਦੇ ਯਾਰ ਇਹ ਪਲੇਅਰ ਪਛਾਣਿਆ ਜਾਣਾ, ਕੋਈ ਨਵਾਂ ਬੰਦਾ ਲਿਆਓ, ਨਵਾਂ ਪਲੇਅਰ ਲਿਆਓ ਥੋੜਾ। ਹੋ ਸਕਦਾ ਨਵੇਂ ਪਲੇਅਰ ਦੇ ਤੌਰ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੋਵੇ। ਹੁਣ ਇਸ ਬਿਆਨ ਦੇ ਨਾਲ ਪੰਜਾਬ ਦੇ ਲੋਕ ਕਿੰਨਾ ਕੁ ਅਸਰ ਮੰਨਦੇ ਆ, ਜਾਂ ਫਿਰ ਆ ਜਿਹੜੀ ਗੱਲ ਤੁਸੀਂ ਹੁਣੇ ਸਮਝਾਈ ਵੀ ਰਾਜ ਸਭਾ ਤੋਂ ਲੈ ਕੇ, ਮੈਂ ਤਾਂ ਕਿਹਾ ਉਹਦਾ ਸੰਬੰਧ ਹੀ ਕੋਈ ਨਹੀਂ ਆ। ਅਸੀਂ ਕਦੋਂ ਕਹਿੰਦੇ ਵੀ ਸੰਬੰਧ ਦਾ ਸਾਥ ਹੋ ਗਿਆ ਵੀ ਅਸੀਂ ਕਦੋਂ ਆਨੇ ਵੀ ਕੋਈ ਕਿਸੇ ਹੋਰ ਸੂਬੇ ਨਾਲ ਵੀ ਕਿਸੇ ਚੀਜ਼ ਦਾ ਕੋਈ ਸੰਬੰਧ ਹੈਗਾ? ਅਸੀਂ ਇਕੱਲੀ ਦਿੱਲੀ ਨਾਲ ਤਾਂ ਜੋੜਦੇ ਹੀ ਨਹੀਂ ਜੀ, ਕੁਝ ਵੀ ਹੈਗਾ। ਪਰ ਚਲੋ ਹੁਣ ਉਹ ਲੋਕਾਂ ਨੂੰ ਸਮਝ ਆਉਂਦਾ ਕਿ ਨਹੀਂ ਆਉਂਦਾ ਇਹ ਤਾਂ ਟਾਈਮ ਦੱਸੂ। ਇਹ ਗੱਲ ਸੰਧਾਲੀਆ ਸਭ ਠੀਕ ਹੈ, ਪਰ ਇੱਥੇ ਮੇਰੇ ਮਨ 'ਚ ਇੱਕ ਹੋਰ ਗੱਲ ਆਉਂਦੀ ਹੈ। ਮਨ ਦੇ ਵਿੱਚ ਗੱਲ ਇਹ ਆਉਂਦੀ ਹੈ ਕਿ ਠੀਕ ਹੈ, ਹੋ ਸਕਦਾ ਹੈ ਕਿ ਇਹ ਗੱਲ ਹੋਈ ਹੋਵੇ, ਅਸੀਂ ਨਹੀਂ ਕਹਿੰਦੇ, ਅਸੀਂ ਕੌਣ ਹੁੰਨੇ ਆ ਕਹਿਣ ਵਾਲੇ। ਪਰ ਕੁਮਾਰ ਵਿਸ਼ਵਾਸ ਇੰਨੇ ਵਧੀਆ, ਮੈਂ ਪਹਿਲਾਂ ਕਿਹਾ ਜਿਹੜਾ ਉਹਨਾਂ ਵਰਗਾ ਲਿਖਦਾ ਕੋਈ ਨਹੀਂ, ਉਹਨਾਂ ਵਰਗਾ ਬੋਲਦਾ ਕੋਈ ਨਹੀਂ। ਆਹ ਜਿਹੜਾ ਕੰਮ ਤੁਸੀਂ ਕਰਦੇ ਨਾ WhatsApp, ਇਹ ਨਿਆਣੇ ਦੇ ਟੀਕਾ ਲਾਉਣਾ ਹੋਵੇ ਨਾ, ਉਹ ਨਹੀਂ ਮੈਂ ਮੈਂ ਵੈਸੇ ਉਹਦਾ ਵੀ ਇਹ ਮੇਰੀ ਗੱਲ ਦਾ ਵੀ ਇਸ ਗੱਲ ਨਾਲ ਕੋਈ ਲਿੰਕ ਨਹੀਂ ਹੈਗਾ। ਪਹਿਲਾਂ ਨਾ ਰੂੰ ਲੈ ਕੇ ਉਹ ਚੋਂ ਨੀਲਾ ਜਿਹਾ ਹੁੰਦਾ ਉਹ ਥਿਨਰ ਜਿਹਾ ਜੋ ਵੀ ਦਵਾਈ ਜੀ, ਉਹ ਪਹਿਲਾਂ ਐਂ ਮਲਣਾ ਹੈ, ਅਗਰ ਜਵਾਬ ਲੈਣਾ ਮੈਂ ਠੰਡ ਉਹ ਪੁੱਤੋ ਵੇਖ ਕੀ ਠੀਕ ਹੈ ਚਲੋ। ਬਹੁਤ ਚੰਗੇ ਬੰਦੇ ਨੇ ਜਦੋਂ ਦੇ ਕਰਦੇ ਨਾ ਨਾਲ ਹੀ ਮਲਣਾ ਐਂ ਮਲਣਾ ਪਏ। ਸੰਧਾਲੀਆ ਸਭ ਗੱਲ ਪਤਾ ਕੀ ਹੈ, ਪਿਛਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਬਹੁਤ ਚੰਗਾ ਕੀਤਾ ਕੁਮਾਰ ਵਿਸ਼ਵਾਸ ਹੋਰਾਂ ਨੇ ਦੱਸਿਆ। ਸਾਡੇ ਬੜੇ ਕਿਸਾਨ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਬਹੁਤ ਸੀ ਪੰਜਾਬ 'ਚ। ਸਾਡੇ ਬੜੇ ਨੌਜਵਾਨਾਂ ਦੇ ਡਾਂਗ ਫਿਰੀ, ਇੱਥੇ ਨੌਕਰੀਆਂ ਤੋਂ ਵਾਂਝੇ ਨੇ। ਸਾਡੇ ਬੜੇ ਨਿਆਣੇ ਜਿਹੜੇ ਬਾਰਡਰ ਪਾਰ ਕਰਦੇ ਕਰਦੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ। ਬਹੁਤ ਲੋਕ ਨੇ ਜਿਹੜੇ ਕੈਂਸਰ ਐਕਸਪ੍ਰੈਸ ਵਿੱਚ ਬੈਠ ਕੇ ਬੀਕਾਨੇਰ ਜਾਂਦੇ ਆ। ਕੁਮਾਰ ਵਿਸ਼ਵਾਸ ਵਰਗੇ ਸੰਵੇਦਨਸ਼ੀਲ ਬੰਦੇ ਤੋਂ, ਇੰਨੇ ਉੱਚ ਪਾਏ ਦੇ ਕਵੀ ਤੋਂ, ਜਿਨ੍ਹਾਂ ਨੂੰ ਕਈ ਅਵਾਰਡ ਮਿਲ ਗਏ ਆ, ਜਿਨ੍ਹਾਂ ਦਾ ਇੱਕ ਬੋਲ ਸੁਣਨ ਦੇ ਲਈ ਲੋਕ 2-2 ਹਜ਼ਾਰ ਰੁਪਏ ਦੀ ਟਿਕਟ ਲੈਂਦੇ ਆ। ਅਸੀਂ ਉਮੀਦ ਕਰਦੇ ਹਾਂ ਕਿ ਠੀਕ ਹੈ ਇਲੈਕਸ਼ਨ ਦੇ ਨੇੜੇ ਇਹ ਬਿਆਨ ਤੁਸੀਂ ਦਿੱਤਾ ਹੈ, ਪਰ ਚੰਗਾ ਹੁੰਦਾ ਕਿ ਸਮੇਂ-ਸਮੇਂ ਦੇ ਉੱਤੇ
ਤੁਸੀਂ ਪੰਜਾਬ ਦੀ ਖੇਤੀਬਾੜੀ ਉੱਪਰ ਕਿੱਦਾਂ ਚੱਕੀ ਜਾ ਸਕਦੀ ਹੈ, ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਕਿੱਦਾਂ ਬਿਹਤਰ ਕੀਤਾ ਜਾ ਸਕਦਾ ਹੈ, ਸਾਨੂੰ ਕਰਜ਼ੇ ਦੇ ਵਿੱਚੋਂ ਬਾਹਰ ਕਿੱਦਾਂ ਕੱਢਣਾ, ਸਾਡਾ ਮੰਡੀਆਂ ਵਾਲਾ ਸਿਸਟਮ ਕਿੱਦਾਂ ਇੰਪਰੂਵ ਹੋ ਸਕਦਾ, ਜਾਂ ਘੱਟੋ ਘੱਟ ਜਿਹੜੇ ਸਾਡੇ ਪੰਜਾਬ ਦੇ ਸਾਹਿਤ ਦੇ ਵਿਦਿਆਰਥੀ ਨੇ, ਲਿਟਰੇਚਰ ਦੇ ਵਿਦਿਆਰਥੀ ਨੇ, ਉਹਨਾਂ ਨੂੰ ਮਾੜਾ ਮੋਟਾ ਆਣ ਕੇ ਦੱਸ ਦੇ ਕਿ ਭਾਈ ਆਹ ਵੀ ਖੇਤਰ ਹੈਗਾ ਜਿਹਦੇ ਵਿੱਚੋਂ 4 ਪੈਸੇ ਕਮਾਈ ਜਾ ਸਕਦੇ ਆ। ਜ਼ਰੂਰੀ ਨਹੀਂ ਕਿ ਕਵੀਆਂ ਨੂੰ ਰੋਟੀ ਖਾਣੀ ਔਖੀ ਹੋ ਜਾਂਦੀ ਹੈ, ਸੋਹਣੀ ਰੋਟੀ ਵੀ ਖਾਈਦੀ ਹੈ। ਜੇ ਤਾਂ ਇਦਾਂ ਦਾ ਪੋਜ਼ਿਟਿਵ ਕੰਮ ਕਰਦੇ ਪੰਜਾਬ ਦੇ ਲੋਕਾਂ ਨੇ ਬੱਲੇ ਬੱਲੇ ਕਰਨੀ ਸੀ, ਹੁਣ ਕੁਛ ਹੋਰ ਹੀ ਕਰੀ ਜਾਂਦੇ ਆ। ਹਾਂਜੀ, ਉਹ ਤਾਂ ਗੱਲ ਹੈਗੀ ਹੈ, ਪਰ ਚਲੋ ਕੋਈ ਗੱਲ ਨਹੀਂ, ਸਿਆਸਤ ਹੈ ਜੀ, ਉਹਨਾਂ ਨੇ ਵੀ ਕੀ ਪਤਾ ਕਿਹੜੇ ਹਿਸਾਬ ਨਾਲ ਕਦੋਂ ਕੀ ਬਿਆਨ ਦਿੱਤਾ ਹੋਊਗਾ। ਇੱਕ ਬੇਨਤੀ, ਰਾਘਵ ਚੱਡਾ ਸਾਹਿਬ ਦਾ ਰਿਐਕਸ਼ਨ ਆਇਆ, ਉਹ ਕਹਿੰਦੇ ਜੀ ਬਿਲਕੁਲ ਗਲਤ ਹੈ, ਮਨ ਘੜਤਾ, ਇਹ ਐਵੇਂ ਹੁਣ ਜਿਹੜਾ ਉਧੇੜ ਬੁਣ ਕੀਤੀ ਜਾ ਰਹੀ ਹੈ, ਗੱਲ ਇਦਾਂ ਦੀ ਕੋਈ ਨਹੀਂ। ਪਰ ਰਾਘਵ ਚੱਡਾ ਸਾਹਿਬ ਨੇ ਨਾਲ ਇੱਕ ਗੱਲ ਹੋਰ ਕਹਿਤੀ, ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਜੇ ਮੀਡੀਆ ਵਾਲਿਆਂ ਨੇ ਇਹ ਗੱਲਾਂ ਬਹੁਤ ਇੱਦਾਂ ਦੱਸੀਆਂ ਫਿਰ ਐਂ ਕਰਾਂਗੇ ਨਾ। ਜਦੋਂ ਪਿਛਲੀ ਵਾਰੀ ਰਾਘਵ ਚੱਡਾ ਸਾਹਿਬ ਤੁਹਾਡੀ ਪਾਰਟੀ ਕਹਿੰਦੀ ਹੁੰਦੀ ਸੀ ਨਾ ਕਿ ਆਹ ਬੰਦਾ ਨਸ਼ਾ ਵੇਚਦਾ ਹੈ, ਮੀਡੀਆ ਤੁਹਾਡੀਆਂ ਗੱਲਾਂ ਵੀ ਦਿਖਾਉਂਦਾ ਸੀ, ਮੀਡੀਆ ਕੋਲੋਂ ਨਹੀਂ ਕਹਿ ਰਿਹਾ, ਕਿਸੇ ਬੰਦੇ ਨੇ ਮੂੰਹ ਦੇ ਵਿੱਚੋਂ ਕੱਢੀਆਂ, ਉਹ ਦਿਖਾਉਣਾ ਮੀਡੀਆ ਵਾਲਿਆਂ ਦਾ ਫਰਜ਼ ਹੈ। ਹਾਂ, ਤੁਸੀਂ ਇਹਨਾਂ ਗੱਲਾਂ ਨੂੰ ਡਿਨਾਈ ਕਰੋ, ਤੁਹਾਡੀ ਚੀਜ਼ ਵੀ ਦਿਖਾਈ ਜਾਊਗੀ, ਨਹੀਂ ਤਾਂ ਇਦਾਂ ਨਹੀਂ ਹੈ ਕਿ ਭਾਈ ਜਾਂ ਤਾਂ ਅਗਲੇ ਦੇ ਉੱਤੇ ਕਾਨੂੰਨੀ ਕਾਰਵਾਈ ਕਰੋ, ਅਗਲਾ ਕਾਨੂੰਨੀ ਕਾਰਵਾਈ ਉੱਤੇ ਕਰੋ ਤੇ ਅਗਲਾ ਕਹੇ ਨਾ। ਹੁਣ ਜੇ ਇੱਕ ਬੰਦਾ ਕੋਈ ਗੱਲ ਆਖ ਰਿਹਾ ਉਹ ਦਿਖਾਉਣੀ ਪਊਗੀ। ਹਾਂ, ਕੋਈ ਵਧਾ ਕੇ ਦਿਖਾਉਂਦਾ, ਘਟਾ ਕੇ ਦਿਖਾਉਂਦਾ, ਆਪਣੇ ਸ਼ਬਦ ਉਹਦੇ ਵਿੱਚ ਕਿੰਨੇ ਪਾਉਂਦਾ, ਇਹ ਵੱਖਰੀ ਗੱਲ ਹੈ, ਪਰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਤੁਹਾਡੀ ਵਾਰੀ ਵੀ ਦਿਖਾਉਂਦੇ ਰਹੇ ਆ। ਹਾਂ ਨਹੀਂ, ਇਹ ਤਾਂ ਗੱਲ ਮਾੜੀ ਆ, ਕਿਉਂਕਿ ਰਾਘਵ ਚੱਡਾ ਸਾਹਿਬ ਦਿੱਲੀ ਨੂੰ ਬਿਲੋਂਗ ਕਰਦੇ ਆ, ਤੇ ਵੈਸੇ ਵੀ ਦੇਸ਼ 'ਚ ਕਈ ਤਰ੍ਹਾਂ ਦੇ ਰੌਲੇ ਰੱਪੇ ਚੱਲਦੇ ਆ ਵੀ ਯਾਰ ਪਤਾ ਨਹੀਂ ਕਿਤੇ ਕੋਈ ਕਹਿ ਦਿੰਦਾ, ਕੋਈ ਕਹਿੰਦਾ, ਉਹ ਵੀ ਕਹਿੰਦੇ ਵੀ ਯਾਰ ਮੈਂ ਵੀ ਫਿਰ ਕਹਿ ਦਿੰਦਾ ਯਾਰ ਇਦਾਂ ਨਾ ਕਰੋ, ਮਤਲਬ ਉਹ ਕੰਮ ਨਹੀਂ ਹੈ ਨਾ, ਕਿਉਂਕਿ ਫਿਰ ਗੇਮ ਚੱਲਣੀ ਚਾਹੀਦੀ ਹੈ। ਜੋ ਬੰਦਾ ਜਿਵੇਂ ਕਰਦਾ ਐਜ਼ ਇਟ ਇਜ਼ ਲੋਕਾਂ ਤੱਕ ਕੱਪੜੇ, ਕਿਉਂਕਿ ਜੇ ਇਦਾਂ ਕੰਮ ਹੋਣ ਲੱਗ ਪਏ ਨਾ ਬਾਟ ਸਾਹਿਬ, ਕਿ ਜੋ ਜਿੱਦਾਂ ਜਿਵੇਂ ਸਹੀ ਹੈ ਉਹ ਲੋਕ ਕਚਹਿਰੀ 'ਚ ਰੱਖਿਆ ਜਾਣ ਲੱਗ ਪਵੇ, ਤੇ ਮੇਰੇ ਖਿਆਲ ਨਾਲ ਹੁਣ ਜਿਹੜਾ ਆਪਾਂ ਘੜੀਸ ਕੇ 5 ਸਾਲ ਮੋੜੇ ਔਖੇ ਲੰਘਣੇ, 5 ਸਾਲ ਬੜੇ ਔਖੇ ਲੰਘਣੇ, ਇਹ ਹੁਣ ਤੱਕ ਲੋੜ ਨਹੀਂ ਪੈਣੀ ਆ। 17 ਸਾਲਾਂ ਤੋਂ ਵੱਧ ਹੋ ਗਿਆ, ਹੁਣ ਤੱਕ ਘੜੀਸ ਹੀ ਰਹੇ ਆ ਵੀ ਲੋਕਤੰਤਰ ਨੇ ਆਹ ਕਰਦੇ ਨੇ, ਲੋਕਤੰਤਰ ਨੇ ਆਹ ਕਰਦੇ ਨੇ। ਜੇ ਕਿਤੇ ਰਾਮ ਰੌਲਾ ਨਾ ਹੁੰਦਾ ਤੇ ਬੜਾ ਮਸਲਾ ਹੱਲ ਹੋ ਜਾਣਾ ਸੀ ਬੜੇ ਆਰਾਮ ਨਾਲ। ਲੋਕਾਂ ਨੇ ਵੀ ਵੀਰ ਆਹ ਸੱਚਾ ਹੀ, ਆਹ ਝੂਠਾ ਹੀ, ਫੈਸਲਾ ਤੂੰ ਕਰਨਾ ਹੀ। ਤੇ ਆਪੇ ਹੀ ਹੋ ਸਕਦਾ ਵੀ ਉਹ ਜਿਹੜੇ ਲੀਡਰ ਨੇ ਉਹਨਾਂ ਨੂੰ ਹੁੰਦਾ ਵੀ ਯਾਰ ਗੱਲ ਆ ਵੀ ਜੇ ਕੁਝ ਵੀ ਕਰਤਾ ਨੇ ਇਹਨਾਂ ਨੇ ਦੱਸ ਦੇਣੇ ਤੇ ਲੋਕਾਂ ਤੱਕ ਪਤਾ ਲੱਗ ਜਾਣਾ, ਆਪੇ ਮਸਲਾ ਹੱਲ ਹੋ ਜਾਂਦਾ। ਨਹੀਂ, ਇਦਾਂ ਹੀ ਆ ਸੰਧਾਲੀਆ ਸਾਹਿਬ, ਮਸਲਾ ਇਦਾਂ ਹੀ ਹੱਲ ਹੋਵੇ ਤਾਂ ਚੰਗਾ ਹੈ, ਜੇ ਇਦਾਂ ਹੱਲ ਨਹੀਂ ਹੁੰਦਾ ਤਾਂ ਫਿਰ ਔਖਾ ਹੋ ਜਾਊਗਾ ਥੋੜਾ ਜਿਹਾ। ਕਹਿੰਦੇ ਆ ਕਿ ਕਈ ਲੀਡਰ ਜਿਹੜੇ ਆ ਉਹ ਅੱਜ ਕੱਲ੍ਹ ਹੁਣ ਸੋਚ ਵਿਚਾਰ ਕਰ ਰਹੇ ਆ। ਇੱਕ ਲੀਡਰ ਨੇ ਇਦਾਂ ਦਾ ਸੰਕੇਤ ਦਿੱਤਾ ਕਿ ਤੁਸੀਂ 10 ਮਾਰਚ ਆ ਲੈਣ ਦਿਓ ਸਹੀ, ਆ ਜਿੰਨੀ ਸਪੀਡ ਦੇ ਨਾਲ ਪਹਿਲਾਂ ਦਲ ਬਦਲੀਆਂ ਹੋਈਆਂ ਇਹ ਤੋਂ ਦੁੱਗਣੀ ਸਪੀਡ ਦੇ ਨਾਲ ਬਾਅਦ 'ਚ ਹੋਣਗੀਆਂ। ਮੈਂ ਕਹਿੰਦਾ 3 ਦਿਨ ਅਜੇ ਵੀ ਆ ਲੋਕਾਂ ਕੋਲ, ਲੀਡਰਾਂ ਨੇ ਹਨੇਰੇ ਸਵੇਰੇ ਅਜੇ ਵੀ ਤੁਹਾਡੇ ਕੋਲ ਆਉਣਾ ਤੇ ਉਹਨਾਂ ਤੋਂ ਇੱਕ ਗੱਲ ਹੋਰ ਲਿਖ ਕੇ ਲਾਓ ਕਿ ਭਾਈ ਹਾਰ ਜਿਵੇਂ ਜਿੱਤ ਜਿਵੇਂ ਪਾਰਟੀ ਨਹੀਂ ਛੱਡੂਗਾ। ਜੇ ਤੈਨੂੰ ਕੁਝ ਲੱਗਦਾ ਹੈ ਕਿ ਤੇਰੀ ਪਾਰਟੀ 'ਚ ਗਲਤ ਹੋ ਰਿਹਾ, ਅੱਜ ਕਹਿ, ਇਲੈਕਸ਼ਨ ਤੋਂ ਬਾਅਦ 'ਚ ਨਹੀਂ ਕਹਿਣਾ। ਤਾਂ ਜੇ ਇਲੈਕਸ਼ਨ ਤੋਂ ਬਾਅਦ 'ਚ ਕਿਹਾ ਤਾਂ ਅਸੀਂ ਤੈਨੂੰ ਝੂਠਾ ਮੰਨਾਂਗੇ, ਪਾਰਟੀ ਤੇਰੀ ਝੂਠੀ ਨਹੀਂ ਮੰਨਾਂਗੇ। ਤੇ ਮੰਨ ਲਓ ਮੰਨੀ ਜਾਓ, ਫਿਰ ਕੀ ਫਰਕ ਪੈਂਦਾ? ਮਤਲਬ ਦੱਸ ਹੱਦ ਹੋ ਗਈ। ਮੈਂ ਤਾਂ ਕਿਹਾ ਵੀ ਦੇਖੋ ਇਹ ਮੈਂ ਮੈਨੂੰ ਦੇਖੋ ਆਪਣੇ ਭਾਈਚਾਰੇ ਦਾ ਫਿਕਰ ਹੁੰਦਾ ਹੈ ਕਿ ਜਿੰਨੀ ਤੁਸੀਂ ਮਿੱਟੀ ਪਲੀਜ਼ ਸਾਡੇ ਭਾਈਚਾਰੇ ਦੀ ਕਰਨ ਡਿਆ ਨਾ ਬਾਟ ਸਾਹਿਬ, ਕੋਈ ਨਹੀਂ ਆਹੋ। ਨਹੀਂ ਅਸੀਂ ਤਾਂ ਮੈਂ ਕਿੰਨੀ ਵਾਰੀ ਮਾਣਯੋਗ ਸਤਿਕਾਰਯੋਗ ਕਹਿੰਦਾ ਹੁੰਦਾ, ਮੈਨੂੰ ਪਤਾ ਉਹ ਗੱਲ ਉਹੀ ਹੈ ਵੀ ਉਹ ਦੇਖੀ ਇਹ ਤਾਂ ਨਹੀਂ ਕਰਨਾ ਚਾਹੀਦਾ। ਦੇਖੋ ਠੀਕ ਹੈ ਵੀ ਹੁਣ ਦੇਖੋ ਕਾਰਨ ਯਾਰ ਸਿਆਸਤ ਹੈ, ਸਿਆਸਤ ਕਰਨੀ ਹੁਣ ਲੀਡਰ ਤੇ ਲੀਡਰ ਦੇਖੋ, ਲੀਡਰਾਂ ਬਿਨਾਂ ਵੀ ਗੁਜ਼ਾਰਾ ਨਹੀਂ ਹੈਗਾ। ਜੇ ਲੀਡਰ ਨਾ ਹੋਣ ਨਾ ਤੇ ਮੀਡੀਆ ਹਾਊਸ ਵੀ ਕਾਹਦੇ ਚਿਰ ਤੇ ਚੱਲਣੇ, ਨਾ ਹੀ ਬਿਆਨ ਦਈਏ ਤੇ ਤੁਸੀਂ ਚਲਾ ਲਿਓ ਸਵੇਰੇ ਖਬਰ ਕੀ ਚਲਾਓਗੇ। ਨਹੀਂ, ਆ ਗੱਲ ਤਾਂ ਠੀਕ ਆ, ਪਰ ਤੁਸੀਂ ਬਿਆਨ ਦੇਣ ਲੱਗੇ ਧਿਆਨ ਤਾਂ ਰੱਖਿਆ ਕਰੋ। ਚੰਨੀ ਸਾਹਿਬ ਸਫਾਈਆਂ ਦਿੰਦੇ ਫਿਰਦੇ ਆ। ਆਹੋ ਯਾਰ, ਉਹ ਬੜਾ ਪੰਗਾ ਪੈ ਗਿਆ। ਇਹ ਇੱਕ ਗੱਲ ਹੈਗੀ ਹੈ, ਚੰਨੀ ਸਾਹਿਬ ਨੇ ਇਹ ਬਿਆਨ ਦੂਜੀ ਵਾਰ ਦਿੱਤਾ, ਪਹਿਲਾਂ ਵੀ ਦਿੱਤਾ ਸੀ ਜੀ। ਉਦੋਂ ਕਿਤੇ ਕੋਈ ਉਹਨਾਂ ਦੇ ਨਾਲ ਦੇ ਬੰਦੇ ਜੇ ਉਹ ਟਾਈਪ ਕਹਿੰਦੇ ਵੀ ਚੰਨੀ ਸਾਹਿਬ ਥੋੜਾ ਜਿਹਾ ਮਹਾਰਾਜ ਉਹ ਸ਼ਬਦ ਦਾ ਖਿਆਲ ਰੱਖਿਓ, ਉਦੋਂ ਹੋ ਸਕਦਾ ਕਿਸੇ ਨੇ ਧਿਆਨ ਦਿੱਤਾ ਨਹੀਂ, ਜਾਂ ਕੋਈ ਨਹੀਂ ਕੀ ਫਰਕ ਪੈਂਦਾ, ਨਹੀਂ ਕੋਈ ਗੱਲ ਕਰਦਾ। ਐਤਕੀ ਜਿਸ ਥਾਂ ਤੇ ਜਾ ਕੇ ਉਹਨਾਂ ਨੇ ਬਿਆਨ ਦੇ ਦਿੱਤਾ ਤੇ ਜਿਹੋ ਜਿਹਾ ਬਿਆਨ ਦੇ ਲਿਆ ਜਾਂ ਜਿਨ੍ਹਾਂ ਦੀ ਹਾਜ਼ਰੀ 'ਚ ਬਿਆਨ ਦੇ ਲਿਆ, ਮੈਨੂੰ ਲੱਗਦਾ ਵੀ ਪੰਜਾਬ 'ਚ ਕੁਛ ਬੁਖਾਰ ਹੋਵੇ ਨਾ ਹੋਵੇ, ਹੋਰ ਕਿਤੇ ਬਹੁਤ ਹੋ ਜਾਣਾ ਜੀ। ਸੰਧਾਲੀਆ ਸਾਹਿਬ, ਬੜੀ ਕਮਾਲ ਦੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਮਾਣਯੋਗ ਚਰਨਜੀਤ ਸਿੰਘ ਚੰਨੀ ਸਾਹਿਬ ਉਹ ਮੁੱਖ ਮੰਤਰੀ ਬਣੇ, ਉਹਦੇ ਤੋਂ ਬਾਅਦ ਬਹੁਤ ਸਾਰੇ ਗੁਰੂ ਘਰਾਂ ਜਾ ਕੇ ਨਤਮਸਤਕ ਹੋਏ, ਬੜਾ ਚੰਗਾ ਲੱਗਾ। ਹੋਰ ਵੀ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਗਏ, ਵਧੀਆ ਤਰੀਕੇ ਦੇ ਨਾਲ। ਉਹ ਕਹਿੰਦੇ ਜੀ ਬੰਦੇ ਦੀ ਕੀਮਤ ਹੋਣੀ ਚਾਹੀਦੀ, ਬਾਰ-ਬਾਰ ਕਹਿੰਦੇ ਆ, ਲੱਗਿਆ ਕਿ ਭਾਈ ਠੀਕ ਹੈ। ਪਰ ਹੁਣ ਰੋਪੜ ਦੇ ਵਿੱਚ ਵਰਿੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਗਏ ਤਾਂ ਬੀਬੀ ਪ੍ਰਿਯੰਕਾ ਗਾਂਧੀ ਨਾਲ ਖੜੇ। ਬੀਬੀ ਪ੍ਰਿਯੰਕਾ ਗਾਂਧੀ ਉਹ ਯੂਪੀ ਦੇ ਕਾਂਗਰਸ ਦੇ ਇੰਚਾਰਜ ਨੇ, ਉਹ ਨਾਲ ਖੜੇ ਤੇ ਉਹਨਾਂ ਦੇ ਇਹ ਯੂਪੀ ਤੋਂ, ਇਹ ਬਿਹਾਰ ਤੋਂ, ਇਹ ਦਿੱਲੀ ਵਾਲੇ ਭਈਆ ਰਾਜ ਕਰਨਗੇ ਇੱਥੇ। ਤੇ ਜਦੋਂ ਚੰਨੀ ਸਾਹਿਬ ਨੇ ਇਹ ਕਹਿਤਾ ਤੇ ਹੁਣ ਬੀਬੀ ਜੀ ਨੂੰ ਪਤਾ ਨਹੀਂ ਉਹ ਸਮਝ ਲੱਗੀ ਕਿ ਨਹੀਂ ਲੱਗੀ, ਉਹ ਥੋੜ੍ਹਾ ਜਿਹਾ ਮੁਸਕਰਾਉਂਦੇ ਰਹੇ, ਉਹਨੇ ਹਾਂ ਨਾ ਨਹੀਂ ਕੀਤੀ। ਉਹਨਾਂ ਨੇ ਤਾਂ ਇਹ ਕਹਿਤਾ ਤੇ ਇਹ ਕਹਿਣ ਤੋਂ ਬਾਅਦ ਹੁਣ ਗੱਲ ਚੱਕੀ ਗਈ। ਸੰਧਾਲੀਆ ਸਾਹਿਬ, ਪਹਿਲੀ ਗੱਲ ਇਹ ਹੈ ਕਿ ਸਾਨੂੰ ਨਹੀਂ ਪਤਾ ਪੰਜਾਬ ਤੇ ਰਾਜ ਕਿਹਨੇ ਕਰਨਾ ਹੈ। ਉਹ ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਨੇ ਵੋਟਾਂ ਪਾਉਣ ਲੱਗੇ ਸੋਚਣਾ ਕਿ ਅਸੀਂ ਕਿਹਦੇ ਹੱਕ 'ਚ ਫਤਵਾ ਦਿੰਦੇ ਹਾਂ। ਪਰ ਸਾਨੂੰ ਇੱਕ ਗੱਲ ਦਾ ਪਤਾ ਹੈ,
ਆ ਜਿਹੜੇ ਮੁਲਕ ਦੇ ਵਿੱਚ ਆਪਾਂ ਬੈਠੇ ਆ ਇੱਥੇ ਸਾਰਿਆਂ ਨੂੰ ਬਰਾਬਰ ਦੇ ਹੱਕ ਆ ਨਾ। ਤੁਹਾਨੂੰ ਸਾਲ ਹੋ ਗਿਆ, ਮੈਨੂੰ 2 ਸਾਲ ਹੋ ਗਿਆ, ਕਈਆਂ ਨੂੰ 52 ਸਾਲ ਹੋ ਗਏ ਇੱਥੇ ਆਇਆਂ ਨੂੰ। ਬਰਾਬਰ ਦੇ ਹੱਕ ਨੇ ਸਕੂਲਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ। ਤੇ ਜੇ ਉੱਥੇ ਆਪਣੇ ਪੰਜਾਬ ਸੂਬੇ ਦੇ ਵਿੱਚ ਇਸ ਤਰੀਕੇ ਆਖਿਆ ਜਾਵੇ, ਹੁਣ ਹਾਲਾਂਕਿ ਚੰਨੀ ਸਾਹਿਬ ਕਹਿੰਦੇ ਮੈਂ ਤਾਂ ਇਕੱਲੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਾ ਸੀ, ਉਹ ਵੀ ਬੰਦੇ ਹੀ ਨੇ। ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਬਿਆਨ ਦੇਣ ਲੱਗਿਆ ਖਹਿਰਾ ਸਾਹਿਬ ਨੇ ਵੀ ਪਿਛਲੇ ਦਿਨ ਹੀ ਕਿਹਾ, ਕਈ ਹੋਰ ਲੀਡਰਾਂ ਨੇ ਕਿਹਾ। ਇਹ ਬਿਆਨ ਦੇਣ ਲੱਗਿਆਂ ਚੇਤੇ ਰੱਖਣਾ ਚਾਹੀਦਾ ਕਿ ਜੇ ਅੱਜ ਘਰ ਜਾ ਕੇ ਚੌਲ ਖਾਣੇ ਆ, ਉਹ ਚੌਲ ਜਦੋਂ ਝੋਨਾ ਹੁੰਦਾ ਤੇ ਝੋਨਾ ਜੇ ਨਿਸਰਿਆ ਨਹੀਂ ਹੁੰਦਾ, ਜੇ ਪਨੀਰੀ ਹੁੰਦੀ ਹੈ, ਜਦੋਂ ਪਨੀਰੀ ਪੱਟ ਕੇ ਖੇਤਾਂ ਦੇ ਵਿੱਚ ਲਾਈ ਜਾਂਦੀ ਹੈ ਤਾਂ ਬਹੁਤ ਸਾਰੇ ਸਾਡੇ ਪ੍ਰਵਾਸੀ ਮਜ਼ਦੂਰ ਭਰਾ ਭੈਣਾਂ ਜਿਹੜੇ ਨੇ ਉਹ ਕਰਦੇ ਨੇ ਕੰਮ, ਪਸੀਨਾ ਸਾਡੇ ਖੇਤਾਂ ਦੇ ਵਿੱਚ ਉਹਨਾਂ ਦਾ ਡਿੱਗਦਾ। ਤੇ ਹੋ ਸਕਦਾ ਇਹ ਸਾਡੇ ਲੀਡਰ ਸਾਹਿਬਾਨ ਰਾਤ ਨੂੰ ਜਾ ਕੇ ਜਿਹੜੇ ਆਪਣੇ ਮੁਹੱਲੇ 'ਚ ਸੌਂਦੇ ਆ, ਘਰ ਕਿਸੇ ਦਾ ਛੋਟਾ ਨਹੀਂ, ਸਾਰੇ ਲਾਭ ਸਿੰਘ ਥੋੜੀ ਹੈ। ਹੁਣ ਹੋ ਸਕਦਾ ਚੰਨੀ ਸਾਹਿਬ ਜਿਹੜੇ ਘਰ ਦੇ ਵਿੱਚ ਜਾ ਕੇ ਰਾਤ ਨੂੰ ਸੌਂਦੇ ਹੋਣ, ਉਸ ਘਰ ਦੇ ਵਿੱਚ ਜਿਹੜਾ ਪੱਥਰ ਲੱਗ ਰਿਹਾ ਉਹ ਕਿਸੇ ਪ੍ਰਵਾਸੀ ਮਜ਼ਦੂਰ ਨੇ ਯੂਪੀ ਤੇ ਬਿਹਾਰ ਵਾਲੇ ਨੇ ਰਗੜਿਆ ਹੋਵੇ। ਹੋ ਸਕਦਾ ਉਸ ਘਰ ਦੀਆਂ ਇੱਟਾਂ ਨੂੰ ਟੀਪ ਜਾਂ ਜਿਹੜਾ ਪਲਸਤਰ ਕੀਤਾ ਹੈ ਉਹ ਉਸ ਬਿਹਾਰ ਜਾਂ ਯੂਪੀ ਦੇ ਮਜ਼ਦੂਰ ਨੇ ਕੀਤਾ ਹੋਵੇ। ਹੋ ਸਕਦਾ ਉੱਥੇ ਰੋੜੀ ਉਹਨੇ ਕੁੱਟੀ ਹੋਵੇ, ਪਸੀਨਾ ਉਹਦਾ ਡਿੱਗਿਆ ਹੋਵੇ, ਆਪਣਾ ਤਾਂ ਹੁਣ ਡਿੱਗਿਆ ਹੀ ਨਹੀਂ ਕਦੀ। ਇਸ ਕਰਕੇ ਪਹਿਲੀ ਗੱਲ ਹੈ ਕਿ ਪਹਿਲਾਂ ਬੰਦੇ ਦੀ ਕੀਮਤ ਪਛਾਣੋ। ਇਦਾਂ ਦੇ ਬਿਆਨ ਦੇਣ ਲੱਗਿਆਂ 20 ਵਾਰੀ ਸੋਚੋ। ਕੁਰਸੀਆਂ ਦਾ ਕੀ ਹੈ, ਆਉਂਦੇ ਜਾਂਦੇ ਰਹਿੰਦੇ ਆ, ਫਿਰ ਮੁੜ ਕੇ ਬੀਬੀ ਮਨੀਸ਼ਾ ਗੁਲਾਟੀ ਰੌਲਾ ਪਾਉਂਦੇ ਹੁੰਦੇ ਆ। ਨਹੀਂ ਉਹ ਤਾਂ ਪਾਉਣਗੇ ਹੀ। ਮਨੋਜ ਤਿਵਾੜੀ ਸਾਹਿਬ ਨੂੰ ਤੁਸੀਂ ਜਾਣਦੇ ਹੋਣੇ ਆ, ਬੀਜੇਪੀ ਦੇ ਲੀਡਰ ਨੇ। ਉਹਨਾਂ ਨੇ ਮੁੱਦਾ ਚੱਕ ਲਿਆ ਕਿਉਂਕਿ ਉਧਰੋਂ ਬਿਲੋਂਗ ਕਰਦੇ ਹੋ। ਉਹ ਕਹਿੰਦੇ ਦੇਖੋ ਪੂਰਵਾਂਚਲੀ, ਉਹਨੇ ਕਿਹਾ ਪੂਰਵਾਂਚਲੀਆਂ ਬਾਰੇ ਚਾਹ ਕੁਛ ਕਹਿਤਾ। ਕਹਿੰਦੇ ਚੰਨੀ ਸਾਹਿਬ ਇਹ ਆਸ ਨਹੀਂ ਹੈਗੀ ਤੁਹਾਡੇ ਤੋਂ। ਕਹਿੰਦੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਸ਼ਾਇਦ ਤੁਹਾਨੂੰ ਨਾ ਯਾਦ ਹੋਵੇ। ਜ਼ਿਕਰ ਉਹਨਾਂ ਨੇ ਵੀ ਕੀਤਾ। ਕਹਿੰਦੇ ਧਾਰਮਿਕ ਸਥਾਨਾਂ 'ਤੇ ਤੁਸੀਂ ਜਾਂਦੇ ਹੋ, ਪਟਨਾ ਸਾਹਿਬ ਆਏ ਹੋ ਕਦੀ? ਪਟਨਾ ਸਾਹਿਬ ਕਹਿੰਦੇ 10ਵੇਂ ਪਾਤਸ਼ਾਹ ਦਾ ਜਨਮ ਸਥਾਨ ਹੈ ਤੇ ਤੁਸੀਂ ਉਸ ਧਰਤੀ ਦੇ ਲੋਕਾਂ ਦੇ ਬਾਰੇ 'ਚ ਕਿਹੜੇ ਸ਼ਬਦ ਵਰਤਦੇ ਹੋ? ਤੇ ਉਹ ਵੀ ਮੈਂ ਕਹਿੰਦੇ ਸਾਰਿਆਂ ਨੂੰ ਕਹਿ ਰਿਹਾ, ਪੰਜਾਬ ਦੇ ਲੋਕਾਂ ਬਾਰੇ ਸਾਨੂੰ ਪਤਾ। ਉਹ ਤਾਂ ਜਦੋਂ ਅਸੀਂ ਜਾਈਏ ਕਹਿੰਦੇ ਜੀ ਆਇਆਂ ਨੂੰ। ਇਹ ਜਿੱਦਾਂ ਦੀ ਸੋਚ ਰੱਖਣ ਵਾਲੇ ਲੀਡਰ ਨੇ, ਇਹਨਾਂ ਨੂੰ ਤੁਸੀਂ ਆਪਣਾ ਮੋਢੀ ਚੁਣਨਾ। ਅਗਲਾ ਮੁੱਦਾ ਚੱਕ ਲਿਆ, ਜੋੜਿਆ ਵੀ ਦੇਖੋ ਕਿੱਥੇ ਜਾ ਕੇ। ਤੇ ਹੁਣ ਮੈਨੂੰ ਲੱਗਦਾ ਵੀ ਉਹਨਾਂ ਨੇ ਆ ਜਾਣਾ ਤੇ ਆ 2 ਦਿਨ ਜੇ ਰਗੜਾ ਇਸੇ ਚੀਜ਼ ਤੇ ਨਿਕਲ ਗਿਆ, ਇਹ ਨਾ ਹੋਵੇ ਚੰਨੀ ਸਾਹਿਬ ਫੇਰ ਮਾਫੀਆ ਮੰਗਦੇ ਪਏ। ਨਹੀਂ ਮੈਂ ਤਾਂ ਨਹੀਂ ਕਿਹਾ, ਇੱਦਾਂ ਮੂੰਹ ਨਿਕਲ ਜਾਣਾ ਕਿਤੇ। ਸੰਧਾਲੀ ਸਾਹਿਬ ਇੱਕ ਗੱਲ ਪੱਕੀ ਹੈ, ਮੈਂ ਕਹਿੰਦਾ ਕਿ ਆਹ ਇਲੈਕਸ਼ਨ ਨਿਕਲ ਜਾਏ, ਅਕਾਲੀ ਦਲ ਦੀ ਲੀਡਰਸ਼ਿਪ, ਕਾਂਗਰਸ ਦੀ ਸਥਾਨਕ ਲੀਡਰਸ਼ਿਪ, ਭਾਜਪਾ ਵਾਲੇ ਸਾਰੇ ਬੰਦੇ ਉਹ ਸੋਚਣ ਜ਼ਰੂਰ ਕਿ ਆਖਿਰਕਾਰ ਕਿਸੇ ਬੰਦੇ ਨੂੰ ਦੂਸਰੇ ਸੂਬੇ ਦੇ ਵਿੱਚੋਂ ਆ ਕੇ ਹਿੰਮਤ ਕਿੱਦਾਂ ਪੈ ਜਾਂਦੀ ਉਹਦੀ ਕਿ ਪੰਜਾਬ ਦੇ ਵਿੱਚ ਆ ਕੇ ਸਾਡੇ ਬੰਦੇ ਨਹੀਂ ਮੱਧ ਪ੍ਰਦੇਸ਼ ਜਾ ਕੇ ਕਰ ਲੈਂਦੇ। ਪੰਜਾਬ ਦਾ ਕਿਹੜਾ ਲੀਡਰ ਜਿਹੜਾ ਠੋਕ ਵਜਾ ਕਹਿੰਦਾ ਮੈਂ ਜਾ ਕੇ ਰਾਜਸਥਾਨ 50 ਸੀਟਾਂ ਜਿੱਤੂ? ਕਹਿੰਦਾ ਕਿਤੇ ਨਾ ਕਿਤੇ ਤੁਹਾਡੀ ਲੀਡਰਸ਼ਿਪ ਵਾਲੇ ਉਹ ਕਮਜ਼ੋਰੀ ਰਹੀ ਲੱਗਦੀ ਹੈ। ਕਿਤੇ ਨਾ ਕਿਤੇ ਤੁਸੀਂ ਵੈਕਿਊਮ ਕ੍ਰੀਏਟ ਕਰਤਾ, ਤੁਸੀਂ ਖਾਲੀ ਥਾਂ ਛੱਡਤੀ ਜਿਹੜੀ ਆ ਕੇ ਕਿਸੇ ਨੇ ਭਰ ਲਈ। ਅੱਜ ਤੱਕ ਮੁੱਖ ਮੰਤਰੀ, ਮੰਤਰੀ, ਵਿਧਾਇਕ ਤੁਸੀਂ ਉਹ ਬਣਦੇ ਰਹੇ ਹੋ। ਜੇ ਤੁਸੀਂ ਨੌਕਰੀਆਂ ਦਿੰਦੇ, ਜੇ ਤੁਸੀਂ ਸਕੂਲ ਵਧੀਆ ਕਰਦੇ, ਜੇ ਹਸਪਤਾਲਾਂ ਦੇ ਵਿੱਚ ਡਾਕਟਰ ਦਿੰਦੇ, ਜੇ ਖੇਤੀਬਾੜੀ ਦੀ ਹਾਲਤ ਠੀਕ ਹੁੰਦੀ, ਕਿਸੇ ਦੀ ਹਿੰਮਤ ਆ ਦਿੱਲੀੋਂ ਆ ਕੇ ਬਾਰਡਰ ਟੱਪ ਕੇ, ਹਰਿਆਣੇ ਦਾ ਬਾਰਡਰ ਟੱਪ ਕੇ ਪੰਜਾਬ 'ਚ ਆ ਕੇ ਤੁਹਾਡੇ ਬਰਾਬਰ ਆ ਕੇ ਇਹਦਾ ਪੱਟਾਂ ਤੇ ਥਾਪੀ ਮਾਰ ਸਕਦਾ? ਕਮਜ਼ੋਰੀ ਲੋਕਾਂ ਦੀ ਨਹੀਂ ਹੈ। ਸਮਝਾਓ ਲੋਕਾਂ ਨੂੰ, ਨਹੀਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖ ਕੇ ਖੁਦ ਨਾਲ ਗੱਲਾਂ ਕਰੋ। ਇਹ ਤਾਂ ਕਰਨਗੇ ਪਰ 20 ਤੋਂ ਬਾਅਦ ਉਹਦਾ ਟਾਈਮ ਨਹੀਂ ਲੱਗਦਾ ਯਾਰ, ਪ੍ਰਚਾਰ ਬੜਾ ਕਰਨ ਵਾਲਾ ਹੁੰਦਾ ਨਾ। ਪਰ ਚਲੋ ਇਹ ਸਾਰੇ ਕੁਝ ਦੇ ਵਿੱਚ ਆਪਾਂ ਇੱਕ ਗੱਲ ਕਰ ਰਹੇ ਨਾ ਭੁੱਲ ਜੀ। ਉਹ ਗੱਲ ਆ ਕਿ ਵੀ ਬੰਦਾ ਤੁਰ ਗਿਆ ਦੁਨੀਆ ਤੋਂ, ਦੀਪ ਸਿੱਧੂ ਹੋਰੀ। ਉਹਨਾਂ ਦੇ ਜਾਣ ਤੋਂ ਬਾਅਦ ਅਨੇਕਾਂ ਸਵਾਲ ਨੇ ਜਿਹੜੇ ਹਵਾ 'ਚ ਆ, ਤੇ ਉਹਨਾਂ ਸਵਾਲਾਂ ਦੇ ਹਰੇਕ ਬੰਦਾ ਆਪਣੇ ਆਪਣੇ ਤੌਰ 'ਤੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਵੀ ਹੁਣ ਕਿਹਾ ਕਿ ਵੀ ਇਹ ਜੋ ਘਟਨਾ ਵਾਪਰੀ ਆ ਬੜੀ ਦੁਖਦਾਈ ਹੈ, ਪਰ ਇਹਦੀ ਜਾਂਚ ਹੋਣੀ ਚਾਹੀਦੀ। ਦੇਖੋ ਸੰਧਾਲੀਆ ਸਾਹਿਬ, ਦੀਪ ਸਿੱਧੂ ਹੋਰਾਂ ਦਾ ਜਦੋਂ ਪੋਸਟਮਾਰਟਮ ਹੋਇਆ ਤੇ ਉਹਦੇ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਲੈ ਕੇ ਆਉਣੀ ਸੀ ਤੇ ਹਜ਼ਾਰਾਂ ਲੋਕ ਉੱਥੇ ਵੀ ਅਪੜੇ ਸੀ। ਇੱਥੇ ਪੋਸਟਮਾਰਟਮ ਹੁੰਦਾ ਸੀ, ਫਿਰ ਉਹਨਾਂ ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ। ਸ਼ੰਭੂ ਬਾਰਡਰ ਤੱਕ ਆਉਂਦਿਆਂ ਰਾਹ ਦੇ ਵਿੱਚ ਕਈ ਜਗ੍ਹਾ ਰੁਕੀ ਕਿਉਂਕਿ ਲੋਕ ਉਹਨਾਂ ਨੂੰ ਚਾਹੁਣ ਵਾਲੇ ਖੜੇ ਸੀ ਸੜਕਾਂ ਦੇ ਕਿਨਾਰੇ। ਸ਼ੰਭੂ ਬਾਰਡਰ ਦੇ ਉੱਤੇ ਵੀ ਇੱਦਾਂ ਹੀ ਹੋਇਆ। ਉਹਦੇ ਤੋਂ ਬਾਅਦ ਫਿਰ ਜਦੋਂ ਪਿੰਡ ਦੇ ਵਿੱਚ ਜਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਰਨਾ ਸੀ, ਉਦੋਂ ਵੀ ਇਕੱਠ ਲੋੜੇ ਦਾ। ਐਂ ਲੱਗਦਾ ਸੀ ਕਿ ਭਾਈ ਬੰਦੇ ਨੇ ਠੀਕ ਆ, ਸੱਜਣਤਾ ਹੀ ਤਾਂ ਖੱਟੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਨੇ, ਉਹਨਾਂ ਨੇ ਵੀ ਸ਼ਰਧਾਂਜਲੀ ਦਿੱਤੀ। ਸਿਮਰਨਜੀਤ ਸਿੰਘ ਮਾਨ ਹੋਰੀ ਵੀ ਗਏ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮੰਗ ਕੀਤੀ ਕਿ ਭਾਈ ਜਾਂਚ ਹੋਣੀ ਚਾਹੀਦੀ। ਉਹਨਾਂ ਦੇ ਨੇੜਲੇ ਸੱਜਣਾਂ ਨੇ ਵੀ ਕਿਹਾ ਕਿ ਜਾਂਚ ਪੜਤਾਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਕਿ ਆਖਿਰਕਾਰ ਇਹ ਇੱਕ ਸਧਾਰਨ ਹਾਦਸਾ ਹੈ, ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ, ਕਿਉਂਕਿ ਚਰਚਾ ਹਵਾ ਦੇ ਵਿੱਚ ਚੱਲਦੀ ਹੁੰਦੀ ਹੈ। ਮੈਨੂੰ ਲੱਗਦਾ ਕਿ ਜਾਂਚ ਹੋ ਜਾਣੀ ਚਾਹੀਦੀ ਹੈ। ਜਾਂਚ ਪੜਤਾਲ ਤੋਂ ਬਾਅਦ ਅਸਲੀ ਸਥਿਤੀ ਜਿਹੜੀ ਉਹ ਸਾਹਮਣੇ ਆਉਣੀ ਚਾਹੀਦੀ ਹੈ। ਪਰ ਆਪਾਂ ਕੱਲ੍ਹ ਵਾਲੀ ਗੱਲ ਤੇ ਫਿਰ ਦੁਬਾਰਾ ਆਉਣਾ ਹੈ। ਸਾਡੇ ਲੋਕਾਂ ਨੂੰ ਆਦਤ ਹੈ, ਐਂਬੂਲੈਂਸ ਜਾਂਦੀ ਹੋਵੇ ਅਸੀਂ ਰਾਹ ਦੇ ਕੇ ਰਾਜ਼ੀ ਨਹੀਂ। ਭਾਰਤ ਦੀ ਗੱਲ ਕਰਦੇ ਹਾਂ, ਐਂਬੂਲੈਂਸ ਦੇ ਪਿੱਛੇ ਅਸੀਂ ਗੱਡੀਆਂ ਭਜਾਉਂਦੇ ਹਾਂ ਕਿ ਭਾਈ ਉਹਨੂੰ ਰਾਹ ਸ਼ਾਇਦ ਲੋਕ ਦੇ ਦੇਣ ਤਾਂ ਅਸੀਂ ਛੇਤੇ ਚਲੇ ਜਾਈਏ। ਅਸੀਂ ਕਦੇ ਵੀ ਟ੍ਰੈਫਿਕ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਸਾਡੀਆਂ ਸਰਕਾਰਾਂ ਜਾਂ ਲੋਕ ਸਮਝਾਉਂਦੇ ਆ।
ਅਸੀਂ ਨਿਆਣਿਆਂ ਨੂੰ ਕਿੰਨੀ ਵਾਰੀ ਦੱਸਦੇ ਹਾਂ ਕਿ ਭਾਈ ਲਾਲ ਬੱਤੀ ਤੇ ਰੁਕਣਾ ਹੈ, ਹਰੀ ਬੱਤੀ ਤੇ ਚੱਲਣਾ ਹੈ, ਕਿਹੜੀ ਬੱਤੀ ਤੇ ਤਿਆਰ ਹੋਣਾ ਹੈ। ਅਸੀਂ ਆਪਣੇ ਬੱਚਿਆਂ ਨੂੰ ਕਿੰਨੀ ਵਾਰੀ ਦੱਸਦੇ ਹਾਂ। ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਡਿਊਟੀਆਂ ਸਮਝਣੀਆਂ ਪੈਣਗੀਆਂ ਤਾਂ ਜੋ ਭਵਿੱਖ ਦੇ ਵਿੱਚ ਜਿਹੜਾ ਕਦੇ ਵੀ ਅਸੀਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚ ਸਕੀਏ। ਇਹ ਬੜਾ ਜ਼ਰੂਰੀ ਆ, ਕਿਉਂਕਿ ਦੇਖੋ ਕਾਰਨ ਇਹ ਆ ਵੀ ਜੋ ਵੀ ਹੈ ਉਹਦੇ ਵਿੱਚ ਹੋਇਆ, ਪਰ ਉਹ ਘੜੀ ਪਲ ਦੀ ਗਲਤੀ ਸੀ ਜੀ। ਜਾਂ ਕੋਈ ਸਾਜ਼ਿਸ਼ ਸੀ, ਜੋ ਵੀ ਸੀ, ਪਰ ਉਨੇ ਚਿਰ ਦੇ ਵਿੱਚ ਹੀ ਦੇਖ ਲਓ ਵੀ ਉਹ ਇਹੋ ਜਿਹਾ ਘਾਟਾ ਪੈ ਗਿਆ ਜਿਹੜਾ ਹੁਣ ਪੂਰਾ ਨਹੀਂ ਹੋ ਸਕਦਾ ਜੀ। ਸੋ ਆਸ ਕਰਦੇ ਹਾਂ ਵੀ ਚਲੋ ਜੋ ਵੀ ਸੱਚ ਹੈ ਉਹ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਊਗਾ। ਤੇ ਰਹੀ ਗੱਲ ਇਲੈਕਸ਼ਨ ਵਾਲੇ ਪਾਸੇ, ਫਿਰ ਆ ਜਾਈਏ ਤੇ ਦਿਨ ਹੁਣ ਅੱਜ ਉੱਥੇ ਵੀਰਵਾਰ ਚੜ੍ਹ ਗਿਆ, ਬਸ ਨਿਬੜ ਗਿਆ ਜੀ ਕੰਮ। ਕੱਲ ਦਾ ਦਿਨ ਹੀ ਪ੍ਰਚਾਰ ਹੈ ਬਸ ਪ੍ਰਚਾਰ ਹੈ ਤੇ ਫਿਰ ਪ੍ਰਚਾਰ ਤੋਂ ਬਾਅਦ। ਪਰ ਹਾਂ, ਇਹਨਾਂ ਦਿਨਾਂ ਦੇ ਵਿੱਚ ਡਟ ਕੇ ਬਚ ਕੇ ਆਪਣੇ ਆਪ ਨੂੰ ਪੰਜਾਬੀ ਬਣਾ ਕੇ ਰੱਖਿਓ। ਨਾ ਅਸੀਂ ਸ਼ਰਾਬੀ ਹਾਂ, ਨਾ ਅਸੀਂ ਲਾਲਚੀ ਹਾਂ, ਨਾ ਅਸੀਂ ਢੂਠਿਆਂ ਵਾਲੇ ਹਾਂ, ਅਸੀਂ ਪੰਜਾਬੀ ਹਾਂ। ਤੇ ਜਦੋਂ ਇਹ ਚੀਜ਼ ਮਨ ਦੇ ਵਿੱਚ ਆ ਗਈ, ਫਿਰ ਨੋਟ ਵੀ ਮੁੜ ਜਾਣੇ ਆ, ਫਿਰ ਬੋਤਲਾਂ ਵੀ ਮੁੜ ਜਾਣੀਆਂ। ਕਿਉਂਕਿ ਕਹਿੰਦੇ ਹੁੰਦੇ ਨਾ ਕਿ ਭਾਈ ਇੱਥੇ ਤਾਂ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ, ਉਦੋਂ ਨਾ ਡਰੇ, ਤੇ ਆਹ 500-700 ਦੇ ਨੋਟ ਤੇ ਡਰ ਜਾਣਗੇ ਭਾਈ। ਆਸ ਕਰਦੇ ਹਾਂ ਚੱਲੀਏ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਮਾਣ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।